Okay, so we've got Harvant Singh. Yeah, just right. So, Sat Shri Akal, everyone. Sat Shri Akal, Namaste, Chardhi Kala. My name is Simran Sandhu. On behalf of Peace Supporter Farmers, we welcome you all to this panel discussion about innovation in agriculture because of science and technology. ਔਰ ਸਾਡੇ ਬੜੇ ਐਮੀਨੈਂਟ ਪੈਨਲਿਸਟਸ ਨੇ ਤੇ ਆਪਾਂ ਕਿਕ ਸਟਾਰਟ ਕਰਦੇ ਹੈਗੇ ਆ ਡਿਸਕਸ਼ਨ ਵਿਦ ਸਮਿਤਾ ਕੌਰ who's the founder of our group. She is going to take this opportunity to introduce our panelists. Samita, over to you. ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਸਾਡੇ ਵਿੱਚ ਬਹੁਤ ਹੀ esteemed panelists ਹੈਗੇ ਹੈ ਕਿ ਬੜੀ ਖੁਸ਼ੀ ਹੋ ਰਹੀ ਹੈ ਕਿ ਜੋ ਉਹਨਾਂ ਦੀ knowledge, ਉਹਨਾਂ ਦੀ expertise ਆਪਾਂ ਸਾਰਿਆਂ ਨਾਲ share ਕਰ ਸਕਾਂਗੇ। ਡਾਕਟਰ ਬੈਂਸ ਜੋ ਕਿ ਐਗਰੀਕਲਚਰ ਸਾਇੰਟਿਸਟ ਹੈ PAU ਤੋਂ, ਡਾਕਟਰ ਪ੍ਰਭਜੋਤ ਕੌਰ ਉਹ ਵੀ PAU ਤੋਂ ਹੈਗੇ ਨੇ। ਉਹਨਾਂ ਦਾ ਜਿਹੜਾ ਲਾਈਨ ਆਫ ਵਰਕ ਹੈਗਾ, ਉਹਨਾਂ ਦਾ ਜੋ ਸਬਜੈਕਟ ਹੈਗਾ, ਇਟਸ ਅਬਾਊਟ ਕਲਾਈਮੇਟ ਚੇਂਜ। ਐਂਡ ਡਾਕਟਰ ਭੁਪਿੰਦਰ ਸਿੰਘ who is an expert on agriculture marketing। ਐਂਡ ਨਾਲ ਸਾਡੇ ਹੈਗੇ ਬੜੇ ਹੀ ਵਧੀਆ ਅਗਾਂਹ ਵਧੂ ਕਿਸਾਨ ਪਲਵਿੰਦਰ ਸਿੰਘ ਜੋ ਕਿ ਸਾਇੰਸ ਨੂੰ ਯੂਜ਼ ਕਰ ਰਹੇ ਹੈਗੇ ਨੇ ਤੇ ਉਹਨਾਂ ਨੇ ਆਪਣੇ ਹੀ ਬੈਨੀਫਿਟ ਲਈ ਹੀ ਨਹੀਂ ਤੇ ਬਾਕੀ ਲੋਕਾਂ ਨੂੰ ਵੀ ਮੋਟੀਵੇਟ ਕਰ ਰਹੇ ਨੇ। ਨਾਲ ਸਾਡੇ ਹੈਗੇ ਹੈ ਸਾਡੇ ਵੀ ਸਪੋਰਟ ਆ ਫਾਰਮਰਸ ਦੀ ਟੀਮ ਤੋਂ ਮਿਸਟਰ ਗੁਰਪ੍ਰੀਤ ਢਿੱਲੋਂ। ਇਹ ਸਾਡੇ ਇਹਨਾਂ ਨੂੰ ਅਸੀਂ ਕ੍ਰੈਡਿਟ ਦਿੰਦੇ ਹਾਂ। ਸਾਡੇ ਪੋਸਟਰਸ, ਬੈਨਰਸ ਸਾਰਾ ਕੁਝ ਗੁਰਪ੍ਰੀਤ ਢਿੱਲੋਂ ਕਰਦੇ ਹੈ। ਐਂਡ ਹਿਜ਼ ਬੈਸਟ ਅਚੀਵਮੈਂਟ ਇਜ਼ ਪੈਗੰਬਰੀ ਫਾਰਮਸ। ਉੱਥੋਂ ਉਹਨਾਂ ਦੇ ਜਿਹੜੇ ਸੀਡਸ ਹੈ ਏਂਸ਼ੀਅੰਟ ਵੈਰਾਈਟੀ ਉਹਨੂੰ ਲੈ ਕੇ ਆਏ ਨੇ ਅੱਗੇ ਔਰ ਉਹਦੀ ਪ੍ਰੋਪਗੇਸ਼ਨ, ਉਹਦੇ ਬਾਰੇ ਸੀਡ ਬੈਂਕ ਬਾਰੇ ਉਹ ਸਾਨੂੰ ਦੱਸਣਗੇ। ਨਾਲ ਨੇ ਸਾਡੇ ਰਵਦੀਪ ਕੌਰ whose main subject area of work is agriculture business in farming ਤੇ farmers ਨੂੰ especially marginal farmers ਨੂੰ ਕਿਵੇਂ ਇਹਦਾ benefit ਹੋ ਸਕਦਾ ਹੈਗਾ ਉਹਦੇ ਬਾਰੇ ਗੱਲ ਕਰਨਗੇ। So to begin with, I will ask Dr. Benz that as an agriculture scientist, ਕਾਫੀ ਸਾਰੇ ਆਪਾਂ hurdles ਵਗੈਰਾ ਨੂੰ ਸਾਡੇ ਰਸਤੇ 'ਚ ਆਉਂਦੇ ਨੇ। ਕਾਫੀ ਸਾਰੀਆਂ ਇਹੋ ਜਿਹੀਆਂ ਪ੍ਰੋਬਲਮਸ ਆਉਂਦੀਆਂ ਹੈਗੀਆਂ ਕਿ ਜਿੱਥੇ ਲੋਕ ਸਾਇੰਸ ਤੇ ਐਗਰੀਕਲਚਰ ਨੂੰ ਚੇਂਜ ਜਿਹੜੀ ਲਿਆਉਣਾ ਚਾਹੁੰਦੇ ਹਾਂ ਆਪਾਂ, ਜਿਵੇਂ ਕ੍ਰੌਪ ਡਾਇਵਰਸੀਫਿਕੇਸ਼ਨ ਹੈ, ਬ੍ਰੇਕਿੰਗ ਆਫ ਦ ਵੀਟ ਐਂਡ ਰਾਈਸ ਦਾ ਜਿਹੜਾ ਸਾਈਕਲ ਹੈਗਾ, ਉਹਦੇ ਬਾਰੇ ਜੇ ਸਾਨੂੰ ਇਹ ਕੁਛ ਦੱਸਣ ਤੇ ਬਹੁਤ ਅੱਛਾ ਹੋਊਗਾ। ਡਾਕਟਰ ਬੈਂਸ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਆਪਣਾ ਟੌਪਿਕ ਅੱਜ ਬੜਾ ਰੈਲੇਵੈਂਟ ਟੌਪਿਕ ਹੈਗਾ ਜੋ ਅੱਜ ਕੱਲ੍ਹ ਪ੍ਰੈਜ਼ੈਂਟ ਸਿਚੁਏਸ਼ਨ। ਤੁਹਾਨੂੰ ਜਿਸ ਤਰ੍ਹਾਂ ਪਤਾ ਹੀ ਹੈ ਗ੍ਰੀਨ ਰੈਵੋਲਿਊਸ਼ਨ ਤੋਂ ਥੋੜ੍ਹਾ ਜਿਹਾ ਸ਼ੁਰੂ ਕਰਦੇ ਹਾਂ। ਗ੍ਰੀਨ ਰੈਵੋਲਿਊਸ਼ਨ ਦੇਖੋ ਜਦੋਂ ਆਈ ਉਦੋਂ ਜਿਹੜਾ ਇਸ਼ੂ ਸੀਗਾ ਉਦੋਂ ਪ੍ਰੋਡਕਸ਼ਨ ਦਾ ਸੀਗਾ ਮੇਨ। ਹਾਈ ਯੀਲਡਿੰਗ ਵੈਰਾਈਟੀਜ਼ ਆਈਆਂ। ਮੈਂ ਦੱਸਿਆ ਤੇ ਆਪਣਾ ਟੌਪਿਕ ਹੈ ਨਾ ਕਿ ਸਾਇੰਸ ਕਿੱਥੇ ਇਨਵੋਲਵ ਹੈ। ਇਨਫੈਕਟ ਐਗਰੀਕਲਚਰ ਆਪਣੇ ਆਪ 'ਚ ਇੱਕ ਸਾਇੰਸ ਹੈ ਬਟ ਇਹਦੇ ਨਾਲ ਹੋਰ ਜਿਹੜੀਆਂ ਆਈਆਂ ਪ੍ਰੋਡਕਸ਼ਨ ਦਾ ਸੀਗਾ ਇਸ਼ੂ ਆਪਣੇ ਕੋਲ। ਹਾਈ ਯੀਲਡਿੰਗ ਵੈਰਾਈਟੀਜ਼ ਆਈਆਂ ਜਿਹੜੀਆਂ ਰਿਸਪੋਂਸਿਵ ਸੀਗੀਆਂ ਫਰਟੀਲਾਈਜ਼ਰ ਨੂੰ, ਇਰੀਗੇਸ਼ਨ ਨੂੰ, ਇਨਪੁਟਸ ਨੂੰ। ਪ੍ਰੋਡਕਸ਼ਨ ਹੋਈ ਪਰ ਗਵਰਨਮੈਂਟ ਦੀ ਸਪੋਰਟ ਨਾਲ ਹੋਈ। ਗਵਰਨਮੈਂਟ ਨੇ ਸਪੋਰਟ ਦਿੱਤੀ, ਲੌਜਿਸਟਿਕਸ ਸਪੋਰਟ ਦਿੱਤੀ, ਸਟੋਰੇਜ ਸਪੋਰਟ ਦਿੱਤੀ, ਮੰਡੀ ਦੀ ਸਪੋਰਟ ਦਿੱਤੀ, ਪ੍ਰਾਈਜ਼ ਦਿੱਤਾ। ਰਾਈਸ ਵੀਟ ਸਾਈਕਲ ਆਪਣੇ ਇਸਟੈਬਲਿਸ਼ ਹੋ ਗਿਆ ਫॉर द पास्ट 4 decades। ਹੁਣ ਜਿਹੜਾ ਇਸ ਵੇਲੇ ਪ੍ਰੈਜ਼ੈਂਟ ਜਿਹੜੇ ਇਸ਼ੂਜ਼ ਹੈਗੇ ਆ ਨਾ, ਵੀ ਵਾਂਟ ਟੂ ਬ੍ਰੇਕ ਦਿਸ ਸਾਈਕਲ ਕਿਉਂਕਿ ਰਾਈਸ ਐਜ਼ ਵੀ ਆਲ ਨੋ ਇਟ ਇਜ਼ ਪਲੇਇੰਗ ਹੈਵਕ ਵਿਦ ਮੈਨੀ ਥਿੰਗਸ, ਇਨਵਾਇਰਮੈਂਟ ਐਂਡ ਸਸਟੇਨੇਬਿਲਿਟੀ ਆਫ ਦ ਸਿਸਟਮ। ਦੂਸਰਾ ਪੰਜਾਬ ਦੀ ਜੇ ਆਪਾਂ ਗੱਲ ਕਰੀਏ ਆਪਣੀ, ਇਟਸ ਨਾਟ ਅ ਸਟੇਪਲ ਡਾਇਟ।
ਸੋ ਸੈਂਟਰ ਖਰੀਦਦਾ ਸੀਗਾ, ਸੈਂਟਰ ਵੀ ਹੱਥ ਖਿੱਚ ਰਿਹਾ ਜਾਂ ਖਿੱਚੇਗਾ ਜੋ ਜਿਸ ਤਰ੍ਹਾਂ ਲੱਗ ਰਿਹਾ ਰਾਈਸ ਖਰੀਦਣ 'ਚ। ਇਸ ਵੇਲੇ ਜੋ ਇਸ਼ੂ ਹੈ ਡਾਇਵਰਸੀਫਿਕੇਸ਼ਨ ਆਪਾਂ ਕਹਿ ਰਹੇ ਹਾਂ, ਡਾਇਵਰਸੀਫਿਕੇਸ਼ਨ ਬੜਾ ਇਹ 1985-86 ਤੋਂ ਪੰਜਾਬ 'ਚ ਡਾਇਵਰਸੀਫਿਕੇਸ਼ਨ ਦੀ ਕੋਸ਼ਿਸ਼ ਹੋ ਰਹੀ ਹੈ। 1986 ਜੌਲ ਕਮੇਟੀ ਨੇ ਆਪਣੀ ਕਮੇਟੀ ਨੇ ਕਿਹਾ ਸੀਗਾ ਕਿ 1.5 ਲੱਖ ਹੈਕਟੇਅਰ, ਪੰਜਾਬ ਕੋਲ ਆਲਮੋਸਟ 40 ਲੱਖ ਹੈਕਟੇਅਰ ਹੈਗਾ ਜੀ ਇਸ ਵੇਲੇ ਜਿਹੜਾ ਨਾ ਕਲਟੀਵੇਟ, 1.5 ਲੱਖ ਹੈਕਟੇਅਰ ਹੋਰ ਕ੍ਰੌਪਸ ਦੇ ਅੰਡਰ ਲੈ ਕੇ ਆਓ, ਵੈਜੀਟੇਬਲ ਹੋਏ, ਫਰੂਟਸ ਹੋਏ, ਹਾਰਟੀਕਲਚਰ ਹੋਇਆ। ਰਿਪੋਰਟ ਤੇ ਕੋਈ ਉਸ ਤਰ੍ਹਾਂ ਹੀ ਪਈ ਰਹੀ। ਉਸ ਤੋਂ ਬਾਅਦ 2003-04 ਫਿਰ ਇੱਕ ਸੈਕਿੰਡ ਰਿਪੋਰਟ ਆਈ ਜਿਹਦੇ 'ਚ ਫਿਰ ਜੌਲ ਕਮੇਟੀ ਨੇ ਰਿਕਮੈਂਡ ਕੀਤਾ ਕਿ ਅਰਾਊਂਡ 1 ਮਿਲੀਅਨ ਹੈਕਟੇਅਰ ਜੇ ਆਪਾਂ ਰਾਈਸ ਤੋਂ ਹਟਾ ਕੇ ਕ੍ਰੌਪਸ ਦੇ ਅੰਡਰ ਲੈ ਆਈਏ ਤਾਂ ਉਹ ਸਿਸਟਮ ਸਸਟੇਨੇਬਲ ਹੈਗਾ, ਕਿਉਂਕਿ 30 ਆਪਣੇ ਕੋਲ ਤਕਰੀਬਨ 30 ਲੱਖ ਮਿਲੀਅਨ ਹੈਕਟੇਅਰ ਇੰਡੀਆ ਅੰਡਰ ਰਾਈਸ ਹੈਗਾ ਇਸ ਵੇਲੇ। ਆਪਾਂ ਡਾਇਵਰਸੀਫਿਕੇਸ਼ਨ ਦੀ ਗੱਲ ਕਰ ਰਹੇ ਹਾਂ, ਜੇ ਆਪਾਂ ਡੇਟਾ ਦੇਖੀਏ ਹਰ ਸਾਲ ਰਾਈਸ ਦਾ ਏਰੀਆ ਵਧ ਰਿਹਾ ਹੈ, ਸਪਾਈਟ ਕਿ ਗਵਰਨਮੈਂਟ ਹਰ ਸਾਲ ਕਹਿ ਰਹੀ ਹੈ ਕਿ ਇਹਨੂੰ ਘਟਾਈਏ, ਹਰ ਸਾਲ ਵਧ ਰਿਹਾ, ਪਿਛਲੇ ਸਾਲ ਵੀ ਵਧਿਆ। ਸੋ ਉਹ 30 ਲੱਖ ਚੋਂ 10 ਲੱਖ ਜੌਲ ਕਮੇਟੀ ਨੇ 2003 ਚ ਕਿਹਾ ਸੀ ਕਿ ਆਪਾਂ 1 ਮਿਲੀਅਨ ਹੈਕਟੇਅਰ ਜੇ ਰਾਈਸ ਨੂੰ ਰਿਪਲੇਸ ਕਰ ਲਈਏ ਦੂਜੀ ਕ੍ਰੌਪਸ ਨਾਲ ਤਾਂ ਅਸੀਂ ਬਾਕੀ ਦਾ ਸਸਟੇਨ ਕਰ ਸਕਦੇ ਹਾਂ। ਅਫਕੋਰਸ ਉਹਦੇ ਬਾਸਮਤੀ ਨਾਲ ਮਿਕਸ ਕਰਕੇ ਰਾਈਸ ਦੇ ਨਾਲ, ਬਟ ਉਹ ਵੀ ਤੁਸੀਂ ਦੇਖ ਲਓ ਜਿਵੇਂ ਮੈਂ ਦੱਸ ਰਿਹਾ ਕਿ ਉਹ ਸਾਰਾ ਏਰੀਆ ਰਾਈਸ ਦਾ ਵਧ ਰਿਹਾ ਹੈ। ਸੋ ਹੁਣ ਇਸ ਵੇਲੇ ਦਿਸ ਇਜ਼ ਦ ਰਾਈਟ ਟਾਈਮ, ਹੁਣ ਤਾਂ ਪਾਣੀ ਸਿਰ ਤੋਂ ਲੰਘਣ ਵਾਲਾ ਗੱਲ ਹੋਈ ਪਈ ਹੈ। ਸੋ ਆਪਾਂ ਡਿਵਰਸੀਫਿਕੇਸ਼ਨ ਦੀ ਗੱਲ ਕਰੀਏ, ਆਪਣੇ ਕੋਲ ਆਪਸ਼ਨਸ ਟਾਈਮ ਤੇ PAU ਵੱਲੋਂ, ਐਕਸਪਰਟਸ ਵੱਲੋਂ, ਪਾਲਿਸੀ ਮੇਕਰਸ ਨੂੰ ਰਿਪੋਰਟਸ ਡਿਫਰੈਂਟ ਸਬਮਿਟ ਹੁੰਦੀਆਂ ਰਹੀਆਂ। ਸੋ ਉਹਦੇ 'ਚ ਆਪਾਂ ਆਲਟਰਨੇਟਿਵ ਅਸੀਂ PAU ਤੋਂ ਵੀ ਦਿੱਤਾ, ਵੈਜੀਟੇਬਲ ਦਾ, ਹਾਰਟੀਕਲਚਰ ਦਾ, ਪਲਸਿਸ ਦਾ, ਆਇਲ ਸੀਡ ਦਾ, ਮੈਡੀਸਿਨਲ ਕ੍ਰੌਪਸ ਦਾ, ਐਪੀਕਲਚਰ, ਡੇਅਰੀ ਫਾਰਮਿੰਗ, ਡੇਅਰੀ ਹਸਬੈਂਡਰੀ, ਐਕਵਾਕਲਚਰ, ਕਾਫੀ ਅਲਟਰਨੇਟਿਵ ਦਿੱਤੇ, ਪੋਲਟਰੀ ਫਾਰਮਿੰਗ ਹੋ ਗਈ। ਬਟ ਉਹ ਗਵਰਨਮੈਂਟ ਦੀ ਜਿਹੜੀਆਂ ਪਾਲਿਸੀਜ਼ ਦੇ ਵਿੱਚ ਗਰਾਊਂਡ ਲੈਵਲ ਤੇ ਕਦੇ ਵੀ ਅੱਛੀ ਤਰ੍ਹਾਂ ਇੰਪਲੀਮੈਂਟ ਨਹੀਂ ਹੋਇਆ। ਹਾਲ ਦੇਖ ਲਓ ਕਿ ਰਾਈਸ ਦਾ ਏਰੀਆ ਉਨਾ ਹੀ ਹੈ ਤੇ ਵਧਿਆ। ਹੁਣ ਇਸ ਮੂਵਮੈਂਟ ਦੇ ਉੱਤੇ ਬੜੀ ਚੇਂਜ ਲਿਆਉਣ ਦੀ ਲੋੜ ਹੈ, ਰੀਥਿੰਕਿੰਗ ਦੀ ਲੋੜ ਹੈ, ਰੀਇਨਵੈਂਟ ਕਰਨ ਦੀ ਲੋੜ ਹੈ ਸਾਰੀ ਪਾਲਿਸੀ, ਔਰ ਬੜੇ ਸੀਰੀਅਸ ਲੈਵਲ ਤੇ ਕਰਨ ਦੀ ਲੋੜ ਹੈ। ਸੋ ਇਸ ਵੇਲੇ ਜਿਹੜਾ ਰੋਲ ਹੋਏਗਾ ਨਾ ਜੀ, ਜਿਸ ਤਰ੍ਹਾਂ ਪਹਿਲਾਂ ਐਗਰੀਕਲਚਰ ਦੇ ਵਿੱਚ ਰੋਲਸ ਜਿਹੜਾ ਸੀਗਾ, ਤੁਹਾਨੂੰ ਦੱਸਿਆ ਹਾਈ ਯੀਲਡਿੰਗ ਵੈਰਾਈਟੀਜ਼ ਆ ਗਈਆਂ, ਫਰਟੀਲਾਈਜ਼ਰ ਤੇ ਇਨਪੁਟ ਰਿਸਪੌਂਸਿਵ ਸੀਗੀਆਂ, ਬਟ ਐਟ ਦਿਸ ਮੂਮੈਂਟ ਪ੍ਰੋਡਕਸ਼ਨ ਇਜ਼ ਐਟ ਅ ਪਲੇਟਿਊ। ਰਾਈਸ ਰਿਪਲੇਸ ਕਰਨਾ ਹੈ ਦੂਜੀਆਂ ਕ੍ਰੌਪਸ ਨਾਲ। ਪਹਿਲੀ ਗੱਲ ਤਾਂ ਆਫਕੋਰਸ ਜਿਹੜਾ ਫੋਕਸ ਇਸ ਵੇਲੇ ਚਾਹੀਦਾ ਉਹ ਸਮਾਲ ਫਾਰਮਰ ਤੇ ਚਾਹੀਦਾ, ਕਿ ਮਾਰਜਨਲ ਫਾਰਮਰ ਹੈਗੇ 80-85% ਸਮਾਲ ਫਾਰਮਰ ਦੇ ਉੱਤੇ, ਉਹਨੂੰ ਕਿਸ ਤਰ੍ਹਾਂ ਸਪੋਰਟ ਦੇਣੀ ਹੈ ਅਸੀਂ। ਜਿਹੜਾ ਫੋਕਸ ਇਸ ਵੇਲੇ ਚਾਹੀਦਾ, ਜਿਹੜੇ ਐਗਰੀਕਲਚਰ ਨਾਲ ਰਿਲੇਟਡ ਜਿਹੜੇ ਫੀਲਡ ਜਿਹੜੇ ਇਸ ਵੇਲੇ ਇਹਨਾਂ ਦਾ ਰੋਲ ਹੈਗਾ, ਉਹ ਮੈਂ ਸਮਝਦਾ ਐਗਰੀਕਲਚਰ ਇਕਨੋਮਿਕਸ, ਐਗਰੀ ਬਿਜ਼ਨਸ, ਐਗਰੀਕਲਚਰ ਮਾਰਕੀਟਿੰਗ, then farm management, environmental sciences, social sciences, social sciences, food sciences, food science ਦੇ ਵਿੱਚ ਇਸ ਤਰ੍ਹਾਂ food science ਦੇ food production, food processing, food technology, then ਇਸ ਤਰ੍ਹਾਂ agriculture metrology। ਇਸ ਵੇਲੇ ਆਪਣੇ ਕੋਲ 2 ਐਕਸਪਰਟ ਹੈਗੇ ਆ, ਡਾਕਟਰ ਭੁਪਿੰਦਰ ਸਿੰਘ ਐਗਰੀ ਇਕਨੋਮਿਕਸ ਫਾਰਮ ਮੈਨੇਜਮੈਂਟ ਦੇ ਐਕਸਪਰਟ ਆਪਣੇ ਕੋਲ ਅੱਜ ਪੈਨਲ 'ਚ ਹੈਗੇ ਆ, ਮੈਡਮ ਪ੍ਰਭਜੋਤ ਹੈਗੇ ਆ ਜਿਹੜੇ ਐਗਰੋ ਮੈਟਰੋਲੋਜੀ ਡਿਪਾਰਟਮੈਂਟ PAU 'ਚ ਹੈਗੇ। ਕਲਾਈਮੇਟ ਚੇਂਜ ਜਿਹੜਾ ਬੜਾ ਜ਼ਰੂਰੀ ਹੈ ਇਸ ਵੇਲੇ, ਟੂ ਬਰੀਡ ਕਲਾਈਮੇਟ ਰੈਸੀਲੀਐਂਟ ਕ੍ਰੌਪਸ ਜਿਹੜੀਆਂ ਰਾਈਸ ਨੂੰ ਰਿਪਲੇਸ ਕਰਨ, ਇਹ ਵੀ ਬੜਾ ਚੈਲੰਜ ਹੈਗਾ ਇਸ ਵੇਲੇ। ਐਂਡ ਜੇ ਆਪਾਂ ਇਸ ਤੋਂ ਅੱਗੇ ਜਾਈਏ, ਜਿਹੜਾ ਹੁਣ ਕਮਿੰਗ ਥਿੰਗ ਜਿਹੜੀ ਆ ਰਹੀ ਹੈ, ਦੈਟ ਇਜ਼ ਇੱਕ ਹੋਰ ਚੀਜ਼ ਆ ਰਹੀ ਹੈ, ਪ੍ਰੈਸੀਜਨ ਐਗਰੀਕਲਚਰ, ਜਿਹਦੇ ਵਿੱਚ GPS, GIS, ਰੋਬੋਟਿਕਸ, then satellite photography, remote sensing, then automated irrigation, fertilizer, softwares aa gaye hai, and all these can be accessed through the smartphones. हरेक बंदे को आजकल smartphone हैगा, चाहे वो marginal farmer है. So these subjects or these lines, they are going to play a crucial role now, and they have to. जे ये चीज़ां ਆਪਾਂ नहीं लियावांगे, change नहीं लियावांगे, एग्रीकल्चर इकनॉमिक्स, एग्री बिजनेस ਜਿਹੜੇ ਮੈਂ ਸਾਰੇ ਸਮ ਅਪ ਕੀਤੇ ਆ,
ਜਿਹੜੇ ਮਾਡਰਨ ਟੂਲਸ ਹੈ, ਆਫ ਕੋਰਸ ਇਹਦੇ ਲਈ ਗਵਰਨਮੈਂਟ ਸਪੋਰਟ ਦੀ ਲੋੜ ਹੈ, ਬਟ ਇੱਕ ਸਮਾਰਟਫੋਨ ਤਾਂ ਹਰੇਕ ਫਾਰਮਰ ਕੋਲ ਹੁੰਦਾ ਹੈ। ਸੋ ਇਹ ਸਾਰੀਆਂ ਚੀਜ਼ਾਂ ਲਿਆ ਕੇ ਸਮਾਲ ਫਾਰਮਰ ਨੂੰ ਫੋਕਸ ਕਰਕੇ ਪਾਲਿਸੀ ਬਣੇ, ਸੋ ਐਂਡ ਇਕਨੋਮਿਕਲੀ ਵਾਇਬਲ, environmentally sustainable, these two things। ਹਾਂਜੀ, ਇਕਨੋਮਿਕਲੀ ਵਾਇਬਲ ਤਾਂ ਬਹੁਤ ਹੀ ਜ਼ਰੂਰੀ ਹੈਗਾ, ਕਿਉਂਕਿ ਇੱਕ ਸਮਾਲ ਫਾਰਮਰ ਲਈ ਬਹੁਤ ਮੁਸ਼ਕਲ ਹੈ ਕਿ ਚੇਂਜ ਜਿਹੜੀ ਹੈਗੀ ਹੀ ਇਜ਼ ਯੂਜ਼ਡ ਟੂ ਸਮਥਿੰਗ, ਉਹ ਚੇਂਜ ਮੋਟੀਵੇਟ ਕਿਵੇਂ ਕਰਨੀ ਹੈ। ਹਾਂਜੀ, ਜੋਲ ਕਮੇਟੀ ਨੇ ਜਿਹੜੀ ਸੈਕੰਡ ਰਿਪੋਰਟ ਦਿੱਤੀ ਸੀ ਨਾ ਜੀ, ਉਹਨਾਂ ਨੇ ਰਾਈਸ ਦਾ ਰਿਪਲੇਸ ਕਰਨ ਲਈ ਕਿਹਾ ਸੀ, ਦੇ ਰਿਕਮੈਂਡਡ 5000 rupees per acre compensation to the farmers who does not grow rice, ਇਹ ਇਕਨੋਮਿਕਲੀ ਵਾਇਬਲ ਬਣਾਉਣ ਲਈ, ਕਿਉਂਕਿ ਜੋ ਦੂਸਰੀਆਂ ਕ੍ਰੌਪਸ ਆ, ਇਟ ਵਾਸ ਫਾਊਂਡ ਕਿ ਇਕਨੋਮਿਕਲੀ ਉਨੀਆਂ ਵਾਇਬਲ ਨਹੀਂ ਸੀਗੀਆਂ ਉਸ ਵੇਲੇ ਜੀ। ਜਾਂ ਤਾਂ ਗਵਰਨਮੈਂਟ ਪ੍ਰਾਈਸ ਜ਼ਿਆਦਾ ਦੇਵੇ, ਸਪੋਰਟ ਜ਼ਿਆਦਾ ਦੇਵੇ, ਜਾਂ ਇਨ ਫਾਰਮ ਆਫ ਮੋਨਿਟਰੀ ਸਪੋਰਟ ਦੇਵੇ। I have a question. जी, sorry, Dr. Bains, एक तो थोड़ा इंटरनेट बहुत क्रैक हो रहा है, the voice is breaking a lot, थोड़ा जा, हाँ जी, ते जेड़ा तुसी, I think I would like to bring Dr. Prabjot Kaur ji, तुसी अपने ideas mention कीता, as Dr. Bains has mentioned about the climate change, किस तरह over the world we can see that there is so much climate change, you know, things are completely gone haywire in terms of global environmental change. So what are your thoughts on that? ਤੇ ਆਪਾਂ ਕਿਸ ਤਰ੍ਹਾਂ farmers ਨੂੰ ਇੱਕ ਤਾਂ education ਤੇ awareness ਦੇ ਸਕਦੇ ਹਾਂ, ਤੇ ਤੁਹਾਡੇ ਹਿਸਾਬ ਨਾਲ tell us a little bit about how we can educate the farmers and also ਕਿਸ ਤਰ੍ਹਾਂ ਆਪਾਂ ਉਹਨਾਂ ਨੂੰ support ਕਰ ਸਕਦੇ ਹਾਂ, keeping in view the climate change। ਪਹਿਲੇ ਤਾਂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, and thank you for giving me the opportunity। ਜਿਸ ਤਰ੍ਹਾਂ ਡਾਕਟਰ ਬੈਂਸ ਦੱਸ ਰਹੇ ਸੀ ਕਿ ਐਗਰੀਕਲਚਰ ਅਸੀਂ ਆਪਣੇ ਹਰ ਤਰ੍ਹਾਂ ਦੇ ਫਾਰਮਰ ਨੂੰ, ਲਾਰਜ ਸਕੇਲ ਹੋਵੇ ਜਾਂ ਮਾਰਜਨਲ ਫਾਰਮਰ ਹੋਵੇ, ਉਹਨੂੰ ਅਸੀਂ ਸਪੋਰਟ ਕਰਨੀ ਹੈ। ਕ੍ਰੌਪ ਉਹਨੇ ਭਾਵੇਂ ਕੋਈ ਵੀ ਗਰੋ ਕਰਨੀ ਹੋਵੇ, ਉਹਦੇ ਵਿੱਚ ਜਿਹੜਾ ਮੌਸਮ ਹੈ ਉਹਦੀ ਇਨਪੁਟ ਇਜ਼ ਵੈਰੀ ਇੰਪੋਰਟੈਂਟ। ਹਾਂਜੀ, ਕਿਉਂਕਿ ਜਦੋਂ ਵੀ ਕਿਤੇ ਮੌਸਮ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਵੀ ਆ ਜਾਂਦੀ ਜਾਂ ਤਬਦੀਲੀ ਆ ਜਾਂਦੀ ਹੈ, ਤਾਂ ਦੈਨ ਐਵਰੀਥਿੰਗ ਗੋਜ਼ ਹੇਵਾਇਰ। ਜਿਸ ਤਰ੍ਹਾਂ ਜੇ ਕਣਕ ਹੈ, ਕਣਕ ਜੇ ਸਾਡੀ ਬਹੁਤ ਵਧੀਆ ਫਸਲ ਖੜੀ ਹੈ, ਪਰ ਜੇ ਮਾਰਚ ਮਹੀਨੇ ਦੇ ਵਿੱਚ ਜਾਂ ਫਰਵਰੀ ਮਹੀਨੇ 'ਚ ਬਾਰਿਸ਼ਾਂ ਜ਼ਿਆਦਾ ਹੋ ਜਾਣ, ਗੜੇਮਾਰੀ ਹੋ ਜਾਏ ਜਾਂ ਹਵਾਵਾਂ ਤੇਜ਼ ਚੱਲਣ, ਤਾਂ ਉਹਦੇ ਨਾਲ ਸਾਡੀ ਜਿਹੜੀ ਬੜਾ ਵਧੀਆ ਫਸਲ ਹੁੰਦੀ ਹੈ ਉਹਦਾ ਵੀ ਬਹੁਤ ਨੁਕਸਾਨ ਹੋ ਜਾਂਦਾ ਹੈ। ਸੋ ਜੇ ਅਸੀਂ ਸਾਇੰਸ ਦੀ ਗੱਲ ਕਰੀਏ ਤਾਂ ਇਸ ਵੇਲੇ ਮੌਸਮ ਦੀ ਜਾਣਕਾਰੀ ਜਿਹੜੀ ਹੈ, ਜਿਹਨੂੰ ਅਸੀਂ ਵੈਦਰ ਫੋਰਕਾਸਟ ਕਹਿੰਦੇ ਹਾਂ, ਉਹ ਫਾਰਮਰਸ ਵਾਸਤੇ ਇਟ ਇਜ਼ ਅਵੇਲੇਬਲ ਐਟ ਬਲਾਕ ਲੈਵਲ। ਜਿਹੜਾ ਇੰਡੀਆ ਮੈਟਰੋਲੋਜੀਕਲ ਡਿਪਾਰਟਮੈਂਟ ਹੈ ਨੈਸ਼ਨਲ ਲੈਵਲ ਤੇ, ਉਹਨਾਂ ਨੇ ਉਹਨਾਂ ਦੇ ਨੂਮੈਰੀਕਲ ਵੈਦਰ ਪ੍ਰਿਡਿਕਸ਼ਨ ਮਾਡਲਸ ਨੇ, ਉਹਨਾਂ ਦੇ ਰਾਹੀਂ ਉਹਨਾਂ ਨੇ ਅੱਜ ਕੱਲ ਬਲਾਕ ਲੈਵਲ ਵੈਦਰ ਫੋਰਕਾਸਟ ਦਿੰਦੇ ਆ ਆਉਣ ਵਾਲੇ 4 ਤੋਂ 5 ਦਿਨ ਦੀ। ਐਂਡ ਉਹ ਇਨਫੋਰਮੇਸ਼ਨ ਜਿਹੜੀ ਹੁੰਦੀ ਹੈ ਅਸੀਂ PAU ਐਂਡ PAU ਦੇ ਨੈਟਵਰਕ ਦੇ ਥਰੂ ਆਪਣੇ ਸਾਰੇ ਡਿਸਟ੍ਰਿਕਟ ਵਾਈਜ਼ ਦੇ ਰਹੇ ਹਾਂ। ਸੋ ਜੇ ਤੁਸੀਂ ਇਸ ਜਿਹੜੀ ਇਹ ਫੈਸਿਲਿਟੀ ਹੈ ਜਾਂ ਜਿਹੜੀ ਅਸੀਂ ਇਹ ਸੇਵਾ ਦੇ ਰਹੇ ਹਾਂ, ਇਹਦਾ ਵੱਧ ਤੋਂ ਵੱਧ ਫਾਇਦਾ ਉਠਾਓਗੇ ਤਾਂ ਤੁਸੀਂ ਆਪਣੀ ਜਿਹੜੀ ਫਸਲ ਹੈ ਉਹਦੀ ਕਾਫੀ ਹੱਦ ਤੱਕ ਉਹਦੇ ਵਿੱਚ ਜਿਹੜੇ ਮੌਸਮ ਦੇ ਕਾਰਨ ਕੁਛ ਨੁਕਸਾਨ ਹੋ ਸਕਦੇ ਨੇ ਜਾਂ ਹੁੰਦੇ ਨੇ, ਉਹਨੂੰ ਅਸੀਂ ਘਟਾ ਵੀ ਸਕਦੇ ਹਾਂ ਕਿਸੇ ਹੱਦ ਤੱਕ। ਐਂਡ ਜਿਹੜੇ ਅਸੀਂ ਕਈ ਵਾਰੀ ਸਾਡੇ ਖਰਚੇ ਵੇਸਟ ਹੋ ਜਾਂਦੇ ਨੇ, ਜਿਸ ਤਰ੍ਹਾਂ ਕਿ ਜੇ ਅਸੀਂ ਕੋਈ ਫਸਲ ਨੂੰ ਸਪਰੇ ਦੇਣੀ ਸੀ, ਪਰ ਜੇ ਫੋਰਕਾਸਟ ਹੈਗੀ ਹੈ ਕਿ ਆਉਣ ਵਾਲੇ 2 ਦਿਨ ਜਾਂ 3 ਦਿਨ 'ਚ ਤੁਹਾਡੇ ਰੀਜਨ ਦੇ ਵਿੱਚ ਜਾਂ ਤੁਹਾਡੇ ਬਲਾਕ ਦੇ ਵਿੱਚ ਬਾਰਿਸ਼ ਦੀ ਫੋਰਕਾਸਟ ਹੈ, ਤਾਂ ਉਹ ਬੈਟਰ ਹੁੰਦਾ ਹੈ ਕਿ ਤੁਸੀਂ ਉਹ ਜਿਹੜੀ ਸਪਰੇ ਕਰਨੀ ਹੈ ਜਾਂ ਉਹ ਜਿਹੜੀ ਵੀ ਕੋਈ ਫਰਟੀਲਾਈਜ਼ਰ ਐਡ ਕਰਨਾ ਜਾਂ ਕੁਛ ਵੀ ਤੁਸੀਂ ਇਨਪੁਟ ਐਡ ਕਰਨੀ ਹੈ, ਉਹਨੂੰ ਤੁਸੀਂ 2-4 ਦਿਨ ਤੁਸੀਂ ਜੇ ਡਿਲੇ ਕਰ ਦੋਗੇ ਤਾਂ ਉਹਦੇ ਨਾਲ ਸਾਡੀ ਇਨਪੁਟ ਜਿਹੜੀ ਹੈ ਉਹ ਸੇਵ ਹੋ ਜਾਂਦੀ ਹੈ, ਉਹ ਵੇਸਟ ਨਹੀਂ ਜਾਂਦੀ ਹੈ। ਤੋ ਖੇਤੀ ਜਿਹੜੀ ਹੈ ਆਲਰੇਡੀ ਇਸ ਵੇਲੇ ਕਾਫੀ ਇੱਕ ਇਹੋ ਜਿਹਾ ਫੀਲਡ ਹੋ ਗਿਆ ਹੈ ਕਿ ਜਿਹਦੇ ਵਿੱਚ ਸਾਨੂੰ ਖਰਚੇ ਘਟਾਉਣ ਦੀ ਲੋੜ ਹੈ। ਸੋ ਮੌਸਮ ਦੀ ਜਾਣਕਾਰੀ ਵਰਤ ਕੇ ਫਾਰਮਰਸ ਜਿਹੜੇ ਨੇ, ਸਾਡੇ ਕਿਸਾਨ ਜਿਹੜੇ ਨੇ, ਉਹ ਆਪਣੇ ਖਰਚੇ ਘਟਾ ਸਕਦੇ ਨੇ ਤੇ
ਮੇਰੇ ਹਿਸਾਬ ਨਾਲ ਪੈਨੀ ਸੇਵਡ ਇਜ਼ ਅ ਪੈਨੀ ਅਰਨਡ, ਜਿਹਨੂੰ ਆਪਾਂ ਕਹਿੰਦੇ ਆ ਕਿ ਜੇ ਅਸੀਂ ਇੱਕ ਪੈਸਾ ਅਸੀਂ ਬਚਾ ਲਿਆ ਤਾਂ ਉਹੀ ਅਸੀਂ ਉਹਦਾ ਮੁਨਾਫਾ ਵੀ ਹੋ ਗਿਆ। ਸੋ ਜਿਹੜੇ ਅੱਜ ਡਿਸਕਸ਼ਨ ਦੇ ਵਿੱਚ ਸਾਡੇ ਇੱਕ ਬੜੇ ਅਗਾਂਹਵਧੂ ਫਾਰਮਰ ਪਲਵਿੰਦਰ ਸਿੰਘ ਜੀ ਨੇ, ਉਹ ਆਏ ਨੇ ਐਂਡ ਉਹ ਇਸ ਜਾਣਕਾਰੀ ਨੂੰ ਬਹੁਤ, ਅਸੀਂ ਉਹਨਾਂ ਨੂੰ ਜਾਣਕਾਰੀ ਦਿੰਦੇ ਆ, ਉਹ ਅੱਗੇ ਦਿੰਦੇ ਆ। ਉਹ ਕਿਸ ਤਰ੍ਹਾਂ ਦਿੰਦੇ ਆ, ਉਹ ਹੀ ਵਿਲ ਬੀ ਡਿਸਕਸਿੰਗ ਵਿਦ ਯੂ। ਬਟ PAU ਦਾ ਇਸ ਵੇਲੇ ਨੈਟਵਰਕ ਬਹੁਤ ਅੱਛਾ ਬਣਿਆ ਹੋਇਆ ਹੈ। ਪੰਜਾਬ ਰਾਜ ਦੇ ਵਿੱਚ ਸਾਡੇ ਲਾਗੇ ਦਾ ਜਿਹੜਾ ਵੀ ਕੋਈ ਰੀਜਨਲ ਸਟੇਸ਼ਨ ਹੈ, ਕੋਈ ਕ੍ਰਿਸ਼ੀ ਵਿਗਿਆਨ ਕੇਂਦਰ ਹੈ, ਕੋਈ ਫਾਰਮ ਐਡਵਾਈਜ਼ਰੀ ਸੈਂਟਰ ਹੈ, ਤੁਸੀਂ ਉੱਥੇ ਜਾ ਕੇ ਆਪਣਾ ਮੋਬਾਈਲ ਨੰਬਰ ਰਜਿਸਟਰ ਕਰਾ ਸਕਦੇ ਹੋ। ਜੇ ਤੁਸੀਂ ਉੱਥੇ ਆਪਣਾ ਨੰਬਰ ਰਜਿਸਟਰ ਕਰਾਉਂਦੇ ਹੋ ਤਾਂ ਜਿਹੜੀ ਅਸੀਂ ਤੁਹਾਨੂੰ ਆਉਣ ਵਾਲੀ 4 ਦਿਨ ਦੀ ਫੋਰਕਾਸਟ ਦਿੰਦੇ ਆ, ਉਹ ਤੁਹਾਨੂੰ ਮਿਲ ਜਾਂਦੀ ਹੈ। ਸੋ ਅਕੋਰਡਿੰਗਲੀ ਤੁਸੀਂ ਉਹਦੇ ਆਪਣੀ ਜਿਹੜੀ ਖੇਤੀ ਦੇ ਜਿਹੜੇ ਵੀ ਤੁਸੀਂ ਉਸ ਹਫਤੇ ਦੇ ਕਰਨੇ ਸੀ ਆਪਰੇਸ਼ਨਸ, ਉਹਨੂੰ ਤੁਸੀਂ ਮੈਨੇਜ ਕਰ ਸਕਦੇ ਹੋ। PAU ਦੀ ਇੱਕ PAU ਕਿਸਾਨ ਐਪ ਬਣਾਈ ਹੈ। ਉਹ PAU ਕਿਸਾਨ ਐਪ ਤੁਸੀਂ ਆਪਣੇ ਗੂਗਲ ਪਲੇ ਸਟੋਰ ਤੇ ਅਵੇਲੇਬਲ ਹੈ। ਤੁਸੀਂ ਆਪਣੇ ਸਮਾਰਟਫੋਨ ਤੇ ਉਹਨੂੰ ਡਾਊਨਲੋਡ ਕਰ ਸਕਦੇ ਹੋ। ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਜਿਹੜੀ ਫਸਲ ਹੈ, ਉਹਦੇ ਵਿੱਚ ਉਹਦੀ ਹਰ ਤਰ੍ਹਾਂ ਦੀ ਜਾਣਕਾਰੀ ਅਵੇਲੇਬਲ ਹੈ। ਸੋ ਜਿਹੜੀ ਵੀ ਤੁਹਾਨੂੰ ਫਸਲ ਦੇ ਵਿੱਚ ਤੁਸੀਂ ਗਰੋ ਕਰਨਾ ਚਾਹੁੰਦੇ ਹੋ, ਭਾਵੇਂ ਉਹ ਸਬਜ਼ੀ ਦੀ ਫਸਲ ਹੈ, ਭਾਵੇਂ ਉਹ ਆਇਲ ਸੀਡ ਹੈ, ਭਾਵੇਂ ਉਹ ਕੋਈ ਪਲਸ ਕ੍ਰੌਪ ਹੈ, ਜਾਂ ਭਾਵੇਂ ਕਣਕ, ਝੋਨਾ, ਮੱਕੀ, ਕੋਈ ਵੀ ਕ੍ਰੌਪ ਹੈ, ਉਹਦੀ ਸਾਰੀ ਇਨਫੋਰਮੇਸ਼ਨ ਉਹਦੇ ਵਿੱਚ ਅਵੇਲੇਬਲ ਹੁੰਦੀ ਹੈ। ਨਾਲ ਦੇ ਨਾਲ ਉਹਦੇ ਵਿੱਚ ਮੌਸਮ ਦੀ ਜਾਣਕਾਰੀ ਵੀ ਅਵੇਲੇਬਲ ਹੁੰਦੀ ਹੈ। ਫਿਰ PAU ਇੱਕ ਆਪਣਾ ਹਫਤਾਵਾਰ ਖੇਤੀ ਸੰਦੇਸ਼, ਇੱਕ ਡਿਜੀਟਲ ਪੱਤਰਿਕਾ ਕੱਢਦਾ ਹੈ। ਉਹ ਵੀ ਤੁਸੀਂ ਜੇ ਆਪਣਾ ਮੋਬਾਈਲ ਨੰਬਰ ਰਜਿਸਟਰ ਕਰਵਾ ਲੈਂਦੇ ਹੋ ਤਾਂ ਤੁਹਾਨੂੰ ਉਹ ਮਿਲ ਜਾਏਗਾ। ਪਲੱਸ ਜੇ ਤੁਸੀਂ ਨਹੀਂ ਵੀ ਰਜਿਸਟਰ ਕਰਾਉਂਦੇ ਤਾਂ ਤੁਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਵੈਬਸਾਈਟ ਤੇ ਜਾਓ ਤਾਂ ਉੱਥੇ ਲੈਫਟ ਹੈਂਡ ਸਾਈਡ ਤੇ ਇੱਕ ਖੇਤੀ ਸੰਦੇਸ਼ ਕਰਕੇ ਇੱਕ ਆਈਕਨ ਆਉਂਦਾ ਹੈ। ਸੋ ਤੁਸੀਂ ਉਹਨੂੰ ਜੇ ਕਲਿੱਕ ਕਰਦੇ ਹੋ ਤੇ ਉਸ ਹਫਤੇ ਦੀ ਜਿਹੜੀ ਲੇਟੈਸਟ ਮਤਲਬ ਮੈਗਜ਼ੀਨ ਹੈ, ਡਿਜੀਟਲ ਮੈਗਜ਼ੀਨ ਹੈ, ਉਹਦੇ ਵਿੱਚ ਤਕਰੀਬਨ 6-7 ਜਾਂ 8 ਪੇजेस ਹੁੰਦੇ ਨੇ। ਐਂਡ ਉਹਦੇ ਵਿੱਚ ਇੱਕ ਮੌਸਮ ਦੀ ਆਉਣ ਵਾਲੀ ਜਾਣਕਾਰੀ ਹੁੰਦੀ ਹੈ, ਪਲੱਸ ਜੋ ਵੀ ਉਸ ਹਫਤੇ ਦੇ ਪ੍ਰਮੁੱਖ ਫਸਲਾਂ ਹੁੰਦੀਆਂ ਨੇ, ਸਬਜ਼ੀਆਂ ਹੁੰਦੀਆਂ ਨੇ, ਉਹਨਾਂ ਦੇ ਬਾਰੇ ਇਨਫੋਰਮੇਸ਼ਨ ਦਿੱਤੀ ਹੁੰਦੀ ਹੈ। ਸੋ ਬੜੇ ਆਸਾਨ ਤਰੀਕੇ ਨਾਲ ਤੁਸੀਂ ਇਹ ਇਨਫੋਰਮੇਸ਼ਨ ਜਿਹੜੀ ਲੈ ਸਕਦੇ ਹੋ। ਐਂਡ ਅੱਜ ਦੇ ਟਾਈਮ ਦੇ ਵਿੱਚ ਜਦੋਂ ਸਾਡੇ ਫੋਨ ਤੇ ਜੇ ਤੁਹਾਡੇ ਕੋਲ ਜਿਹੜੇ ਸਾਡੇ ਕੋਈ ਬਜ਼ੁਰਗ ਕਿਸਾਨ ਨੇ, ਜੇ ਉਹਨਾਂ ਕੋਲ ਨਹੀਂ ਉਹ ਅਵੇਲੇਬਲ ਸਮਾਰਟਫੋਨ, ਤਾਂ ਉਹਨਾਂ ਦੇ ਘਰ ਵਿੱਚ ਉਹਨਾਂ ਦੇ ਬੱਚੇ ਨੇ, ਉਹਨਾਂ ਦੇ ਕੋਈ ਗ੍ਰੈਂਡ ਚਿਲਡਰਨ ਨੇ, ਉਹਨਾਂ ਕੋਲ ਹੁੰਦਾ ਹੈ। ਉਹ ਉਹਦੇ ਥਰੂ ਤੁਸੀਂ ਉਹ ਜਿਹੜੀ ਇੱਕ ਤੁਹਾਡੇ ਜਸਟ ਫੋਨ ਦੀ ਕਲਿੱਕ ਤੇ ਤੁਹਾਡੇ ਕੋਲ ਇਨਫੋਰਮੇਸ਼ਨ ਅਵੇਲੇਬਲ ਹੈ। ਮੇਰੀ ਤਾਂ ਰਿਕੁਐਸਟ ਇਹ ਹੈ ਕਿ ਸਾਨੂੰ ਉਹ ਲੈਣੀ ਚਾਹੀਦੀ ਹੈ। ਨਾਲੇ ਉਹ ਅਸੀਂ ਫ੍ਰੀ ਸਰਵਿਸ ਦੇ ਰਹੇ ਹਾਂ, ਉਹਦਾ ਕੋਈ ਤੁਹਾਡੇ ਕੋਲ ਚਾਰਜ ਵੀ ਨਹੀਂ ਲੈ ਰਹੇ ਹਾਂ। ਹੋਰ ਕਈ ਪ੍ਰਾਈਵੇਟ ਏਜੰਸੀਜ਼ ਨੇ, ਜੇ ਉਹਨਾਂ ਤੋਂ ਤੁਸੀਂ ਉਹ ਸੇਵਾ ਉਹ ਲੈਂਦੇ ਹੋ ਤਾਂ ਉਹ ਤੁਹਾਨੂੰ ਚਾਰਜ ਕਰਦੇ ਨੇ। ਸੋ ਬੈਟਰ ਹੈ ਕਿ ਜਿਹੜੀ ਇੱਕ ਤੁਹਾਨੂੰ ਤੁਹਾਡੇ ਆਪਣੇ ਪੰਜਾਬ ਸਟੇਟ ਦੇ ਵਿੱਚ ਯੂਨੀਵਰਸਿਟੀ ਇੱਕ ਫ੍ਰੀ ਸਰਵਿਸ ਦੇ ਰਹੀ ਹੈ, ਤੁਸੀਂ ਉਹਦਾ ਵੱਧ ਤੋਂ ਵੱਧ ਫਾਇਦਾ ਉਠਾਓ ਤੇ ਇਹਦੇ ਨਾਲ ਰਲੋ। ਇਸ ਗੱਲ ਦਾ ਤਾਂ ਸਾਨੂੰ ਪਤਾ ਹੀ ਨਹੀਂ ਸੀਗਾ ਡਾਕਟਰ ਸਾਹਿਬ ਕਿ ਇਹ ਇੰਨੀ ਵੱਡੀ ਜਿਹੜੀ ਦੇਣ ਦੇ ਰਹੀ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਇਹਦੇ ਬਾਰੇ ਸਭ ਵੱਧ ਲੋਕਾਂ ਨੂੰ ਦੱਸਣਾ ਚਾਹੀਦਾ ਹੈਗਾ ਕਿ ਐਗਰੀਕਲਚਰ, can you hear me, Sindhu? It's a bit unclear. It's okay. So ਐਗਰੀਕਲਚਰ ਯੂਨੀਵਰਸਿਟੀ ਦਾ ਜਿਹੜਾ ਰੋਲ ਰਿਹਾ ਹੈਗਾ ਆਪਣੇ ਪੰਜਾਬ ਦੇ ਵਿੱਚ ਖੇਤੀਬਾੜੀ ਦੇ ਵਿੱਚ, ਸੋ ਔਰ ਇਹ ਐਪ ਜਿਹੜੀ ਡਿਵੈਲਪ ਕੀਤੀ ਹੈ ਇਹ ਤਾਂ ਬਹੁਤ ਈਜ਼ੀ ਹੈ, ਬਹੁਤ ਸੌਖਾ ਹੈ ਸਾਡੇ ਕਿਸਾਨਾਂ ਨੂੰ ਡਾਊਨਲੋਡ ਕਰਨ ਲਈ। ਤੇ ਡਾਕਟਰ ਸਾਹਿਬ ਕਿੰਨੇ ਕੁ ਲੋਕ ਜੁੜ ਰਹੇ ਹੈਗੇ ਆ ਇਸ ਐਪ ਦੇ ਨਾਲ, ਕੋਈ ਡਾਟਾ ਹੋਊਗਾ ਆਪਣੇ ਕੋਲੇ? ਮੈਡਮ ਮੇਰੇ ਕੋਲ ਐਗਜ਼ੈਕਟ ਫਿਗਰਸ ਨਹੀਂ ਹੈ, ਬਟ ਸਾਡੇ ਬਹੁਤ ਕਿਸਾਨ ਵੀਰ ਜਿਹੜੇ ਨੇ, ਜਿਹੜੇ ਯੂਨੀਵਰਸਿਟੀ ਨਾਲ ਜੁੜੇ ਨੇ, ਉਹ ਵੱਧ ਤੋਂ ਵੱਧ ਇਹਦੇ ਨਾਲ ਜੁੜ ਰਹੇ ਨੇ ਐਂਡ ਇਹਦਾ ਵੱਧ ਤੋਂ ਵੱਧ ਫਾਇਦਾ ਲੈ ਰਹੇ ਨੇ। ਨਾਲ ਦੇ ਨਾਲ ਮੈਂ ਇੱਕ ਐਡ ਕਰਨਾ ਚਾਹੂੰਗੀ ਕਿ ਇਹ ਤੇ PAU ਦੀ ਐਪ ਹੈ, ਇੱਕ ਇੰਡੀਆ ਮੈਟਰੋਲੋਜੀਕਲ ਡਿਪਾਰਟਮੈਂਟ ਦੀ ਵੀ ਐਪ ਹੈ, ਉਹਨੂੰ ਕਹਿੰਦੇ ਆ ਮੌਸਮ ਐਪ। ਠੀਕ ਹੈ ਉਹ ਜੀ, ਵੀ ਤੁਸੀਂ ਡਾਊਨਲੋਡ ਕਰ ਸਕਦੇ ਹੋ ਤੇ ਉਹਦੇ ਉੱਤੇ ਤੁਸੀਂ ਆਪਣਾ ਜਿਹੜਾ ਸਟੇਸ਼ਨ ਹੈ ਨਾ, ਸਪੋਜ਼ਿੰਗ ਮੈਂ ਬਠਿੰਡਾ ਦੀ ਹਾਂ, ਸੋ ਤੁਸੀਂ ਆਪਣਾ ਬਠਿੰਡਾ ਸਟੇਸ਼ਨ ਸਿਲੈਕਟ ਕਰਕੇ ਉਹਦੇ 'ਚ ਵੀ ਜਿਹੜੀ ਫੋਰਕਾਸਟ ਹੈ ਮੌਸਮ ਦੀ ਉਹ ਵੀ ਅਵੇਲੇਬਲ ਹੈ। ਸੋ ਇੱਕ ਮੇਘਦੂਤ ਐਪ ਹੈ,
ਸੋ ਇਸ ਤਰ੍ਹਾਂ ਦੀਆਂ ਅੱਜ ਕੱਲ ਕਾਫੀ ਸਾਰੀਆਂ ਐਪਸ ਨੇ ਜਿਹੜੀਆਂ ਕਿ ਤੁਸੀਂ ਵਰਤ ਸਕਦੇ ਹੋ। ਐਂਡ ਕਿਤੇ ਨਾ ਕਿਤੇ ਜਿਹੜੀਆਂ ਮੌਸਮ ਦੀ ਜਾਣਕਾਰੀ ਹੈ ਇਹ ਥੋੜੀ ਬਹੁਤ ਜਿਸ ਤਰ੍ਹਾਂ ਬਾਰਿਸ਼ ਦੀ ਜਿਵੇਂ ਫੋਰਕਾਸਟ ਹੋਵੇ, ਜਿਵੇਂ ਅੱਜ ਡਾਕਟਰ ਬੈਂਸ ਹੁਣੇ ਕਹਿ ਰਹੇ ਸੀ ਕਿ ਲੁਧਿਆਣੇ 'ਚ ਬਾਰਿਸ਼ ਦੀ ਫੋਰਕਾਸਟ ਹੈ, ਪਰ ਬਾਰਿਸ਼ ਹੋਈ ਨਹੀਂ। ਹਾਲਾਂਕਿ ਲੁਧਿਆਣੇ 'ਚ ਬਾਰਿਸ਼ ਨਹੀਂ ਹੋਈ, ਬਟ ਸਾਡੇ ਨਾਲ ਦੇ ਜਿਹੜੇ ਖੇਤਰ ਹੈਗੇ ਉੱਥੇ ਬਾਰਿਸ਼ ਹੋਈ ਹੈ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਵੀ ਕੋਈ ਵੈਦਰ ਐਬਰੇਸ਼ਨ ਜ਼ਿਆਦਾ ਜਿਹਦੀ ਫੋਰਕਾਸਟ ਹੋਈ ਹੁੰਦੀ ਹੈ, ਜੇ ਉਹਦਾ ਅਸੀਂ ਆਪਣੀ ਜਾਣਕਾਰੀ ਲੈ ਕੇ ਆਪਣੇ ਫਾਰਮ ਆਪਰੇਸ਼ਨ ਨੂੰ ਰੀਸ਼ਡਿਊਲ ਜਾਂ ਕਿਸੇ ਵੀ ਤਰੀਕੇ ਨਾਲ ਰਿਵਾਈਜ਼ ਕਰ ਸਕਦੇ ਹਾਂ ਤਾਂ ਉਹ ਕਾਫੀ ਹੈਲਪਫੁਲ ਹੋ ਜਾਂਦਾ ਹੈ। ਸੋ ਇਹ ਸਾਰੀਆਂ ਐਪਸ ਗੂਗਲ ਪਲੇ ਸਟੋਰ ਤੇ ਅਵੇਲੇਬਲ ਨੇ। ਤੁਸੀਂ PAU ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਵੈਬਸਾਈਟ ਤੇ ਜਾ ਕੇ ਉੱਥੋਂ ਤੁਸੀਂ ਇਹ ਲਿੰਕਸ ਲੈ ਸਕਦੇ ਹੋ, ਉੱਥੋਂ ਵੀ ਡਾਊਨਲੋਡ ਕਰ ਸਕਦੇ ਹੋ। ਠੀਕ ਹੈ ਜੀ, ਬਹੁਤ ਵਧੀਆ। ਥੈਂਕ ਯੂ ਡਾਕਟਰ ਸਾਹਿਬ, ਦਿਸ ਇਜ਼ ਵੈਰੀ ਇਨਫੋਰਮੇਟਿਵ ਐਂਡ ਆਈ ਹੋਪ ਕਿ ਜਿਹੜੇ ਆਪਣੇ ਦਰਸ਼ਕ ਸੁਣ ਰਹੇ ਨੇ ਬਹੁਤ ਹੀ ਯੂਜ਼ਫੁਲ ਇਨਫੋਰਮੇਸ਼ਨ ਸੀ, ਸਾਨੂੰ ਨਹੀਂ ਪਤਾ ਸੀ, ਅਸੀਂ ਇਹਨੂੰ ਪਬਲਿਸਾਈਜ਼ ਕਰਾਂਗੇ as much as we can. I want to actually transition to I know ਕਿ ਪਲਵਿੰਦਰ ਸਿੰਘ ਜੀ, ਕਿਉਂਕਿ ਤੁਹਾਡਾ ਕਾਫੀ ਕਨੈਕਟਡ ਹੈਗਾ ਇਹ ਟੌਪਿਕ ਦੇ ਨਾਲ, ਤੇ ਤੁਸੀਂ ਪਲੀਜ਼ ਦੱਸੋ ਕਿ ਤੁਸੀਂ ਕਿਸ ਤਰ੍ਹਾਂ ਜੁੜੇ ਡਾਕਟਰ ਪ੍ਰਭਜੋਤ ਨਾਲ ਤੇ ਤੁਹਾਨੂੰ ਕਿੰਨਾ ਫਾਇਦਾ ਹੋਇਆ ਹੈ ਇਹਨਾਂ ਦੀ ਐਕਸਪਰਟੀਜ਼ ਔਰ ਇਹਨਾਂ ਦੀ ਨੌਲੇਜ ਦੇ ਨਾਲ। ਥੋੜਾ ਆਪਣਾ ਐਕਸਪੀਰੀਅੰਸ ਦੱਸੋ ਤੇ ਸ਼ੇਅਰ ਕਰੋ ਪਲੀਜ਼। ਹਾਂਜੀ, ਆਵਾਜ਼ ਆ ਰਹੀ ਹੈ ਜੀ, ਆਵਾਜ਼ ਠੀਕ ਆ ਰਹੀ ਹੈ ਜੀ। ਹੈਲੋ, ਹਾਂਜੀ, ਪਹਿਲਾਂ ਤਾਂ ਸਾਰੇ ਜਿਹੜੇ ਗਰੁੱਪ ਦੇ ਵਿੱਚ ਜੁੜੇ ਨੇ ਜੀ, ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਤੇ ਜਿਵੇਂ ਮੈਡਮ ਨੇ ਦੱਸਿਆ ਕਿ ਜਿਹੜੇ ਐਪਸ ਨੇ ਜਾਂ ਜਿਹੜਾ ਸਮਾਰਟਫੋਨ ਆ, ਇਹਨੂੰ ਯੂਜ਼ ਕਰਕੇ ਅਸੀਂ ਕਾਫੀ ਜਿਹੜੇ ਹੈਗੇ ਨੇ ਲਾਹੇ ਲੈ ਸਕਦੇ ਹਾਂ। ਜਿਵੇਂ ਯੂਨੀਵਰਸਿਟੀ ਦੇ ਨਾਲ ਮੈਂ 2000 ਪਲਵਿੰਦਰ ਸਿੰਘ ਜੀ ਵੀਡੀਓ ਔਨ ਕਰਿਓ ਤੇ ਤੁਹਾਡੀ ਆਵਾਜ਼ ਕੱਟ ਗਈ ਹੈ। I don't know where he is, I can't see him. Like he's lost touch. ਹੁਣ ਆਏ ਪਲਵਿੰਦਰ। ਹੈਲੋ, ਹਾਂਜੀ ਹਾਂਜੀ, ਬੈਟਰ ਹਾਂਜੀ। ਤੇ ਉਹ ਜਿਹੜਾ ਮੈਂ ਦੱਸ ਰਿਹਾ ਸੀਗਾ ਵੀ ਜਿੱਦਾਂ ਮੌਸਮ ਦੀ ਜਾਣਕਾਰੀ ਆ, ਇਸ ਜਿਹੜਾ ਆਪਾਂ ਕਹਿੰਦੇ ਕਲਾਈਮੇਟ ਚੇਂਜ ਹੋ ਰਿਹਾ ਜੀ, ਉਹਦੇ ਵਿੱਚ ਮੌਸਮ ਦੀ ਜਾਣਕਾਰੀ ਦਾ ਕਿਸਾਨਾਂ ਨੂੰ ਹੁਣ ਬਹੁਤ ਜ਼ਰੂਰੀ ਹੋ ਗਿਆ। ਜਿੱਦਾਂ ਆਪਾਂ ਸਪਰੇਅ ਕਰਨੀ ਆ, ਜਿੱਦਾਂ ਹੁਣ ਸਪਰੇਅ ਦਾ ਮੌਸਮ ਸੀਗਾ, ਫਿਲਹਾਲ ਝੋਨੇ ਦੇ ਉੱਤੇ ਸਪਰੇਅ ਦੀ ਜ਼ਰੂਰਤ ਸੀਗੀ ਤੇ ਕਿਸਾਨ ਉਹ ਸਪਰੇਅ ਕਰਨ ਵਾਸਤੇ ਪਤਾ ਸੀ ਸਾਰਿਆਂ ਨੂੰ ਵੀ 19 ਤਰੀਕ ਤੋਂ ਲੈ ਕੇ 24 ਤਰੀਕ ਤੱਕ ਜਿਹੜਾ ਮੌਸਮ ਦਾ ਮੀਂਹ ਪੈਣ ਦੀ ਸੰਭਾਵਨਾ ਹੈ। ਤਾਂ ਕਾਫੀ ਜਿਹੜੇ ਕਿਸਾਨਾਂ ਮੈਨੂੰ ਵੀ ਫੋਨ ਆਉਂਦੇ ਸੀਗੇ ਵੀ ਪਲਵਿੰਦਰ ਸਪਰੇਅ ਕਰ ਦਈਏ ਜਾਂ ਹਲੇ ਅਟਕ ਜਾਈਏ। ਇਹਦੇ ਵਿੱਚ ਦੋ ਚੀਜ਼ਾਂ ਦਾ ਬੈਨੀਫਿਟ ਮਿਲਿਆ ਜੀ। ਇੱਕ ਤਾਂ ਅਨਨੈਸੈਸਰੀ ਸਪਰੇਅ ਤੋਂ ਬਚਾਅ ਹੋ ਗਿਆ, ਦੂਜਾ ਜਿਹੜਾ ਸਪਰੇਅ ਦੇ ਉੱਤੇ ਖਰਚਾ ਆਉਣਾ ਸੀ ਉਹ ਤੋਂ ਵੀ ਬਚਾਅ ਹੋ ਗਿਆ ਜੀ। ਇਹ ਤੋਂ ਬਿਨਾਂ ਜਿਹੜਾ ਯੂਨੀਵਰਸਿਟੀ ਨਾਲ ਜੁੜਨ ਦੀਆਂ ਜਿਹੜੀਆਂ ਗੱਲਾਂ ਨੇ, ਐਪਸ ਹੈਗੀਆਂ ਨੇ ਜੀ, ਜਾਂ ਯੂਨੀਵਰਸਿਟੀ ਨੇ ਇੱਕ ਕਿਸਾਨ ਦੂਤ ਬਣਾਏ ਹੋਏ ਨੇ ਜੀ, ਉਹ ਮੇਲ ਆਉਂਦੀ ਆ, ਉਹਦੇ ਵਿੱਚ ਉਹਨੂੰ ਜਿਹੜੀ ਦੱਸਿਆ ਜਾਂਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਕੀ ਕੀ ਕੰਮ ਕਰਨੇ ਨੇ। ਤੇ ਇਸ ਤੋਂ ਬਿਨਾਂ ਜਿਵੇਂ ਸਾਨੂੰ ਥੋੜਾ ਜਿਹਾ ਸਾਇੰਸ ਦੇ ਨਾਲ ਨਾਲ ਪੁਰਾਣੇ ਤੱਥ ਜਿੱਦੇ ਬਜ਼ੁਰਗ ਨੇ ਉਹਨਾਂ ਦਾ ਤਜਰਬਾ ਵੀ ਸਾਨੂੰ ਨਾਲ ਨਾਲ ਲੈ ਲੈਣਾ ਚਾਹੀਦਾ। ਜਿੱਦਾਂ ਇੱਕ ਮੈਂ ਦੇਸੀ ਭਾਸ਼ਾ 'ਚ ਤੁਹਾਨੂੰ ਦੱਸਾਂਗਾ ਵੀ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਭਾਦੋਂ ਦਾ ਜਿਹੜਾ ਮਹੀਨਾ ਜਿਹੜਾ ਹੁਣ ਆਪਾਂ ਚੱਲ ਰਿਹਾ, ਭਾਦੋਂ ਦੇ ਵਿੱਚ ਇੱਕ ਗੱਠ ਆਉਂਦਾ, ਭਾਦੋਂ ਦਾ ਗੱਠ ਕਹਿੰਦੇ ਨੇ, ਜਿਹਨੂੰ ਮਤਲਬ ਕਹਿ ਸਕਦੇ ਅਸੀਂ ਵੀ ਕੋਈ 20-22 ਤਰੀਕ ਨੂੰ ਬਾਈਆ ਵੀ ਕਹਿੰਦੇ ਸੀ ਉਹਨੂੰ, ਵੀ ਉਹਦੇ ਵਿੱਚ ਇੱਕ ਤੇਜ਼ ਹਨੇਰੀਆਂ ਦੇ ਨਾਲ ਮੀਂਹ ਪੈਂਦਾ ਹੁੰਦਾ ਜੀ। ਉਹਨਾਂ ਹਾਲਾਤਾਂ ਦੇ ਵਿੱਚ ਅਸੀਂ ਝੋਨੇ ਦੀ ਜਾਂ ਜਿਹੜੀ ਵੀ ਫਸਲ ਆ ਉਹਦੀ ਪਲੈਨਿੰਗ ਕਰ ਸਕਦੇ ਹਾਂ ਵੀ ਕੀ ਅਸੀਂ ਪਹਿਲਾਂ ਬਿਜਾਈ ਕਰਨੀ ਆ, ਲੇਟ ਕਰਨੀ ਆ ਜਾਂ ਮਿਡ ਦੇ ਵਿੱਚ ਕਰਨੀ ਆ। ਉਹਦੇ ਵਿੱਚ ਸਾਡਾ ਨੁਕਸਾਨ ਹੋਣ ਤੋਂ ਬਚ ਜਾਂਦਾ। ਪਹਿਲੇ ਸਮੇਂ 'ਚ ਮੈਨੂੰ ਵੀ ਜ਼ਿਆਦਾ ਛੋਟੇ ਹੁੰਦੇ ਜ਼ਿਆਦਾ ਸੀਗੇ, ਕਾਫੀ ਨੁਕਸਾਨ ਹੋ ਜਾਂਦਾ ਸੀਗਾ। ਸਾਇੰਸ ਦੇ ਨਾਲ ਮੈਂ ਕਹਿੰਦਾ ਵੀ ਪੁਰਾਣੇ ਜਿਹੜੇ ਬਜ਼ੁਰਗਾਂ ਨੇ ਉਹਨਾਂ ਦਾ ਵੀ ਇਹ ਸਾਨੂੰ ਤਜਰਬਾ ਲੈ ਲੈਣਾ ਚਾਹੀਦਾ ਜੀ। ਇਸ ਤੋਂ ਬਿਨਾਂ ਜੀ ਜਿਹੜੀ ਕਰਦੇ ਪਲਵਿੰਦਰ ਤੁਹਾਡੀ ਆਵਾਜ਼ ਨਹੀਂ ਸੁਣਦੀ ਸਰ। ਹੁਣ ਆਉਂਦੀ ਹੈ ਜੀ? ਹਾਂਜੀ ਹਾਂਜੀ ਹਾਂਜੀ, ਪਰ
ਇੱਕ ਆਪਾਂ ਨੂੰ ਚਾਹੀਦਾ ਗਵਰਨਮੈਂਟ ਨੂੰ ਕਹੀਏ ਕਿ ਸਾਡੇ ਇੰਟਰਨੈਟ ਠੀਕ ਕਰੇ। ਪਿੰਡਾਂ 'ਚ ਇੰਟਰਨੈਟ ਦੀ ਬੜੀ ਪ੍ਰੋਬਲਮ ਹੈ। Much needed. Can't hear you, Pulvinder. Can't hear you. Chalo, for the time being, let's ask Dr. Bhupinder Singh. Hanji. Till Pulvinder is sorted out. है। Dr. Bhupinder Singh ji ਸਾਡੇ agriculture marketing ਦੇ expert हैं ਤੇ he's an expert in agriculture economics basically, and what we can learn from is how is MSP decided, ਤੇ crop ਦੀ cost ਕਿਵੇਂ ਬਣਦੀ ਹੈਗੀ ਹੈ ਉਹਦੇ ਬਾਰੇ ਜੇ ਸਾਨੂੰ ਦੱਸਣ ਤੇ ਆਪਣੇ ਏਰੀਆ ਆਫ ਵਰਕ ਬਾਰੇ ਦੱਸਣ ਤੇ ਕਿਵੇਂ ਇਹ ਫਾਰਮਰਸ ਨੂੰ ਕੀ ਸਲਾਹ ਦੇਣਗੇ ਇਸ ਬਾਰੇ। ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਜਿੱਦਾਂ ਮੈਡਮ ਸਮਤਾ ਨੇ ਦੱਸਿਆ ਵੀ ਮੈਂ PAU ਸਰਵਿਸਿਜ਼ ਤੋਂ ਰਿਟਾਇਰ ਹੋ ਚੁੱਕਾ 1 ਸਾਲ 4-5 ਮਹੀਨੇ ਪਹਿਲਾਂ, ਔਰ ਫਾਰਮ ਮੈਨੇਜਮੈਂਟ ਜਿਹੜਾ ਮੇਰਾ ਫੀਲਡ ਰਿਹਾ, ਔਰ ਫਾਰਮ ਮੈਨੇਜਮੈਂਟ ਦੇ ਨਾਲ ਫਾਰਮ ਮੈਨੇਜਮੈਂਟ ਐਗਰੀਕਲਚਰ ਇਕਨੋਮਿਕਸ ਦੀ ਇੱਕ ਬ੍ਰਾਂਚ ਹੈ। ਐਗਰੀਕਲਚਰ ਮਾਰਕੀਟਿੰਗ ਮੇਰੀ ਸਪੈਸ਼ਲਾਈਜੇਸ਼ਨ ਨਹੀਂ ਹੈ, ਜਿੱਦਾਂ ਮੈਡਮ ਤੁਸੀਂ ਕਹਿ ਰਹੇ ਹੋ ਫਾਰਮ ਮੈਨੇਜਮੈਂਟ ਸੀਗੀ ਮੇਰੀ ਜਿਹੜੀ ਫੀਲਡ ਆਫ ਸਬਸਕ੍ਰਿਪਸ਼ਨ। ਔਰ ਜਿਹੜਾ ਮੈਂ ਇੱਕ ਸੈਂਟਰ ਗੌਰਮੈਂਟ ਦਾ ਕਾਸਟ ਆਫ ਕਲਟੀਵੇਸ਼ਨ ਦਾ ਪ੍ਰੋਜੈਕਟ ਜਿਹਦੇ ਤਹਿਤ ਮਿਨੀਮਮ ਸਪੋਰਟ ਪ੍ਰਾਈਸ ਜਿਹੜਾ ਮਿਥਿਆ ਜਾਂਦਾ ਉਸ ਪ੍ਰੋਜੈਕਟ ਦੇ ਨਾਲ ਮੈਂ ਕਾਫੀ ਸਾਲ ਜੁੜਿਆ ਰਿਹਾ, ਤੇ ਉਹਦੇ ਬਾਰੇ ਮੈਂ ਜ਼ਰੂਰ ਗੱਲਬਾਤ ਕਰੂੰਗਾ। ਆਪਣੇ ਜਿਹੜੇ ਫਾਰਮਰਸ ਨੂੰ ਥੋੜ੍ਹਾ ਬਹੁਤਾ ਪਤਾ ਲੱਗ ਜਾਵੇ ਵੀ ਜਿਹੜੀ MSP ਹੈ ਜਾਂ ਘੱਟੋ ਘੱਟ ਜਿਹੜਾ ਨਿਊਨਤਮ ਮੁੱਲ ਆ ਉਹ ਕਿੱਦਾਂ ਫਿਕਸ ਕੀਤਾ ਜਾਂਦਾ ਗੌਰਮੈਂਟ ਦੁਆਰਾ, ਉਹਦੇ ਬਾਰੇ ਮੈਂ ਦੱਸੂੰਗਾ। ਕੁਛ ਜਿੱਦਾਂ ਕਾਮਨ ਨੌਲੇਜ ਜਿਹੜੀ ਹੈਗੀ ਆ, ਕੁਛ 1-2 ਪੁਆਇੰਟ ਜਿਹੜੇ ਮੈਂ ਉਹ ਪਹਿਲਾਂ ਪ੍ਰੈਫਰ ਕਰੂੰਗਾ ਮੈਂ ਡਿਸਕਸ ਕਰਨੇ। ਜਿੱਦਾਂ ਬੜਾ ਜਿਹੜੀ ਇੰਡੀਅਨ ਐਗਰੀਕਲਚਰ ਦਾ ਬੜੀ ਕਾਮਨ ਨੌਲੇਜ ਹੈ, ਬੜਾ ਡਿਸਮਲ ਫੈਕਟਰ ਹੈ ਬਈ ਐਗਰੀਕਲਚਰ ਸੈਕਟਰ ਬਹੁਤ ਲੋ ਕੰਟਰੀਬਿਊਟ ਕਰ ਰਿਹਾ GDP ਨੂੰ, ਔਰ ਬਟ ਜਿਹੜੀ ਆ ਵਰਕ ਫੋਰਸ ਹੈ, ਜਿਹੜੀ ਲੇਬਰ ਜਿਹੜੀ ਆ ਉਹਦਾ ਇੱਕ ਬਹੁਤ ਵੱਡਾ ਹਿੱਸਾ ਜਿਹੜਾ ਇੰਗੇਜ ਹੋ ਰਿਹਾ, ਇੱਕ ਆਪਣੇ ਆਪ 'ਚ ਬੜਾ ਡਿਸਮਲ ਫੈਕਟਰ ਹੈ। ਦੈਨ ਮੈਜੋਰਿਟੀ ਜਿਹੜੇ ਸਾਡੇ ਫਾਰਮਰਸ ਦੀ ਹੈਗੀ ਆ, ਸਾਡੇ ਜਿਹੜੇ ਹੋਲਡਰਸ ਨੇ, ਲੈਂਡ ਹੋਲਡਰਸ ਨੇ, ਸਾਰੇ ਜਾਣਦੇ ਆ ਵੀ ਅਰਾਊਂਡ ਮੋਰ ਦੈਨ 75% ਜਿਹੜੇ ਆ ਉਹ ਲੈਸ ਦੈਨ 5 ਏਕੜ ਦੇ ਵਿੱਚ ਆਪਰੇਟ ਕਰ ਰਹੇ ਨੇ, ਐਂਡ ਦੇ ਆਰ ਗੈਟਿੰਗ ਵੈਰੀ ਲੋ ਇਨਕਮ, very low part of their income from the agriculture, around 3500 ਤੋਂ 4000 ਰੁਪਇਆ ਪਰ ਮੰਥ ਉਹਨਾਂ ਨੂੰ ਸਿਰਫ ਐਗਰੀਕਲਚਰ ਤੋਂ ਮਿਲ ਰਿਹਾ, ਬਾਕੀ ਅਦਰ ਸੋਰਸ ਜਿਹੜੇ ਨੇ ਉਹਨਾਂ ਦੇ ਨੌਨ ਐਗਰੀਕਲਚਰ ਜਾਂ ਨੌਨ ਆਫ ਫਾਰਮ। ਔਰ ਜ਼ਿਆਦਾਤਰ ਜਿਹੜੀ ਸਾਡੀ ਹੈਗੀ ਹੈ ਐਗਰੀਕਲਚਰ ਦਾ ਜਿਹੜਾ ਹਿੱਸਾ ਹੈ ਉਹ ਦੈਟ ਇਜ਼ ਸੀਰੀਅਲ ਡੋਮੀਨੇਟਡ ਐਗਰੀਕਲਚਰ, ਕਣਕ ਤੇ ਝੋਨੇ ਦੀ ਹੀ ਜਿਹੜੀ ਹੈਗੀ ਹੈ ਉਹ ਤਕਰੀਬਨ 69 to 70% ਜਿਹੜੇ ਸਾਡੇ ਫਾਰਮਰਸ ਨੇ ਉਹ ਸਿਰਫ ਕਣਕ ਤੇ ਝੋਨਾ ਹੀ ਬੀਜ ਰਹੇ ਨੇ, ਤੇ ਜਿਹਦੇ ਕਰਕੇ ਜਿਹੜੀ ਫਾਰਮਰਸ ਦੀ ਇਨਕਮ ਲੋ ਹੈਗੀ ਹੈ, ਬਿਕੋਜ਼ ਜੋ ਰੀਸੈਂਟ ਡਿਵੈਲਪਮੈਂਟਸ ਹੋਈਆਂ ਨੇ ਉਹਨਾਂ ਕਰਕੇ ਇਹ ਜਿਹੜੀਆਂ 2 ਕ੍ਰੌਪਸ ਨੇ ਕਿਸੇ ਟਾਈਮ ਹਾਈ ਵੈਲਿਊ ਕ੍ਰੌਪਸ ਹੁੰਦੀਆਂ ਸੀਗੀਆਂ, ਬਟ ਨਾਓ ਥੀਸ ਆਰ ਨਾਟ ਬੀਇੰਗ ਕੰਸੀਡਰਡ ਐਜ਼ ਹਾਈ ਵੈਲਿਊ ਕ੍ਰੌਪਸ, ਨਾਓ ਥੀਸ ਆਰ ਕੰਸੀਡਰਡ ਐਜ਼ ਲੋ ਵੈਲਿਊ ਕ੍ਰੌਪਸ। ਸੋ ਲੋ ਵੈਲਿਊ ਕ੍ਰੌਪਸ ਤੋਂ ਜ਼ਿਮੀਂਦਾਰ ਨੂੰ ਕੱਢਣਾ ਉਹ ਹੁਣ ਸਾਡੀ ਇੱਕ ਸਾਰਿਆਂ ਦੀ ਰਲ ਮਿਲ ਕੇ ਇੱਕ ਇੰਟੈਗਰੇਟਡ ਜਿਹੜੀ ਪ੍ਰਾਇੋਰਟੀ ਬਣਦੀ ਆ ਵੀ ਅਸੀਂ ਕਿੱਦਾਂ ਸਮਾਲ ਫਾਰਮਰਸ ਨੂੰ ਇਸ ਮੋਨੋਕਲਚਰ ਦੇ ਵਿੱਚੋਂ ਕੱਢ ਕੇ ਤੇ ਹਾਈ ਵੈਲਿਊ ਕ੍ਰੌਪਸ ਵੱਲ ਲੈ ਕੇ ਆਉਣਾ, ਜਾਂ ਕਿੱਦਾਂ ਅਸੀਂ ਉਹਨਾਂ ਦੀ ਹੈਲਪ ਕਰਨੀ ਆ ਵੀ ਉਹ ਡਾਈਵਰਸੀਫਾਈ ਕਰ ਸਕਣ। ਕਿਉਂਕਿ ਜਿੱਦਾਂ ਡਾਕਟਰ ਬੈਂਸ ਨੇ ਵੀ ਦੱਸਿਆ ਸੀਗਾ ਵੀ ਡਾਈਵਰਸੀਫਿਕੇਸ਼ਨ ਜਿਹੜੀ ਆ ਉਹ ਸਾਡੇ ਪੰਜਾਬ ਦੇ ਵਿੱਚ ਇਨ ਕੰਪੈਰੀਜ਼ਨ ਟੂ ਅਦਰ ਨੇਬਰਿੰਗ ਸਟੇਟਸ ਉਹ ਬਹੁਤ ਘੱਟ ਹੈ। ਓਨਲੀ 11% ਆਫ ਦਾ ਟੋਟਲ ਗ੍ਰੋਸ ਕ੍ਰੌਪਡ ਏਰੀਆ ਇਨ ਪੰਜਾਬ is under the fruits and vegetables, ਬਾਕੀ ਸਾਰਾ ਜਿਹੜਾ 89% ਹੈ ਉਹ ਕ੍ਰੌਪਸ ਜਿਹੜੀਆਂ ਜਨਰਲ ਕ੍ਰੌਪਸ ਦੇ ਅੰਡਰ ਹੀ, ਔਰ ਉਹਨਾਂ ਵਿੱਚੋਂ ਵੀ ਜਿਹੜਾ ਅਰਾਊਂਡ 70% ਏਰੀਆ ਜਿਹੜਾ ਉਹ ਮੋਨੋਕਲਚਰ ਕਣਕ ਝੋਨੇ ਵਿੱਚ ਹੈ। ਸੋ ਉਸ ਮੋਨੋਕਲਚਰ ਨੂੰ ਤੋੜਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਹੈ ਮੌਕੇ ਦੀ। ਔਰ ਇਸ ਤੋਂ ਬਾਅਦ ਜਿਹੜੇ ਸਾਡੇ ਮੈਜੋਰਿਟੀ ਆਫ ਫਾਰਮਰ ਜਿਹੜੇ ਸਮਾਲ ਫਾਰਮਰਸ ਨੇ, ਜਿਹੜੇ ਲੈਸ ਦੈਨ 5 ਏਕਰਸ ਦੇ ਵਿੱਚ ਆਪਰੇਟ ਕਰ ਰਹੇ ਆ, ਦੇ ਆਰ less literate in comparison to the other medium and
ਲਾਰਜ ਫਾਰਮਰਸ, ਔਰ ਉਸ ਕਰਕੇ ਹੀ ਉਹਨਾਂ ਦੀ ਜਿਹੜੀ ਇਲਿਟਰੇਸੀ ਕਰਕੇ ਉਹਨਾਂ ਨੂੰ ਜਿੰਨੇ ਵੀ ਰੀਸੈਂਟ ਕੋਈ ਮਾਰਕੀਟ ਦੇ ਜਿਹੜੇ ਅਰੇਂਜਮੈਂਟਸ ਨੇ ਉਹਨਾਂ ਤੋਂ ਐਕਸਕਲੂਡ ਕੀਤਾ ਜਾਂਦਾ ਹੈ, ਚਾਹੇ ਉਹ ਈ ਸਿਸਟਮ ਆਫ ਮਾਰਕੀਟਿੰਗ ਹੈ ਜਾਂ ਕੁਛ ਵੀ ਜਿਹੜੇ ਮਾਰਕੀਟ ਨਾਲ ਰਿਲੇਟਡ ਜਿਹੜੇ ਰੀਸੈਂਟ ਡਿਵੈਲਪਮੈਂਟਸ ਨੇ ਉਹ ਉਹਨਾਂ ਤੋਂ ਉਹ ਵਾਂਝੇ ਰਹਿ ਜਾਂਦੇ ਨੇ ਬਿਕੋਜ਼ ਆਫ ਬੀਇੰਗ ਇਲਿਟਰੇਟ। ਔਰ ਇਸ ਤੋਂ ਇਲਾਵਾ ਉਹ ਜਿਹੜੇ ਰਿਸਕਸ ਨੇ ਜਿਹੜੇ ਐਗਰੀਕਲਚਰ ਦੇ ਵਿੱਚ particularly ਜਿਹੜੇ ਪ੍ਰੋਡਕਟ ਰਿਸਕ ਨੇ, ਪ੍ਰੋਡਕਟ ਰਿਲੇਟਡ ਰਿਸਕ ਨੇ ਜਾਂ ਮਾਰਕੀਟ ਰਿਲੇਟਡ ਰਿਸਕ ਨੇ, ਉਹਨਾਂ ਤੋਂ ਬਹੁਤ ਸਫਰ ਕਰਦੇ ਨੇ ਹਮੇਸ਼ਾ ਹੀ ਜਿਹੜੇ ਸਮਾਲ ਫਾਰਮਰਸ ਨੇ। ਇਸ ਕਰਕੇ ਆਪਾਂ ਨੂੰ ਕਿਸੇ ਵੀ ਤਰੀਕੇ ਭਾਵੇਂ ਯੂਨੀਵਰਸਿਟੀ ਦੇ ਸਾਇੰਸਦਾਨ ਕਾਫੀ ਸਾਲਾਂ ਤੋਂ 1987-88 ਤੋਂ ਸ਼ੁਰੂ ਕੀਤਾ ਹੋਇਆ ਵੀ ਡਾਈਵਰਸਿਫਾਈ ਜਿਹੜੀ ਇਹ ਫਾਰਮਿੰਗ ਕੀਤੀ ਜਾਵੇ, ਉਹਦੇ ਵਿੱਚ ਉਨੀ ਜ਼ਿਆਦਾ ਕਾਮਯਾਬੀ ਨਹੀਂ ਮਿਲੀ ਜਿੰਨੀ ਮਿਲਣੀ ਚਾਹੀਦੀ ਸੀਗੀ। ਇੱਕ ਜਿਹੜੀ ਸਪੈਸ਼ਲਾਈਜ਼ਡ ਟਾਈਪ ਆਫ ਜਿਹੜੀ ਫਾਰਮਿੰਗ ਹੈ ਉਹਨੂੰ ਤੋੜ ਕੇ ਜਿਹੜੀ ਇੰਟੈਗਰੇਟਿਡ ਕਾਈਂਡ ਆਫ ਫਾਰਮਿੰਗ ਜਿਹੜੀ ਆ ਉਹਨੂੰ ਕਰਨ ਦੀ ਜ਼ਰੂਰਤ ਹੈਗੀ ਆ। ਕਾਫੀ ਐਗਜ਼ਾਮਪਲਸ ਨੇ, ਮੈਂ ਇਹ ਨਹੀਂ ਕਹਦਾ ਵੀ ਬਿਲਕੁਲ ਨਹੀਂ, ਕਾਫੀ ਐਗਜ਼ਾਮਪਲਸ ਨੇ ਜਿੱਥੇ ਈਵਨ ਸਾਡੇ ਗੁਰਦਾਸਪੁਰ ਦੇ ਵਿੱਚ ਵੀ ਬੜੇ ਫਾਰਮਰਸ ਨੇ, ਛੋਟੇ ਫਾਰਮਰਸ ਨੇ ਜਿਹੜੇ ਜਿਨ੍ਹਾਂ ਨੇ ਪੋਲੀ ਹਾਊਸਿਸ ਬਣਾਏ ਨੇ, ਨੈਟ ਹਾਊਸਿਸ ਬਣਾਏ ਨੇ, ਇੰਟੈਗਰੇਟਿਡ ਕਾਈਂਡ ਆਫ ਫਾਰਮਿੰਗ ਕਰ ਰਹੇ ਨੇ, ਔਰ ਉਹਨਾਂ ਨੇ ਖੁਦ ਮਾਰਕੀਟਿੰਗ ਨੂੰ ਆਪਣੇ ਹੱਥ ਵਿੱਚ ਲਿਆ ਹੋਇਆ। ਛੋਟੇ ਉਹਨਾਂ ਨੇ ਜਿਹੜੇ ਵਹੀਕਲਸ ਨੇ ਜਿਹਨੂੰ ਛੋਟਾ ਹਾਥੀ ਕਹਿੰਦੇ ਨੇ, ਉਹ ਉਹਨਾਂ ਨੇ ਖੁਦ ਪਹਿਲਾਂ ਗਵਰਨਮੈਂਟ ਕੋਲੋਂ ਸਬਸਿਡੀ ਲੈ ਕੇ ਪੋਲੀ ਹਾਊਸਿਸ ਲਗਾਏ, ਉਹ 'ਚ ਇੰਟੈਗਰੇਟਿਡ ਕਾਈਂਡ ਆਫ ਫਾਰਮਿੰਗ ਕੀਤੀ, ਜਿੱਥੇ ਟਮਾਟਰ ਹੈ, ਖੀਰਾ ਹੈ, ਇਸ ਤਰ੍ਹਾਂ ਦੀਆਂ ਜਿਹੜੀਆਂ ਡਿਫਰੈਂਟ ਕਾਈਂਡ ਆਫ ਜਿਹੜੇ ਕੈਪਸੀਕਮਸ ਨੇ ਡਿਫਰੈਂਟ ਕਲਰਸ ਦੇ ਉਹ ਕਰਦੇ ਆ, ਔਰ ਉਹਦੀ ਪ੍ਰੋਸੈਸਿੰਗ ਜਸਟ ਪਾਰਟ ਆਫ ਪ੍ਰੋਸੈਸਿੰਗ, ਉਹਦੀ ਪੈਕਿੰਗ ਕਰਕੇ ਅੱਧਾ ਕਿਲੋ ਦੀ ਕਿਲੋ ਦੀ ਉਹ ਆਪਣੀ ਵਹੀਕਲ ਦੇ ਛੋਟੇ ਹਾਥੀ ਤੇ ਡਿਫਰੈਂਟ ਪਲੇਸਿਸ ਦੇ ਜਿਹੜੇ ਮੋਸਟ ਪੋਪੂਲੇਟਡ ਗੁਰਦਾਸਪੁਰ ਦੇ ਜਿਹੜੇ ਪਲੇਸਿਸ ਨੇ ਉੱਥੇ ਆ ਕੇ ਆਉਂਦੇ ਆ। ਉਹਨਾਂ ਦੇ ਇੱਕ ਕਲਾਇੰਟੇਲ ਜਿਹੜੀ ਫਿਕਸ ਕਲਾਇੰਟੇਲ ਹੈ, ਈਵਨ ਜਿਹੜੇ ਇੱਕ ਡੇਜ਼ ਫਿਕਸ ਨੇ ਉਹਨਾਂ ਦੇ ਵੀਕ ਦੇ ਵਿੱਚ 2 ਦਿਨ ਜਾਂ 3 ਦਿਨ, ਔਰ ਲੋਕੇਸ਼ਨਸ ਉਹਨਾਂ ਦੀਆਂ ਡੈਸਟੀਨੇਸ਼ਨਸ ਉਹਨਾਂ ਦੀਆਂ ਫਿਕਸ ਨੇ। ਔਰ ਕਈ ਵਾਰ ਤਾਂ ਇਸ ਤਰੀਕੇ ਨਾਲ ਉਹਨਾਂ ਦਾ ਸਿਸਟਮ ਬਣ ਜਾਂਦਾ ਵੀ ਉਹ ਜਦੋਂ ਉੱਥੇ ਆ ਕੇ ਜਿਹੜਾ ਉਹਨਾਂ ਦਾ ਟਾਈਮਿੰਗ ਫਿਕਸ ਨੇ ਵੀ ਕਿਸ ਟਾਈਮ 3:30 ਤੋਂ ਲੈ ਕੇ 5 ਵਜੇ ਤੱਕ ਉਹਨਾਂ ਨੇ ਇੱਕ ਪਾਰਟਿਕੂਲਰ ਪਲੇਸ ਤੇ ਆ ਕੇ ਉਹਨਾਂ ਨੇ ਆਪਣੀ ਉਹ ਮੋਬਾਈਲ ਜਿਹੜੀ ਵੈਨ ਹੈ ਜਾਂ ਛੋਟਾ ਹਾਥੀ ਖੜਾ ਕਰ ਦੇਣਾ। ਪਰ ਈਵਨ ਯੂ ਵੋਂਟ ਬਲੀਵ ਵੀ ਜਿਹੜੇ ਉਹਨਾਂ ਦੀ ਫਿਕਸ ਕਲਾਇੰਟੇਲ ਹੈ ਉਹ ਔਨ ਟੈਲੀਫੋਨ ਮੋਬਾਈਲ ਉਹਨਾਂ ਨੇ ਬੁਕਿੰਗ ਕੀਤੀ ਹੁੰਦੀ ਹੈ ਕਿ ਸਾਨੂੰ ਆਹ ਚੀਜ਼ ਇੰਨੀ ਚਾਹੀਦੀ, ਆਹ ਚੀਜ਼ ਇੰਨੀ ਚਾਹੀਦੀ ਹੈ। ਉਹ ਉਹਦੇ ਆਉਣ ਤੋਂ ਪਹਿਲਾਂ ਉਹਦੀ ਵੈਨ ਜਾਂ ਉਹਦੀ ਗੱਡੀ ਆਉਣ ਤੋਂ ਪਹਿਲਾਂ ਫਾਰਮਰ ਦੀ ਲਾਈਨ ਲੱਗੀ ਹੁੰਦੀ ਹੈ, ਸੌਰੀ ਉਹਦੇ ਕਲਾਇੰਟਸ ਦੀ ਜਿਹੜੇ ਖਰੀਦਦਾਰ ਨੇ ਉਹਨਾਂ ਦੀ ਲਾਈਨ ਲੱਗੀ ਹੁੰਦੀ ਹੈ। ਸੋ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਕੋਈ ਫਾਰਮਰ ਦੀ ਛੋਟੇ ਫਾਰਮਰ ਜਿਹੜੇ ਸਕਸੈਸ ਸਟੋਰੀਜ਼ ਨੇ, ਮੈਂ ਮਤਲਬ ਇਹ ਕਹਿਣਾ ਚਾਹੂੰਗਾ ਜਿਹੜੇ ਬਾਕੀ ਫਾਰਮਰਸ ਨੂੰ ਵੀ ਇਹਨਾਂ ਨੂੰ ਫੋਲੋ ਕਰਨ ਦੀ ਬਹੁਤ ਵੱਡੀ ਜ਼ਰੂਰਤ ਹੈ। ਇੱਕ ਐਗਜ਼ਾਮਪਲ ਮੈਂ ਤੁਹਾਡੇ ਨਾਲ ਸ਼ੇਅਰ ਕਰੀਏ, ਬਾਅਦ ਵਿੱਚ ਜਦੋਂ ਮੌਕਾ ਮਿਲੇਗਾ ਮੈਂ ਦੁਬਾਰਾ ਇੱਕ ਦੋ ਐਗਜ਼ਾਮਪਲ ਹੋਰ ਸ਼ੇਅਰ ਕਰੂੰਗਾ ਸਾਡੇ ਗੁਰਦਾਸਪੁਰ ਵਿੱਚ ਜਿਹੜੀਆਂ ਹੋ ਰਹੀਆਂ ਨੇ, ਔਰ ਬਾਕੀ ਵੀ ਕਈ ਹੋਰ ਸ਼ਹਿਰਾਂ ਦੇ ਵਿੱਚ ਹੁੰਦੀਆਂ ਹੋਣਗੀਆਂ ਡੈਫੀਨੇਟਲੀ। ਸੋ ਇਹ ਕੁਝ ਮੁੱਢਲੀਆਂ ਗੱਲਾਂ ਜਿਹੜੀਆਂ ਮੈਂ ਪਹਿਲਾਂ ਸ਼ੇਅਰ ਕਰਨਾ ਚਾਹੁੰਦਾ ਸੀਗਾ। ਨੰਬਰ 2 ਤੇ ਗੱਲ ਘੱਟੋ ਘੱਟ ਸਮਰਥਨ ਮੁੱਲ ਦੀ ਹੈ, MSP ਦੀ ਹੈ, ਕਿਉਂਕਿ ਮੈਂ ਇਸ ਪ੍ਰੋਜੈਕਟ ਦੇ ਨਾਲ ਕਾਫੀ ਲੰਮਾ ਸਮਾਂ ਜੁੜਿਆ ਰਿਹਾ। ਪਹਿਲਾਂ ਤਾਂ ਮੈਂ ਸਿਰਫ ਇਹ ਕਹਿਣਾ ਚਾਹੂੰਗਾ ਕਿ ਜਿਹੜੀ ਗਵਰਨਮੈਂਟ ਹੈ ਥਰੂ ਐਗਰੀਕਲਚਰ ਕਾਸਟ ਐਂਡ ਪ੍ਰਾਈਸ ਕਮਿਸ਼ਨ, ਉਹ ਇਹ ਜਿਹੜੇ MSP ਫਿਕਸ ਕਰਵਾਉਂਦੀ ਹੈ, ਔਰ ਇਹਨਾਂ ਨੂੰ ਫਿਕਸ ਕਰਵਾਉਣ ਦਾ ਜਿਹੜੀ ਜ਼ਿੰਮੇਵਾਰੀ ਉਹ ਐਗਰੀਕਲਚਰ ਯੂਨੀਵਰਸਿਟੀਜ਼ ਨੂੰ, KVKs ਨੂੰ ਜਾਂ ਕੁਝ ਹੋਰ ਗਵਰਨਮੈਂਟ ਜਿਹੜੇ ਅਦਾਰਿਆਂ ਨੂੰ ਦਿੱਤੀ ਗਈ ਹੋਈ ਹੈ। ਔਰ ਹਰੇਕ ਸਟੇਟ ਦੇ ਜਿਹੜੇ ਜਿਓਗ੍ਰਾਫੀਕਲ ਜੋ ਏਰੀਆ ਹੈ ਉਹਦੇ ਮੁਤਾਬਕ ਉਹਨਾਂ ਦੇ ਜਿਹੜੇ ਸੈਂਪਲ ਸਾਈਜ਼ ਜਿਹੜਾ ਉਹ ਫਿਕਸ ਕੀਤਾ ਜਾਂਦਾ। ਜਿਹਦਾ ਪੰਜਾਬ ਦੀ ਜਿਹੜੀ ਲੋਕੇਸ਼ਨ ਹੈ ਜਿਓਗ੍ਰਾਫੀਕਲ ਲੋਕੇਸ਼ਨ ਦੇ ਮੁਤਾਬਕ, ਪੰਜਾਬ ਦਾ ਜਿਹੜਾ ਏਰੀਆ ਅੰਡਰ ਐਗਰੀਕਲਚਰ ਦੇ ਮੁਤਾਬਕ ਸਿਰਫ ਇੱਕ 30 ਵਿਲੇजेस ਦਾ ਜਿਹੜਾ ਸੈਂਪਲ ਹੈ ਉਹ ਸਿਲੈਕਟ ਕੀਤਾ ਜਾਂਦਾ। ਬਾਕੀ ਕਈ ਮਹਾਰਾਸ਼ਟਰ, MP ਵਗੈਰਾ ਜਿਹੜੇ ਵੱਡੀਆਂ ਸਟੇਟਸ ਨੇ ਉਹਨਾਂ ਵਿੱਚ 90 ਫਾਰਮਰ ਦਾ ਜਾਂ ਵਿਲੇजेस ਦਾ ਇੱਕ ਸੈਂਪਲ ਵੀ ਹੁੰਦਾ। ਸੋ ਪੰਜਾਬ ਦੇ ਵਿੱਚ ਜਿਹੜੇ 30 ਵਿਲੇजेस ਨੇ ਉਹਨਾਂ ਦੇ ਵਿੱਚ ਹਰੇਕ ਵਿਲੇਜ ਦੇ ਵਿੱਚ 10 ਫਾਰਮਰ ਸਿਲੈਕਟ ਕੀਤੇ ਜਾਂਦੇ ਨੇ, ਡਿਫਰੈਂਟ ਜਿਹੜਾ ਜਿਹਨਾਂ ਲੈਂਡ ਹੋਲਡਿੰਗ ਮਤਲਬ ਇੱਕ ਲੈਸ ਦੈਨ 1 hectare, 1 to 2, 2 to 4, then 4 to 8 and above 8, 5 categories। ਔਰ ਉਹਨਾਂ ਦਾ ਬੇਸਿਕ ਜਿਹੜਾ ਮੁੱਢਲਾ ਐਗਰੀਕਲਚਰ ਦਾ ਜਿਹੜਾ ਇਨਫੋਰਮੇਸ਼ਨ ਉਹ ਕਲੈਕਟ ਕੀਤੀ ਜਾਂਦਾ। ਉਹਦੇ ਵਿੱਚ ਜਿਹੜੀ ਬੇਸਿਕ ਜਾਣਕਾਰੀ ਫਾਰਮਰਸ ਕੋਲ ਲੈ ਕੇ ਉਹਨਾਂ ਨੂੰ ਜਿਹੜਾ ਐਗਰੀਕਲਚਰ ਕਾਸਟ ਐਂਡ ਪ੍ਰਾਈਸ ਕਮਿਸ਼ਨ ਨੂੰ ਭੇਜਦੇ ਰਹੇ ਆ।
ਸਾਰੀ ਇਨਫੋਰਮੇਸ਼ਨ ਕੰਪਾਈਲ ਕਰਕੇ ਆਲ 30 ਫਾਰਮਰਸ ਦੀ 30 ਵਿਲੇजेस ਐਂਡ 300 ਫਾਰਮਰਸ ਦੀ ਇਨਫੋਰਮੇਸ਼ਨ ਕੰਪਾਈਲ ਕਰਕੇ ਅਸੀਂ ਭੇਜ ਰਹੇ ਹਾਂ। ਔਰ ਜਿਹੜੀ ਐਗਰੀਕਲਚਰ ਕਾਸਟ ਐਂਡ ਪ੍ਰਾਈਸ ਕਮਿਸ਼ਨ ਹੈ ਦਿੱਲੀ, ਉਹ ਬਾਕੀ ਸਾਰੇ ਸਟੇਟਸ ਦੇ ਸੇਮ ਜਦੋਂ ਕੰਪਾਈਲੇਸ਼ਨ ਡਾਟਾ ਦੀ ਪਹੁੰਚ ਜਾਂਦੀ ਹੈ, ਉਹ ਫਿਰ ਇਸ ਸਾਰੀ ਇਨਫੋਰਮੇਸ਼ਨ ਨੂੰ ਪ੍ਰਾਈਸ ਜਿਹੜੇ ਕਾਸਟ ਐਸਟੀਮੇਟਸ ਦੇ ਵਿੱਚ ਜਨਰੇਟ ਕਰਦੇ ਨੇ, ਜਿੱਦਾਂ A1 A2 B1 B2 C1 C2, ਇਹ ਕਾਸਟ ਐਸਟੀਮੇਟਸ ਨੇ ਜਿਹੜੇ ਉਹ ਜਨਰੇਟ ਕਰਦੇ ਨੇ। ਔਰ ਮੈਂ ਥੋੜਾ ਜਿਹਾ ਦੱਸਣਾ ਚਾਹੁੰਦਾ ਵੀ ਜਿਹੜਾ A1 ਕਾਸਟ ਤੋਂ ਭਾਵ ਇਹ ਹੈ, ਮਤਲਬ ਇਹ ਹੈ ਵੀ ਜਿੰਨੇ ਵੀ ਪੇਡ ਆਊਟ ਕਾਸਟ ਨੇ, ਜਿਹੜੇ ਜ਼ਿਮੀਂਦਾਰ ਨਕਦੀ ਆਪਣੇ ਪਾਕਟ ਦੇ ਵਿੱਚੋਂ ਖਰਚ ਕਰਦਾ, ਉਹ ਉਹਦੇ ਵਹਾਈ ਦਾ ਖਰਚਾ ਉਹਨੂੰ ਆਪਾਂ ਕਹਿ ਸਕਦੇ ਹਾਂ, ਬਜਾਈ ਦਾ ਖਰਚਾ ਕਹਿ ਸਕਦੇ ਹਾਂ, ਤੇਲ, ਬੀਜ, ਖਾਦਾਂ, ਦਵਾਈਆਂ ਦਾ ਖਰਚਾ ਜਿਹੜਾ ਉਹਨੂੰ ਪੇ ਕਰਨਾ ਪੈਂਦਾ, ਉਹਦੀ ਮਸ਼ੀਨਰੀ ਦੀ ਜਿਹੜੀ ਉਹਨੂੰ ਕਾਸਟ ਪਤਾ ਕਰਨੀ ਪੈਂਦੀ ਹੈ, ਡੈਪਰੀਸ਼ੀਏਸ਼ਨ ਜਿਹੜੀ ਉਹਨੂੰ ਪੇ ਕਰਨੀ ਪੈਂਦੀ ਹੈ, ਇਹ ਸਾਰੀ ਜਿਹੜੀ ਪੇਡ ਆਊਟ ਕਾਸਟ ਹੈ, ਜਿਹੜੇ ਨਕਦੀ ਉਹ ਆਪਣੇ ਪਾਕਟ ਦੇ ਵਿੱਚ ਉਹ ਪੇ ਕਰਦਾ, ਉਹਨੂੰ A1 ਕਾਸਟ ਜਿਹੜੀ ਆ ਉਹਨੂੰ ਕਿਹਾ ਜਾਂਦਾ। ਔਰ A2 ਕਾਸਟ ਦੇ ਵਿੱਚ ਜਦੋਂ ਉਹਦੀਆਂ ਰੈਂਟਲ ਵੈਲਿਊਜ਼ ਡੈਪਰੀਸੀਏਸ਼ਨ ਨਾਲ ਆ ਜਾਂਦੀਆਂ ਨੇ, ਉਹ ਹੋ ਜਾਂਦੀਆਂ ਨੇ। ਉਸ ਤੋਂ ਬਾਅਦ ਜਿਹੜੇ ਅਲਟੀਮੇਟਲੀ ਜਿਹੜੀ C2 ਕਾਸਟ ਹੈ, ਜਿਹੜੀ ਅਸੀਂ ਚਾਹੁੰਦੇ ਹਾਂ ਵੀ ਜਿਹੜੇ ਫਾਰਮਰ ਨੂੰ ਮਿਲਣੀ ਚਾਹੀਦੀ ਹੈ MSP ਦੇ ਥਰੂ, ਉਹ ਨਹੀਂ ਮਿਲਦੀ। ਉਹਦੇ ਵਿੱਚ ਜਿਹੜੀ ਫੈਮਿਲੀ ਹੈ, ਫੈਮਿਲੀ ਦੀ ਜਿਹੜੀ ਲੇਬਰ ਹੈ, ਜਿਹੜੀ ਇਨਵੋਲਵ ਹੁੰਦੀ ਹੈ ਐਗਰੀਕਲਚਰ ਨਾਲ ਇੱਕ ਫਾਰਮਰ ਦੀ, ਚਾਹੇ ਉਹ ਇੱਕ ਇਕੱਲਾ ਫਾਰਮਰ ਖੁਦ ਹੈ, ਚਾਹੇ ਉਹਦੇ 5-6 ਮੈਂਬਰਸ ਇਨਵੋਲਵ ਨੇ, ਉਹਨਾਂ ਦੀ ਜਿਹੜੀ ਇੰਪਿਊਟਡ ਵੈਲਿਊ ਹੈ ਜਿਹੜੀ ਲੇਬਰ ਦੀ, ਉਹ ਉਹਦੇ ਵਿੱਚ ਐਡ ਕਰ ਦਿੱਤੀ ਜਾਂਦੀ ਹੈ। ਸੋ ਅਮੂਮਨ ਤੌਰ ਤੇ ਜੇਕਰ ਫਾਰਮਰਸ ਖੁਸ਼ ਨਹੀਂ ਹੈਗੇ MSP ਤੋਂ, ਜਾਂ ਜਿਹੜੀ ਕਮਿਊਨਿਟੀ ਚਾਹੁੰਦੀ ਹੈ ਵੀ MSP ਜਿਹੜੀ ਇੰਪਰੂਵ ਕੀਤੀ ਜਾਵੇ, ਉਹ ਜਿਹੜੀ ਡਾਕਟਰ ਸਵਾਮੀਨਾਥਨ ਨੇ ਜਿਹੜੀ ਰਿਪੋਰਟ ਦਿੱਤੀ ਸੀਗੀ, ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਜਿਹੜੀ ਇੱਕ ਇਹਨਾਂ ਦੀ C2 ਕਾਸਟ ਹੈ, ਜਿਹੜੀ ਆਲ ਪੇਡ ਆਊਟ ਕਾਸਟ ਪਲੱਸ ਜਿਹੜੀ ਆ ਇੰਪਿਊਟਡ ਵੈਲਿਊਜ਼ ਆਫ ਫੈਮਿਲੀ, ਉਹ ਦਿੱਤੀ ਜਾਵੇ, ਪਲੱਸ 50% ਆਫ ਦਾ ਕਾਸਟ ਆਫ ਪ੍ਰੋਡਕਸ਼ਨ ਜਿਹੜੀ ਹੈਗੀ ਹੈ, ਉਹਦੀ ਵੇਟਡ ਐਵਰੇਜ ਦੀ ਜਿਹੜੀ 50% ਦਿੱਤੀ ਜਾਵੇ, ਜਿਹੜੀ ਕਿ ਗਵਰਨਮੈਂਟ ਨੇ ਨਾ ਕਰ ਦਿੱਤੀ ਹੈ ਵੀ ਸਾਡੇ ਉਹ ਵਾਸਤੇ ਪੋਸੀਬਲ ਨਹੀਂ ਹੈਗਾ ਦੇਣਾ। ਸੋ ਇਸ ਕਰਕੇ ਜਿਹੜੀ ਹੈ ਥੋੜਾ ਜਿਹਾ ਹਿਊ ਐਂਡ ਕਰਾਈ ਹੈ। ਔਰ ਦੂਸਰੀ ਗੱਲ ਇਹ ਹੈ ਵੀ ਮਾਰਕੀਟਿੰਗ ਦੇ ਵਿੱਚ ਫਾਰਮਰਸ ਬਹੁਤ ਜ਼ਿਆਦਾ ਡਿਪੈਂਡੈਂਟ ਵੀ ਹੈਗੇ ਨੇ MSP ਦੇ ਉੱਤੇ। ਔਰ ਜੇਕਰ ਮਾਰਕੀਟ ਦੇ ਵਿੱਚ ਥੋੜੀ ਪ੍ਰੋਬਲਮ ਆ ਰਹੀ ਹੈ ਤਾਂ ਉਹ ਇਹ ਹੀ ਵਜ੍ਹਾ ਇੱਕ ਹੈਗੀ ਹੈ ਵੀ ਉਹ ਟੂ ਮੱਚ ਡਿਪੈਂਡੈਂਸ ਔਨ MSP ਜਾਂ ਟੂ ਲਿਟਲ ਡਿਪੈਂਡੈਂਸ ਔਨ ਜਿਹੜੇ ਹਾਈ ਵੈਲਿਊ ਜਿਹਨਾਂ ਦੇ MSP ਹੈ ਹੀ ਨਹੀਂ। ਸੋ ਇਹ ਕੁਝ ਫੈਕਟਰ ਨੇ ਜਿਹੜੇ ਆਪਾਂ ਹੌਲੀ ਹੌਲੀ ਡਿਸਕਸ ਕਰਾਂਗੇ। ਔਰ ਅਲਟੀਮੇਟਲੀ ਜਿਹੜੀ ਆ ਮਾਰਕੀਟਿੰਗ ਇੱਕ ਕ੍ਰੂਸ਼ਲ ਮੈਂ ਸਮਝਦਾ ਵੀ ਹੈ ਫਾਰਮਰਸ ਵਾਸਤੇ। ਬਟ ਜੇਕਰ ਇੱਕ ਫਾਰਮਰ, ਚਾਹੇ ਉਹ ਛੋਟਾ ਫਾਰਮਰ ਹੈ ਚਾਹੇ ਉਹ ਦਰਮਿਆਨਾ ਹੈ, ਜੇ ਉਹ ਬਹੁਤ ਇਫੈਕਟਿਵਲੀ ਬਹੁਤ ਐਫੀਸ਼ੀਐਂਟਲੀ ਆਪਣੀ ਇੱਕ ਜਿੰਟਸ ਤਿਆਰ ਕਰ ਰਿਹਾ ਹੈ, ਪ੍ਰੋਡਿਊਸ ਤਿਆਰ ਕਰ ਰਿਹਾ ਹੈ, ਬਟ ਜੇਕਰ ਉਹ ਪ੍ਰੋਪਰਲੀ ਇਜ਼ ਨਾਟ ਏਬਲ ਟੂ ਮਾਰਕੀਟ ਦੈਟ ਪ੍ਰੋਡਕਟ ਪ੍ਰੋਡਿਊਸ, ਤਾਂ ਉਹ ਹਿਊ ਐਂਡ ਕਰਾਈ ਤਾਂ ਹੋਵੇਗੀ ਹੀ ਹੋਵੇਗੀ। ਸੋ ਆਪਾਂ ਅੱਜ ਦੀ ਇਸ ਗੈਟ ਟੂਗੇਦਰ ਜਾਂ ਅੱਜ ਦੀ ਜਿਹੜੀ ਇਹ ਮੀਟਿੰਗ ਹੈ ਜਾਂ ਜੋ ਆਪਾਂ ਡਿਸਕਸ ਕਰ ਰਹੇ ਹਾਂ, ਜੇ ਆਪਾਂ ਕਿਸੇ ਵੀ ਤਰੀਕੇ ਫਾਰਮਰਸ ਨੂੰ ਮੋਟੀਵੇਟ ਕਰ ਸਕੀਏ ਵੀ ਅੱਛੇ ਤਰੀਕੇ ਨਾਲ, ਚਾਹੇ ਸੈਲਫ ਹੈਲਪ ਗਰੁੱਪਸ ਬਣਾ ਕੇ, ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨਸ ਬਣਾ ਕੇ, ਲਾਈਕ ਮਾਈਂਡਡ ਪੀਪਲ ਇਕੱਠੇ ਕਰਕੇ, ਤੇ ਜਿੱਦਾਂ ਕੋਈ ਐਗਜ਼ਾਮਪਲਸ ਨੇ, ਸਕਸੈਸ ਸਟੋਰੀਜ਼ ਨੇ, ਉਹਨਾਂ ਨੂੰ ਫੋਲੋ ਕਰਕੇ ਤੇ ਉਹ ਉਸ ਤਰੀਕੇ ਨਾਲ ਉਹ ਕਰਨ ਜਿਵੇਂ ਉਹ ਕਰ ਰਹੇ ਨੇ, ਤਾਂ ਕੁਛ ਨਾ ਕੁਛ ਫਾਇਦਾ ਜ਼ਰੂਰ ਹੋਣ ਦੀ ਸੰਭਾਵਨਾ ਬਣ ਸਕਦੀ। ਜਿਵੇਂ ਕਿ ਡਾਕਟਰ ਸਾਹਿਬ ਅੱਜ ਕੱਲ੍ਹ ਟਾਈਮ ਹੈਗਾ ਇੰਟਰਨੈਟ ਦਾ, ਮਾਰਕੀਟਿੰਗ, ਹਰ ਚੀਜ਼ ਆਪਾਂ ਸਪੈਸ਼ਲੀ ਪੈਂਡੇਮਿਕ ਦੇ ਵਿੱਚ ਬਹੁਤ ਸਾਰੇ ਲੋਕ ਡਿਪੈਂਡੈਂਟ ਰਹੇ ਹੈਗੇ ਹੈ ਮਾਰਕੀਟਸ ਦੇ ਉੱਤੇ, ਆਨਲਾਈਨ ਮਾਰਕੀਟਿੰਗ ਦੇ ਉੱਤੇ। ਸੋ ਇਹਦੇ 'ਚ ਮੈਂ ਰਵਦੀਪ ਨੂੰ ਵੀ ਇਨਪੁਟਸ ਚਾਹਾਂਗੀ ਤੇ ਤੁਹਾਡਾ ਵੀ, ਕਿ ਜਿਵੇਂ ਆਪਾਂ ਐਮਾਜ਼ੋਨ ਚੱਲ ਰਿਹਾ ਤੇ ਹੋਰ ਬਾਕੀਆਂ ਐਪਸ ਚੱਲ ਰਹੀਆਂ, ਕਿ ਇਹ ਫਾਰਮਿੰਗ ਵਾਸਤੇ ਇੱਕ ਬ੍ਰੇਕ ਥਰੂ ਨਹੀਂ ਹੋਏਗੀ ਜੇ ਇਹ ਜੀ ਅਸੀਂ ਮੰਡੀ ਸ਼ੁਰੂ ਕਰ ਦਈਏ? ਆਪਾਂ ਗੱਲ ਕਰ ਰਹੇ ਹੈਗੇ ਆ ਕਿ ਮਿਡਲਮੈਨ ਨੂੰ ਐਲੀਮੀਨੇਟ ਕੀਤਾ ਜਾਵੇ। ਕੁਛ ਰੋਲ ਤਾਂ ਗਵਰਨਮੈਂਟ ਨੇ ਵੀ ਰਿਸਪੌਂਸਿਬਿਲਿਟੀ ਲੈਣੀ ਹੈ, ਕਿਉਂ ਨਹੀਂ ਆਪਾਂ ਇਸ ਤਰਫ ਸੋਚ ਰਹੇ ਹੈਗੇ? ਕਿਉਂਕਿ ਇੱਕ ਬੜਾ ਹੀ ਅੱਛਾ ਮਾਡਲ ਬਣ ਸਕਦਾ ਹੈ, ਕਿਉਂਕਿ ਕੰਮ ਕਰਨ ਵਾਲੇ ਲੋਕ ਹੈਗੇ ਨੇ। ਪ੍ਰੋਕਿਉਰਮੈਂਟ ਜੋ ਤੁਹਾਨੂੰ ਕਰਨ ਵਾਸਤੇ ਜਦੋਂ ਆਉਣਾ ਹੈਗਾ, ਆਪਾਂ ਪ੍ਰੋਕਿਉਰ ਕਰਨਾ ਸੋਰਸ ਤੋਂ। ਬਾਕੀ ਜਿਵੇਂ ਪ੍ਰਾਈਵੇਟ ਸੈਕਟਰ ਦੇ ਵਿੱਚ ਐਮਾਜ਼ੋਨ ਹੈ ਤੇ ਹੋਰ ਹੈ, ਉਹ ਆ ਕੇ ਸੋਰਸ ਤੋਂ ਲੈ ਜਾਂਦੇ ਆ ਚੀਜ਼ ਤੇ ਫਿਰ ਅੱਗੇ ਵੇਚਦੇ ਹੈਗੇ ਆ।
ਸੋ ਇਹ ਜੀ ਜੇ ਆਪਾਂ ਗੱਲ ਕਰ ਸਕੀਏ ਤੇ ਮੇਰਾ ਖਿਆਲ ਹੈ ਕਿ ਫਾਰਮਰਸ ਲਈ ਬਹੁਤ ਬੈਨੀਫੀਸ਼ੀਅਲ ਹੋਏਗੀ। ਮੈਡਮ ਤੁਸੀਂ ਮੈਂ ਕੀ ਕਹਿ ਚਾਹੁੰਦੇ ਹੋ ਇਹ ਕਹਿੰਦੇ ਹੋ ਇਸ ਗੱਲ ਤੇ? ਮੈਂ ਤੁਹਾਡੀ ਗੱਲ ਨਾਲ ਕਾਫੀ ਜ਼ਿਆਦਾ ਸਹਿਮਤ ਹਾਂ। ਜਿਹੜੀ ਤਰਾਸਦੀ ਹੈ ਜਿਸ ਵਜ੍ਹਾ ਕਰਕੇ ਇਹਦੇ ਵਿੱਚ ਸਾਨੂੰ ਸਫਲਤਾ ਨਹੀਂ ਮਿਲ ਰਹੀ ਜਿਹੜੀ ਈ ਮਾਰਕੀਟਿੰਗ ਦੇ ਵਿੱਚ, ਆਲਦੋ ਗਵਰਨਮੈਂਟ ਹੈਜ਼ ਆਲਰੇਡੀ ਸਟਾਰਟਡ ਈ ਮਾਰਕੀਟਿੰਗ, ਠੀਕ ਹੈ, ਜਿਹੜੀ ਤੁਸੀਂ ਐਮਾਜ਼ੋਨ ਦੀ ਗੱਲ ਕਰ ਰਹੇ ਹੋ, ਇਹਦੇ ਚ ਜਿਹੜੀ ਇੱਕ ਮੈਂ ਪਹਿਲਾਂ ਗੱਲ ਕਰ ਚੁੱਕਾ ਜਿਹੜੀ ਸਾਡੀ ਮੈਜੋਰਿਟੀ ਜਿਹੜੀ ਸਮਾਲ ਫਾਰਮਰ ਦੀ ਹੈ, ਜਿਹੜੇ ਜ਼ਿਆਦਾ ਪੜ੍ਹੇ ਲਿਖੇ ਨਹੀਂ ਹੈ ਜੀ ਜੀ ਹਾਂਜੀ ਹਾਂਜੀ ਇਨ ਕੰਪੈਰੀਜ਼ਨ ਟੂ ਦਾ ਅਦਰ ਜਿਹੜੇ ਬਿਗ ਫਾਰਮਰਸ। ਪਹਿਲੀ ਤਾਂ ਇਹ ਹੈ। ਦੂਜਾ, ਜਿੱਦਾਂ ਰੀਸੈਂਟ ਅਨਪਲਾਇਮੈਂਟ ਚੱਲ ਰਹੀ ਹੈ ਜਾਂ ਜਿਹੜੇ ਬੱਚੇ ਉਹਨਾਂ ਦੇ ਜੋ ਟ੍ਰੈਂਡ ਸੈੱਟ ਹੋ ਚੁੱਕਾ ਹੈ ਵੀ ਬੱਚੇ ਜਿਹੜੇ ਘਰ ਵਿੱਚ ਕੋਈ ਇੱਕ ਜਾਂ ਦੋ ਬੱਚੇ ਜਿਹੜੇ ਪੜ੍ਹ ਜਾਂਦੇ ਨੇ +2 ਕਰਕੇ ਜਾਂ ਗ੍ਰੈਜੂਏਟ ਹੋਣ ਤੋਂ ਬਾਅਦ, ਉਹ ਇਮੀਡੀਏਟਲੀ ਉਹ ਆਇਲਸ ਕਰਕੇ ਜਾਂ ਕਿਸੇ ਵੀ ਤਰੀਕੇ ਉਹਨਾਂ ਦੀ ਟੈਂਡੈਂਸੀ ਹੈ ਵੀ ਅਸੀਂ ਬਾਹਰ ਚੱਲ ਉਹਨਾਂ ਨੂੰ ਘਰ ਵਿੱਚ। ਸੌਰੀ ਮੈਂ ਤੁਹਾਨੂੰ ਕੱਟ ਕਰ ਰਹੀ ਹਾਂ, ਪਰ ਬੜੀ ਇੱਕ ਇੰਟਰਸਟਿੰਗ ਚੀਜ਼ ਹੈ। ਮੈਨੂੰ ਰਾਜਸਥਾਨ ਦੇ ਕੋਈ ਫਾਰਮਰਸ ਨੇ ਗੱਲ ਕੀਤੀ ਸੀਗੀ ਕਿ ਕਹਿੰਦੇ ਜੀ ਅਸੀਂ ਸਾਡੀ ਗਾਜਰ ਦੀ ਖੇਤੀ ਹੁੰਦੀ ਹੈ ਗੰਗਾ ਨਗਰ ਏਰੀਆ ਦੇ ਵਿੱਚ, ਤੇ ਉਹ ਕਹਿੰਦੇ ਕਿ ਅਸੀਂ ਐਜ਼ ਅ ਕੋਆਪਰੇਟਿਵ ਵਿਲੇਜ ਦੇ ਵਿੱਚ ਅਸੀਂ ਇਕੱਠੇ ਕਰਦੇ ਹਾਂ, ਪੂਰਾ ਦਾ ਪੂਰਾ ਪਿੰਡ ਆਪਣੀਆਂ ਟਰਾਲੀਆਂ ਲੈ ਕੇ ਜਾਂਦਾ ਤੇ ਅੱਗੇ ਅਸੀਂ ਪਹੁੰਚਾਉਂਦੇ ਹਾਂ, ਬੰਬੇ ਤੱਕ ਵੀ ਪਹੁੰਚਾਉਂਦੇ ਹਾਂ, ਚੰਡੀਗੜ੍ਹ ਦੀ ਮੰਡੀਆਂ 'ਚ ਵੀ ਜਾਂਦਾ ਤੇ ਹੋਰਾਂ 'ਚ ਵੀ ਜਾਂਦਾ ਹੈਗਾ। ਕਿਤੇ ਨਾ ਕਿਤੇ ਆਪਣੇ ਜਿਹੜੇ ਪੰਜਾਬ ਦੇ ਫਾਰਮਰਸ ਹੈ ਉਹਨਾਂ 'ਚ ਇੱਕ ਪਿੰਡ 'ਚ ਜਿਵੇਂ ਆਪਾਂ ਪਹਿਲੇ ਦੇਖਦੇ ਸੀ ਇਕੱਤਰਤਾ, ਉਹ ਨਹੀਂ ਹੈ। ਪਰ ਹੁਣ ਜਦੋਂ ਇਹ ਫਾਰਮ ਲਾਜ਼ ਦੇ ਉੱਤੇ ਆਪਣਾ ਰੌਲਾ ਪੈ ਗਿਆ ਵਿਦ ਦ ਸੈਂਟਰਲ ਗਵਰਨਮੈਂਟ, ਉੱਥੇ ਇਹ ਆਪਾਂ ਬਹੁਤ ਦੇਖ ਰਹੇ ਹਾਂ ਬੜੀ ਯੂਨਿਟੀ ਹੈ। ਤੇ ਆਪਾਂ ਜੇ ਉੱਥੇ ਕਰ ਸਕਦੇ, ਆਪਾਂ ਨੂੰ ਆਪਣੇ ਪਿੰਡਾਂ ਵੱਲ ਵੀ ਦੇਖਣਾ ਚਾਹੀਦਾ ਤੇ ਮੋਟੀਵੇਟ ਜੇ ਸਰਪੰਚ ਲੈਵਲ ਤੇ ਹੋਵੇ ਤੇ ਸਰਪੰਚ ਦੀ ਵੀ ਵਾਹ ਹੈਗੀ ਹੈ। ਤੇ ਹਾਂਜੀ ਹਾਂਜੀ ਪਲੀਜ਼ I wanted to add something. ਤੁਸੀਂ ਡਾਕਟਰ ਸਾਹਿਬ ਗੱਲ ਕਰ ਰਹੇ ਸੀ ਨਾ even about ਜਿਹੜੇ ਤੁਹਾਡੇ ਤੁਸੀਂ ਇੱਕ ਬੜਾ ਅੱਛਾ ਐਗਜ਼ਾਮਪਲ ਦਿੱਤਾ ਕਿ ਲੋਕੀ ਪੈਪਰਸ ਗਰੋ ਕਰਦੇ ਨੇ, ਕਲਰਫੁਲ ਪੈਪਰਸ, ਉਹਨਾਂ ਨੇ ਆਪਣੀ ਟੈਲੀਫੋਨ ਤੇ ਮਾਰਕੀਟਿੰਗ ਇਸ ਤਰ੍ਹਾਂ ਕੀਤੀ ਹੈ ਕਿ ਲੋਕੀ ਆ ਕਿਊਇੰਗ ਟੂ ਗੈਟ them। ਜਿਹੜੇ ਆਪਣੇ ਗੁਰਪ੍ਰੀਤ ਨੇ, ਗੁਰਪ੍ਰੀਤ ਹੈਜ਼ ਬੀਨ ਡੂਇੰਗ, ਇਹਨਾਂ ਨੇ ਇੱਕ ਵੈਰਾਈਟੀ ਆਫ ਵੀਟ ਸ਼ੁਰੂ ਕੀਤੀ ਹੈਗੀ ਹੈ, ਏਂਸ਼ੀਅੰਟ ਵੈਰਾਈਟੀ ਆਫ ਵੀਟ, but I would like to bring him in and ask him ਕਿ ਇਹਨਾਂ ਦਾ ਕੀ ਐਕਸਪੀਰੀਅੰਸ ਰਿਹਾ, ਕਿਉਂਕਿ ਆਪਾਂ ਸਪਲਾਈ ਔਰ ਡਿਮਾਂਡ ਦੀ ਗੱਲ ਕਰ ਰਹੇ ਹਾਂ, ਜਿੱਥੇ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਇਹ ਵੀਟ ਦੇ ਕੀ ਬੈਨੀਫਿਟਸ ਨੇ। ਗੁਰਪ੍ਰੀਤ ਤੁਸੀਂ ਪਲੀਜ਼ ਇਸ ਦੇ ਬਾਰੇ ਕੋਈ ਜਾਣਕਾਰੀ ਦਿਓਗੇ ਸਾਨੂੰ ਪਲੀਜ਼? ਥੈਂਕ ਯੂ। ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬਹੁਤ ਲੋ ਆ ਰਹੀ ਆਵਾਜ਼ ਗੁਰਪ੍ਰੀਤ। 1 second। I think you need your ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਗੁਰਪ੍ਰੀਤ। ਆ ਰਹੀ ਹੈ but very faint. Get your speakers off. Okay. So yeah, better. Yeah. So ਮੇਰਾ ਜੀ I am based in North Carolina, USA. Right now I am basically, my background is in computer science. ਤੇ ਮੈਂ ਇੱਥੇ ਜਦੋਂ ਸ਼ੁਰੂ ਕੀਤਾ ਸੀਗਾ I started working as a teaching assistant, ਤੇ ਉਸ ਤੋਂ ਬਾਅਦ ਰਿਸਰਚ ਦੇ ਵਿੱਚ ਕੰਪਿਊਟਰ ਸਾਇੰਸ ਦੀ ਸਿਮੈਂਟਿਕ ਲੈਬ ਦੇ ਉੱਤੇ ਰਿਸਰਚ ਦੇ ਵਿੱਚ ਗਏ ਅਸੀਂ, ਤੇ ਦੈਨ I moved to corporate। ਮੈਂ ਇੱਥੇ ਬੈਂਕਿੰਗ ਸਿਸਟਮ ਦੇ ਵਿੱਚ ਕੰਮ ਕੀਤਾ ਹੈਗਾ, ਬੈਂਕ ਆਫ ਅਮਰੀਕਾ, JP Morgan ਤੇ ਡਿਸਕਵਰ ਫਾਈਨੈਂਸ, ਇਹਨਾਂ ਸਾਰਿਆਂ। ਤੇ ਹੁਣ ਰੀਸੈਂਟਲੀ I started working with USDA, United States Department of Agriculture। ਤੇ ਇਹਨਾਂ ਦਾ ਕਨਵਰਜੈਂਸ ਪ੍ਰੋਜੈਕਟ ਹੈ ਜਿਹਦੇ ਵਿੱਚ ਮੈਂ ਕੰਮ ਕਰ ਰਿਹਾ, ਐਂਡ ਇਟਸ ਅ DOD ਪ੍ਰੋਜੈਕਟ, ਡਿਪਾਰਟਮੈਂਟ ਆਫ ਡਿਫੈਂਸ ਤੇ ਡਿਪਾਰਟਮੈਂਟ ਆਫ ਐਗਰੀਕਲਚਰ ਦੋਵਾਂ ਨੇ ਕਨਵਰਜ ਕਰਕੇ ਆਪਦਾ ਪ੍ਰੋਜੈਕਟ ਸ਼ੁਰੂ ਕੀਤਾ ਹੋਇਆ। ਸੋ ਬਿਫੋਰ ਦਿਸ ਪ੍ਰੋਜੈਕਟ ਇੰਡੀਆ ਦੇ ਵਿੱਚ ਸੀਗਾ, ਜਿਵੇਂ ਏਜ ਦੇ ਸਾਰੇ ਮੁੰਡੇ ਹੈਗੇ ਆ ਜਾਂ ਉਹਨਾਂ ਨੂੰ ਇਹੀ ਹੁੰਦਾ ਕਿ ਇੰਡੀਆ ਪੰਜਾਬ ਦੇ ਵਿੱਚ ਜਾ ਕੇ ਆਪਦਾ ਕੁਛ ਵੈਂਚਰ ਸ਼ੁਰੂ ਕਰ ਸਕਦਾ। ਸੋ ਮੇਰਾ ਵੀ ਇਹੀ ਆਈਡੀਆ ਸੀਗਾ ਕਿ ਵਾਟ ਕਾਈਂਡ ਆਫ ਵੈਂਚਰ ਸ਼ੁਰੂ ਕੀਤਾ ਜਾ ਸਕਦਾ। ਸੋ ਮੈਂ ਇੰਡੀਆ ਗਿਆ 2019 ਦੇ ਵਿੱਚ, 19-20 ਦੇ ਵਿੱਚ ਮੈਂ ਇੰਡੀਆ ਰਿਹਾ ਹੈਗਾ, ਤੇ ਉੱਥੇ ਫਿਰ ਮੈਂ ਆਪਦੀ ਰਿਸਰਚ ਸ਼ੁਰੂ ਕੀਤੀ ਕਿ ਵਾਟ ਕੈਨ ਬੀ ਡਨ, ਜਿਹੜੇ ਮਾਡਲ ਹੈਗੇ ਆ, ਜਿਵੇਂ ਪਿਗ ਫਾਰਮ ਦਾ ਬੜਾ ਸੀਗਾ, ਫਿਸ਼ ਫਾਰਮ ਦਾ ਹੈਗਾ, ਲੋਕ ਸਟ੍ਰਾਬੇਰੀ ਫਾਰਮਿੰਗ ਕਰ ਰਹੇ ਆ,
different kind of सीखियां कि which stream you want to go in गुरप्रीत शुरू करना है so हाँ जी थोड़ी वॉइस क्लियर नहीं है one second Voice- let me fix it it's very faint and very blurry oh thank you sorry to interrupt yeah sure let me see if देख रहे हैं आपका मन ज़्यादा स्ट्रीमिंग अपनी काफी हो रही है फिर is it people are watching is it that's why yes it's good so बढ़िया चल रहा है people are watching this movie चलो that's good ठीक है चलो carry on मैं ऊंचा कर लेनी है थोड़ा सा so I can hear you okay so yeah so you able to hear me now Yeah, we can hear you. We can hear you. okay so हाँ जी फिर जिਵੇਂ थोड़ी रिसर्च ਕੀਤੀ ਮੈਂ ਆਪ ਤੇ 6-7 ਮਹੀਨੇ ਮੈਂ ਲਾਏ ਉੱਥੇ ਕਿ ਕੀ ਕੀਤਾ ਜਾਵੇ ਮੇਰੇ ਕੋਲੇ ਆਈ ਹੈਵ ਲੈਂਡ ਇਨ ਮੁਕਤਸਰ ਮੈਨੂੰ ਸੀਗਾ ਕਿ ਮੈਂ ਮੇਰੀ ਕਨਵੈਨਸ਼ਨਲ ਖੇਤੀ ਹੁੰਦੀ ਹੈ ਉੱਥੇ ਉਹੀ ਆਪਣੀ ਰਾਈਸ ਤੇ ਵੀਟ ਦੋਵੇਂ ਚੱਲਦੇ ਆ ਤੇ ਮੈਨੂੰ ਸੀਗਾ ਕਿ ਆਈ ਵਾਂਟਡ ਟੂ ਡੂ ਸਮਥਿੰਗ ਵਿਦ ਮਾਈ ਲੈਂਡ ਮੇਰੇ ਕੋਲੇ ਜ਼ਮੀਨ ਹੈਗੀ ਆ ਤੋਂ ਮੇਰੀ ਫੈਮਿਲੀ ਦੀ ਜਿੰਨੀ ਜ਼ਮੀਨ ਹੈ ਸੋ ਆਈ ਵਾਂਟਡ ਟੂ ਡੂ ਸਮਥਿੰਗ ਦੇਅਰ ਪਰ ਕੀ ਕਰੀਏ ਸੋ ਕੁਝ ਮਾਡਲ ਨਹੀਂ ਮਿਲ ਰਿਹਾ ਸੀਗਾ ਕਿ ਜਿਹੜਾ ਵਾਇਬਲ ਹੋਵੇ ਜਾਂ ਜਿਹੜੀ ਮੈਂ ਰਿਸਰਚ ਕੀਤੀ ਉਹਦੇ ਵਿੱਚ ਇਹ ਹੈ ਕਿ ਲੋਕ ਸ਼ੁਰੂ ਕਰ ਲੈਂਦੇ ਆ ਆਈ ਵਰਕਡ ਵਿਦ PAU ਆਲਸੋ ਪੰਜਾਬ ਯੂਨੀਵਰਸਿਟੀ ਦੇ ਵਿੱਚ ਮੇਰੇ ਫਰੈਂਡਸ ਹੈਗੇ ਆ ਜਿਹੜੇ ਖੇਤੀ ਦੇ ਵਿੱਚ ਹੈਗੇ ਆ ਐਂਡ ਫਿਰ ਆਪਣੀ ਖੇਤੀ ਕਰਕੇ ਪੋਰਟਲ ਹੈਗਾ ਉਹਨਾਂ ਨਾਲ ਵੀ ਜੁੜਿਆ ਮੈਂ ਉਹਨਾਂ ਨਾਲ ਥੋੜਾ ਕੰਮ ਕੀਤਾ ਮੈਂ ਲੋਕ ਸ਼ੁਰੂ ਕਰ ਲੈਂਦੇ ਆ ਦੇ ਲਾਈਕ ਜਿਵੇਂ ਹੁਣ ਪਿਗ ਫਾਰਮ ਸ਼ੁਰੂ ਕਰ ਲਿਆ ਕਿਸੇ ਨੇ ਉਹ 1 ਸਾਲ ਕਰਦੇ ਆ ਉਸ ਤੋਂ ਬਾਅਦ ਦੇ ਕਮ ਬੈਕ ਟੂ ਅਗੇਨ ਲਾਈਕ ਕਨਵੈਨਸ਼ਨਲ ਇਹਦੀ ਇਨਫੋਰਮੇਸ਼ਨ ਮੈਨੂੰ ਮਿਲੀ ਉਹ ਇਹ ਹੈ ਕਿ ਵਾਈ ਪੀਪਲ ਆਰ ਗੋਇੰਗ ਬੈਕ ਅਗੇਨ ਪੀਪਲ ਸਟਾਰਟ ਡੂਇੰਗ ਸਟਫ स्ट्रॉबेरी फार्मिंग शुरू कर ली या पिग फार्म शुरू कर लिया किसी ने तो वही फिर वापस क्योंकि ਉਹਦੀ मार्केटिंग नहीं हैगी पीपल ਉਹਨੂੰ बाय नहीं कर रहे हैगे तो फिर रिसर्च करते ਨਾਲ ਹੀ ਮੇਰਾ ਜਿਵੇਂ ਥੋੜਾ ਜਿਹਾ ਹੈਲਥ ਕੌਨਸ਼ੀਅਸ ਵੀ ਹੈ ਮੈਂ ਸਪੋਰਟਸਮੈਨ ਸੀਗਾ ਮੈਂ ਯੂਨੀਵਰਸਿਟੀ ਦੇ ਵਿੱਚ ਤੇ ਹੈਲਥ ਦੇ ਵਿੱਚ ਪਤਾ ਲੱਗਿਆ ਕਿ ਮੋਸਟ ਆਫ ਆਵਰ ਸਟੇਪਲ ਡਾਈਟ ਇਜ਼ ਜਿਵੇਂ ਵੀਟ ਹੀ ਆਪਾਂ ਜ਼ਿਆਦਾ ਖਾਂਦੇ ਆ अपना 70% ਜਿਹੜੀ ਡਾਈਟ ਹੈ ਇਟਸ ਆਲ ਅਬਾਊਟ ਵੀਟ ਚਾਹੇ ਉਹ US ਹੋਵੇ ਚਾਹੇ ਉਹ ਇੰਡੀਆ ਹੋਵੇ ਤੇ ਆਈ ਵਾਸ ਐਟ ਦੈਟ ਟਾਈਮ ਆਈ ਵਾਸ ਰੀਡਿੰਗ ਅ ਬੁੱਕ ਕਾਲਡ ਵੀਟ ਵੈਲੀ ਉਹ ਸਾਰੀ ਵੀਟ ਦੇ ਉੱਤੇ ਰਿਸਰਚ ਹੈ ਕਿ ਵਾਟ ਇਜ਼ ਦ ਡਿਫਰੈਂਸ ਬਿਟਵੀਨ ਮਾਡਰਨ ਵੀਟ ਐਂਡ ਹਾਊ ਇਟਸ ਦੈਟ ਵੀਟ ਇਜ਼ ਅਫੈਕਟਿੰਗ ਅਸ ਜਦੋਂ ਮੈਂ ਸੈਮੀਨਾਰ ਦੇ ਵਿੱਚ ਜਾਣ ਲੱਗਿਆ ਕਾਨਫਰੰਸਸ ਦੇ ਵਿੱਚ ਜਾਣ ਲੱਗਿਆ ਤਾਂ ਕਿਸੇ ਬੰਦੇ ਤੋਂ ਮੈਨੂੰ Pagambri wheat 15 kilo ਮਿਲਿਆ so and when I saw that wheat it was like ਜਿਹੜਾ ਆਪਣਾ modern wheat ਹੈ it was like long in length ਉਹਦੀ length ਹੁੰਦੀ ਹੈ and this wheat was like very small and the seed is very small and it was different so I started digging into that I started doing research on that okay what is the difference and ਆਪਣੇ ਇੰਡੀਆ ਦੇ ਵਿੱਚ ਉਸ ਟਾਈਮ ਦੇ ਵਿੱਚ ਕਾਫੀ ਬੂਮ ਸੀਗਾ ਮਿਲਟਸ ਦਾ ਹੁਣ ਵੀ ਜਿਵੇਂ ਮਿਲਟਸ ਇੱਥੇ US ਦੇ ਵਿੱਚ ਵੀ ਜਦੋਂ ਅਸੀਂ ਕਿਸੇ ਸਟੋਰ ਤੇ ਜਾਂਦੇ ਆ ਤਾਂ ਮੈਨੂੰ ਹੁੰਦਾ ਕਿ ਮਿਲਟ ਬਾਈ ਕਰੀਏ ਤਾਂ ਇੱਥੇ ਅਵੇਲੇਬਲ ਹੀ ਨਹੀਂ ਹੈਗੇ ਕਹਿੰਦੇ ਇੰਡੀਆ ਤੋਂ ਆ ਹੀ ਨਹੀਂ ਰਹੇ ਮਿਲਟਸ ਸੋ ਇਹ ਜਿਹੜੀ ਜਦੋਂ ਮੇਰੀ ਰਿਸਰਚ ਸ਼ੁਰੂ ਕੀਤੀ ਮੈਂ ਏਸ਼ੀਅਨ ਵੀਟ ਦੇ ਉੱਤੇ ਤੇ ਮਿਲਟਸ ਦੇ ਇਹਨਾਂ ਵਿੱਚ ਬਹੁਤ ਘੱਟ ਡਿਫਰੈਂਸ ਹੈ ਫਾਈਬਰ ਦਾ ਸੋ ਬੇਸਿਕਲੀ ਵਾਟ ਆਈ ਫਾਊਂਡ ਵਾਸ ਕਿ ਜਿਹੜੀ ਆਪਣੀਆਂ ਇੰਨੀਆਂ ਪ੍ਰੋਬਲਮਸ ਆ ਰਹੀਆਂ ਗਟ ਹੈਲਥ ਦੀਆਂ ਜਾਂ ਕੈਂਸਰ ਦੀਆਂ ਉਹ 80-90% ਜੈਨੇਟਿਕਲੀ ਮੋਡੀਫਿਕੇਸ਼ਨ ਕਰਕੇ ਆ ਰਹੀਆਂ ਹੈ ਤੇ ਦੂਜੀ ਆ ਰਹੀ ਹੈ ਕਿ ਉਹਦੇ ਵਿੱਚ ਫਾਈਬਰ ਨਹੀਂ ਹੈਗਾ ਜਿਹੜਾ ਆਪਾਂ ਵੀਟ ਖਾ ਰਹੇ ਹਾਂ ਐਂਡ ਵੈਨ ਆਈ ਸਟਾਰਟਡ ਡਿਗਿੰਗ ਇਨਟੂ ਦਿਸ ਥਿੰਗ ਕਿ ਮਿਲਟਸ ਵਾਈ ਮਿਲਟਸ ਆਰ ਬੈਟਰ ਤੇ ਉਹਦੇ ਵਿੱਚ ਫਾਈਬਰ ਹੈ ਐਂਡ ਉਹ ਜਿਹੜੀ ਉਹਨਾਂ ਦੀ ਪਾਚਨ ਸ਼ਕਤੀ ਹੈ ਇਟਸ ਵੈਰੀ ਲਾਈਕ ਗੁੱਡ ਫॉर ਗਟ ਸੋ ਇਟ ਰਿਲੀਜ਼ ਮਿਨਰਲਸ ਐਂਡ ਐਵਰੀਥਿੰਗ ਵੈਰੀ ਸਲੋਲੀ तो मैं वो फिर जो US वापस आया इतने आके भी मैं वो डेवलप करनी शुरू की रिसर्च के आई वांटेड टू हैव सम स्मॉल पोर्टल जिथे आई बैकअप माय रिसर्च इट्स नॉट जस्ट अबाउट सेइंग इट कि हाँ जी ये फायदे इन्ने हैं ये तुसी खा लो यू हैव टू बैक इट अप ਤੁਹਾਡੇ ਕੋਲੇ ਲਿਟਰੇਚਰ ਹੋਣਾ ਚਾਹੀਦਾ ਤੁਹਾਡੇ ਕੋਲੇ ਪੇਪਰਸ ਹੋਣੇ ਚਾਹੀਦੇ ਪਬਲਿਸ਼ ਹੋਏ ਹੋਏ ਤੇ ਕਿਹੜੇ ਪੇਪਰ ਪਬਲਿਸ਼ ਹੋਏ ਹੋਏ ਰਿਗਾਰਡਿੰਗ ਦਿਸ ਟੌਪਿਕ ਈਵਨ US ਦੇ ਵਿੱਚ ਵੀ ਤੇ ਇੰਡੀਆ ਦੇ ਵਿੱਚ ਵੀ ਲੋਕ
ਰਿਸਰਚ ਹੋ ਰਹੀ ਹੈ ਕਿ ਨਹੀਂ। ਇਟਸ ਵੈਰੀ ਲੈਸ ਰਿਸਰਚ ਦੇ ਏਰੀਆ, ਕਿਉਂਕਿ ਗਵਰਨਮੈਂਟ ਜਿਹੜੀ ਇਸ ਟੌਪਿਕ ਦੇ ਉੱਤੇ ਫਾਈਨੈਂਸ ਨਹੀਂ ਕਰਦੀ ਹੈਗੀ ਰਿਸਰਚ ਨੂੰ। ਬੇਸਿਕਲੀ ਗਵਰਨਮੈਂਟਸ ਜਦੋਂ ਫਾਈਨੈਂਸ ਕਰਦੀਆਂ ਵੱਡੇ ਪ੍ਰੋਜੈਕਟਸ ਫਾਈਨੈਂਸ ਕਰਦੀਆਂ ਜਿਹਦੇ ਵਿੱਚ ਜਾਂ ਤਾਂ ਜ਼ਿਆਦਾ ਹਾਰਮ ਹੋ ਰਿਹਾ ਲੋਕਾਂ ਨੂੰ ਜਾਂ ਜਿਹਦੀ ਜ਼ਿਆਦਾ ਵੈਲਿਊ ਹੈਗੀ ਹੈ। ਇਸ ਚੀਜ਼ ਦੀ ਇੰਨੀ ਜ਼ਿਆਦਾ ਵੈਲਿਊ ਨਹੀਂ ਹੈ, ਸੋ ਇੰਡੀਆ ਦੇ ਵਿੱਚ ਕੋਈ ਜ਼ਿਆਦਾ ਰਿਸਰਚ ਨਹੀਂ ਹੈਗੀ ਇਸ ਟੌਪਿਕ ਦੇ ਉੱਤੇ। ਵਾਈ ਵਾਟ ਇਜ਼ ਦ ਡਿਫਰੈਂਸ? ਸੋ ਆਈ ਸਟਾਰਟਡ ਵੈਨ ਆਈ ਕੇਮ ਬੈਕ ਹੇਅਰ। ਸੋ ਮੈਂ ਇੱਥੇ ਡਿਗ ਡਾਊਨ ਕਰਨਾ ਸ਼ੁਰੂ ਕੀਤਾ ਕਿ ਇੱਥੋਂ ਦਾ ਜਿਹੜਾ ਏਸ਼ੀਅਨ ਵੀਟ ਸੀਗਾ ਅਮਰੀਕਾ ਦੇ ਵਿੱਚ ਤੇ ਹੁਣ ਜਿਹੜਾ ਮਾਡਰਨ ਵੀਟ ਆ ਉਹਦੇ ਵਿੱਚ ਕੀ ਡਿਫਰੈਂਸ ਹੈ। ਉਹ ਸੇਮ ਚੀਜ਼ਾਂ ਜਿਹੜੀਆਂ ਆਪਣੀਆਂ ਮਿਲਟਸ ਦੇ ਵਿੱਚ ਹੈ ਜਾਂ ਇਸ ਪੈਗੰਬਰੀ ਵੀਟ ਦੇ ਵਿੱਚ ਹੈ, ਦੇ ਆਰ ਵੈਰੀ ਸਿਮਿਲਰ। ਤੇ ਇੰਡੀਆ ਫਿਰ ਅਸੀਂ ਇਹ ਵੀ ਸੀਗਾ ਕਿ ਮੈਂ ਇੰਨਾ ਜ਼ਿਆਦਾ ਕੋਈ ਕੰਪਲੈਕਸ ਨਹੀਂ ਕਰਨਾ ਚਾਹੁੰਦਾ ਸੀ ਕੰਮ ਕਿ ਲਾਈਕ ਪਿਗ ਫਾਰਮ ਇਟ ਇਜ਼ ਵੈਰੀ ਹੈਕਟਿਕ ਐਂਡ time consuming to start a pig farm and to start a separate kind of farming venture. So what is better than growing wheat, right? In Punjab, it's like the simplest thing to do. ਉਹਦੇ ਚ ਕੁਝ ਹੈ ਹੀ ਨਹੀਂ ਹੈ। wheat grow ਕਰਨਾ is one of the simplest thing. If we can create a market for that, like how to create a market for that? We have to tell people what are the benefits of that thing, right? Otherwise, ਆਪਾਂ ਆਈ ਨਹੀਂ ਕਿਸੇ ਨੂੰ ਕਹਿ ਸਕਦੇ ਨਹੀਂ ਜੀ ਤੁਸੀਂ ਵੀ ਖਾ ਲਓ ਬੜਾ ਵਧੀਆ ਰਹੂਗਾ ਤੁਹਾਡੇ ਵਾਸਤੇ, ਇਹ ਸ਼ੂਗਰ ਫ੍ਰੀ ਹੈ, ਇਹਦੇ ਸ਼ੂਗਰ ਘੱਟ ਹੈ। ਮਤਲਬ you have to back up the science. You have to show them, okay, I have this paper, read it. Even if the science community like ਆਪਣੇ PU ਦੇ ਮੇਨ ਸਟ੍ਰੀਮ ਜਿਹੜੇ ਇਸ ਟੌਪਿਕ ਦੇ ਉੱਤੇ ਕੰਮ ਕਰ ਰਹੇ ਆ, when they see it ਕਿ ਹਾਂ ਇਹ ਕੁਝ ਬੰਦਾ ਬੋਲ ਰਿਹਾ ਤਾਂ there is study behind it. ਸੋ ਇੰਡੀਆ ਦੇ ਵਿੱਚ ਅਸੀਂ ਜਦੋਂ ਮੈਂ ਸ਼ੁਰੂ ਕੀਤਾ ਸੀਗਾ, ਮੈਂ 15 ਕਿਲੋ ਸੀਡ ਤੋਂ ਸ਼ੁਰੂ ਕੀਤਾ, ਪੌਣਾ ਕੁ ਕਿੱਲਾ ਮੇਰਾ ਲੱਗਿਆ ਸੀਗਾ ਤੇ 2.5-3 ਕੁਆਂਟਲ ਮੇਰਾ ਉਹਦੀ ਹੋਇਆ ਇਨ ਲਾਈਨ। ਦੈਨ ਦੈਟ ਵਾਸ ਮਾਈ ਫਸਟ ਸੀਜ਼ਨ ਐਂਡ ਅਗਲੇ ਸੀਜ਼ਨ ਦੇ ਵਿੱਚ ਅਸੀਂ ਕੀਤਾ, ਅਸੀਂ ਉਹ 1 ਕਿੱਲੇ ਤੋਂ 2 ਕਿੱਲਿਆਂ ਤੇ ਕਰਤਾ। ਐਂਡ ਆਪਣੀ ਯੂਨੀਵਰਸਿਟੀ ਨੇ ਕਲਚਰ ਬਣਾਏ ਹੋਏ ਆ, ਯੂ ਜਸਟ ਇਟਸ ਵੈਰੀ ਈਜ਼ੀ ਟੈਂਪਲੇਟ ਬਣਿਆ ਹੋਇਆ ਮੇਰਾ, ਜਿਵੇਂ 1 ਕਿੱਲੇ ਦੇ ਵਿੱਚ ਕਿਵੇਂ ਕਰਨਾ। ਤੁਸੀਂ ਉਹ ਟਿਊਬਲ ਦੇ ਅੱਗੇ ਆਪਦੀ ਟੈਂਕੀ ਰੱਖੋ ਜਾਂ ਕਲਚਰ ਉਹਦੇ ਵਿੱਚ ਪਾਓ, ਤਾਂ ਤੁਹਾਨੂੰ ਨਾ ਉਹਦੇ ਵਿੱਚ ਰੂੜੀ ਪਾਉਣ ਦੀ ਲੋੜ ਹੈ, ਨਾ ਕੁਝ ਜ਼ਿਆਦਾ ਕਰਨ ਦੀ ਲੋੜ ਹੈ, ਐਂਡ ਇਟ ਵਿਲ ਹੈਪਨ ਬਾਈ ਇਟਸੈਲਫ। ਤੁਸੀਂ ਬਸ ਆਪਣਾ ਗਰੋ ਕਰਨਾ ਹੈ। ਤੇ ਉਹ ਸੇਮ ਟੈਂਪਲੇਟ ਵੀ ਫੋਲੋਡ ਵਿਦ 2 ਕਿੱਲੇ, ਫਿਰ ਉਹ 3 ਕਿੱਲੇ ਹੋਏ। ਮੇਰੇ ਫਰੈਂਡਸ ਨੇ ਜੁਆਇਨ ਕਰਨਾ ਸ਼ੁਰੂ ਕੀਤਾ। ਹੁਣ ਇਸ ਟਾਈਮ ਦੇ ਵਿੱਚ 5 ਡਿਫਰੈਂਟ ਪੀਪਲ, ਸੋਲਨ ਲੱਗਿਆ ਹੋਇਆ, ਪੈਗੰਬਰੀ ਮੁਕਤਸਰ ਲੱਗਿਆ ਹੋਇਆ, ਬਰਨਾਲੇ ਲੱਗਿਆ ਹੋਇਆ, ਬਠਿੰਡੇ ਲੱਗਿਆ ਹੋਇਆ। ਓਕੇ, ਇਸ ਟਾਈਮ ਤੇ ਅਰਾਊਂਡ 10 ਕਿੱਲੇ ਸੀਡ ਬਣ ਰਿਹਾ। ਅਸੀਂ ਮਤਲਬ ਉਹਨੂੰ ਵੇਚ ਨਹੀਂ ਰਹੇ ਹੈਗੇ, ਵੀ ਆਰ ਜਸਟ ਲਾਈਕ ਗੋਇੰਗ ਵਿਦ ਦ ਸੀਡਸ ਓਨਲੀ, ਕਿਉਂਕਿ ਇੱਕ ਵਾਰੀ ਉਹਨੇ ਚਿਰ ਚ ਅਵੇਅਰਨੈਸ ਵੀ ਲੋਕਾਂ ਚ ਆਉਗੀ। ਐਂਡ ਪੀਪਲ ਆਰ ਆਸਕਿੰਗ ਮੀ, ਆਈ ਸਟਾਰਟਡ ਵੈਨ ਆਈ ਕੇਮ ਬੈਕ ਹੇਅਰ ਇਨ US, ਆਈ ਡਿਵੈਲਪਡ ਦੈਟ pagambri.com ਵੈਬਸਾਈਟ। ਮੈਂ ਉਹਦੇ ਵਿੱਚ ਉਹਨਾਂ ਨੂੰ ਫਾਰਮ ਪਾਇਆ ਕਿ if you need a seed or if you need a like atta, then you can just put a query there. And I am getting unbelievable queries from people ਕਿ ਮੈਨੂੰ ਸੀਡ ਚਾਹੀਦਾ, ਮੈਨੂੰ 5 ਕਿਲੋ ਚਾਹੀਦਾ, ਮੈਨੂੰ 10 ਕਿਲੋ ਚਾਹੀਦਾ, ਮੈਨੂੰ ਆਟਾ ਚਾਹੀਦਾ ਹੈ। And when I started that portal, ਜਦੋਂ ਮੈਂ ਵੈਬਸਾਈਟ ਸ਼ੁਰੂ ਕੀਤੀ Pagambri, I'll show you after our meeting, I'll share you some of the data. ਠੀਕ ਹੈ। ਉਹਦੇ ਵਿੱਚ ਜਿਵੇਂ ਦਿਨ ਦੇ ਵਿੱਚ 5 ਜਾਂ 7 ਲੋਕ ਆਉਂਦੇ ਸੀਗੇ ਦੇਖਣ ਵਾਸਤੇ। ਹੁਣ ਉਹਦੇ ਵਿੱਚ 50 ਜਾਂ 60 ਦੀ ਐਵਰੇਜ ਹੈ ਜਿਹੜੇ ਲੋਕ ਉਸ ਵੈਬਸਾਈਟ ਤੇ ਆ ਕੇ ਦੇ ਸਟੇ ਦੇਅਰ, ਬਿਕਾਜ਼ ਆਈ ਕੈਨ ਡੂ ਐਨਾਲਿਸਿਸ ਔਨ ਐਵਰੀਥਿੰਗ। ਕਿਹੜੇ ਰੀਜਨ ਤੋਂ ਲੋਕ ਆ ਰਹੇ ਆ ਵੈਬਸਾਈਟ ਦੇ ਉੱਤੇ, ਕਿੰਨਾ ਟਾਈਮ ਸਪੈਂਡ ਕਰ ਰਹੇ ਆ, ਕਿਹੜੇ ਪੇਜ ਤੇ ਟਾਈਮ ਸਪੈਂਡ ਕਰ ਰਹੇ ਆ, ਕਿਹੜੀ ਉਹ ਰਿਸਰਚ ਕਰ ਰਹੇ ਆ, ਕਿਹੜੇ ਕੀਵਰਡਸ ਉਹ ਭਰ ਰਹੇ ਆ ਵਿੱਚ ਰਿਸਰਚ ਕਰਨ ਵਾਸਤੇ। ਜਿਵੇਂ ਹੁਣ ਸ਼ੂਗਰ ਦੇ ਮਰੀਜ਼ ਆਉਂਦੇ ਆ ਵੈਬਸਾਈਟ ਤੇ, ਸ਼ੂਗਰ ਦੀ ਪ੍ਰੋਬਲਮ ਆ ਲੋਕਾਂ ਨੂੰ, ਉਹਨਾਂ ਨੂੰ ਹੈ ਕਿ ਇਹ ਵੀਟ, ਇਹ ਵਾਲਾ ਜਿਹੜਾ ਪਗੰਬਰੀ ਹੈਗਾ, ਇਹ ਮੈਂ ਉਹ ਖਾਊਂਗਾ ਤਾਂ ਸ਼ੂਗਰ ਦੇ ਵਿੱਚ ਕੀ ਹੈਲਪਫੁਲ ਹੈ। ਠੀਕ ਹੈ। ਹੋਰ ਜਿਵੇਂ ਬਾਕੀ ਉਹਦੀ ਤੇ ਜਿਹੜੀ ਜਿੰਨੀ ਟਾਈਮ ਕੰਜ਼ੰਪਸ਼ਨ ਆ ਲੋਕਾਂ ਦੀ ਉਹ ਵੈਬਸਾਈਟ ਦੇ ਉੱਤੇ, ਇਟ ਕੀਪਸ ਔਨ ਇਨਕਰੀਜ਼ਿੰਗ ਡੇ ਬਾਈ ਡੇ। That's great. Fantastic. ਹਾਂਜੀ, ਸੌਰੀ ਸਮਿਤਾ, shall we bring thanks ਗੁਰਪ੍ਰੀਤ। ਆਪਾਂ ਰਵਦੀਪ ਪਲੀਜ਼ ਤੁਸੀਂ ਦੱਸੋ ਕਿ ਤੁਹਾਡਾ ਫੀਲਡ ਕੀ ਹੈਗਾ ਤੇ ਤੁਸੀਂ ਵੀ ਸ਼ਾਇਦ ਇਸ ਤਰ੍ਹਾਂ ਦਾ ਕੰਮ ਕੀਤਾ ਹੋਏ ਵਿਦ ਸਮਾਲ ਟਰਮ ਫਾਰਮਰਸ,
Please let us know how do you work and what are your successes and failures, if any. Sure. Thank you so much, Simran. And it's such a pleasure to be part of this panel today. We have, it's a very good mix, I would say. We have experts, we have researchers, we have practitioners. And I come from the sector which works in between all of this. Okay. We work directly with the farmers. Take we take research or ideas or concepts from experts to the farmers. We take technology from the solution providers to the farmers. So I have been working in the sector for 20 years now. And of course, this has given me the opportunity to work in my own state also, which is Punjab, neighboring state Haryana, and then Rajasthan, Maharashtra, Tamil Nadu, Karnataka, Kerala, across several states. Now, being very conscious of the time, also sticking to the topic of today's discussion, which is innovative agriculture. My experiences have been looking at the profile of the farmers that we have in our country. 70 to 75% or more than that are small, marginal, and medium farmers. So, when we talk about innovative agriculture or new techniques, methods, technologies, then this should be the focus, as Dr. Gantz also said in the beginning of the discussion. So, point number one, how and what type of innovative agriculture must be envisaged or conceptualized should be small farmer focus and economic viability of those innovations, those methods, technologies have to be tested with that focus. Second is that in my experience, there has been no shortcut, but we will have to work with the farmer if we want to bring any change. We have implemented technologies, etc. We talk about internet, smartphones, etc. There are pockets in the country, not pockets, majority of our farmers live in places where they don't even have a smartphone. So we had great difficulty in, let's say, installing a software on an app on their system. So that's second point number two. Point number three is as far as innovations or and we have this category of farmers who are majority of them belong to have small holdings. We must have this focus that we should involve women farmers into our programs. So those are my three key takeaways or points to discuss today, takeaways from my own experiences. So when we say it has to be small farmer focus to test its economic viability, I'll share with you one example what we did. We speak about green nets and poly houses and looking at the geography that we belong to, Punjab or Haryana, we are used to investing big because somehow this became in the last few years this became the trend that if it's not big then it's not sustainable. So we've seen all these big poly houses and green net and shade net houses, but what we have done in Maharashtra and Rajasthan, some parts of Punjab also, that we have developed a very small model wherein you have a poly house which is 1,000 square foot. You have a green net. You have a drip irrigation system which is very basic. It's like 1,000 liter water tank. Just placed on a raised platform. This takes care of vegetable production for a small farmer who does not have more than 2.5 acres, let's say, one and a half acres of land. So that's we did not find a model ready for these small farmers. So we worked with Jain Irrigation specifically to develop this 1,000
square foot vegetable cultivation model for these small farmers, and it worked. We demonstrated this, then we replicated it, and then it was adopted by many farmers. So there is a I would say there's a pattern. The way farmers, you have to demonstrate, they will see what's happening. You have to experiment with them through through experiments. They will see how it works, and then if it is successful, then they adopt it. It is not less than a 3-year cycle. So that's the reason I say there's no shortcut. We will have to work with the farmer. So that brings me to the second point, which is that we will have to work with the farmers. One example I would share here is that we implemented a program with 10,000 farming families in Badmer and Jaisalmer areas. Now we tried to, as a lot of stakeholders suggested, and technical suggestions also came in, that we must support these projects with introduction of technology, because we cannot deploy so much manpower to talk to or to work with the farmers. So SMS system and the app system for data collection and everything. Unless we tell all our farmers that this is so and so doctor who is telling you this advice, they do not adopt it. Simple. So let's say our message goes at a certain period, in 1 week. So they must know. So we used to write names under the message, that where this message is coming from, who is suggesting. For example, if they know, okay, so Dr. Bhupinder is saying that this is what needs to be done on the farms. So we monitored, we built in the mechanism into the system, that we monitored how many farmers have looked at this message, how many farmers have replied, or after, let's say, within 10 minutes of this message or 30 minutes of this message, they called you to check, this is what needs to be done, so should we go ahead or whatever. So all of this data, out of all of this data, the figures that we got is that not more than 25% of the farmers will take the practices or advice if they don't know who is behind. So in a country like India, extension is still very much one-on-one basis. Ravdeep, sorry, I'm interrupting you between your points. So what do you think, Punjab de vich kyun piche reh gaye aapa? Because I keep on hearing this कि दूजियां states ਦੇ ਵਿੱਚ बहुत कम हो ਰਿਹਾ है ਤੇ ਬਹੁਤ ਡਾਈਵਰਸਿਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੈ, ਮਾਡਲਸ ਯੂਜ਼ ਕਰ ਰਹੇ ਹੈਗੇ। ਸਾਡੇ ਪੰਜਾਬ ਦੇ ਵਿੱਚ ਕੀ ਇਹੀ ਜੀ ਗੱਲ ਹੈਗੀ ਹੈ ਕਿ resistance to change ਇੰਨਾ ਜ਼ਿਆਦਾ ਆ ਰਿਹਾ ਹੈਗਾ? Smita, in my experiences, I would say our farming community is the most enterprising community that I have seen. And the risk-taking capacity of this community is remarkable. Now, what we need to do is, in our country, Punjab and Haryana is at a level. Let's say we've done certain things in a certain fashion and we've moved on. Now, what is needed? Our farmers like Palvinder ji and many other farmers whom I know personally also have experimented things which are like way ahead of time. Now, as state, we need to move to the next level, which is, let's say, traceability of value chains, certification of our produce, like some of the other experts were also talking about. Those are the things where our we as an ecosystem, all government experts, everyone needs to come together and take it to the next level. The way we should do it is more collective manner, collective farming. Yeah, collective farming is the way ahead, basically. Yeah, absolutely. Simran, your mic is mute. I said ਇੱਕ ਤੁਸੀਂ third point ਕਿਹੜਾ ਦੱਸ ਰਹੇ ਸੀਗੇ? ਇੱਕ ਤਾਂ when can you hear me? Third, I'm in third and the last one, as far as adoption of innovative agriculture is concerned, what we have experienced is if we are able to involve women in whatever we are doing, when we say innovative agriculture or diversification, these are
precision activities, right? We are somehow able to involve women into this. The adaptability and the efficiency of any intervention goes up, reasonably high. One example. One example I would agree with that. Just, because our stakeholders wanted, okay, train the women farmers. So we will invite and train women farmers. After a while, women farmers don't come because, they are anyways burdened with so much other work. Yes. So then what we thought is that what is exactly, we cannot, bring them and train them all the 7 crops, like 4 in Kharif and 3 in Rabi, and train them. So that number of hours of those women farmer with us increases, and it doesn't give us any output, right? Real output. So we fix only 2 modules for them. We only used to invite them for nursery raising and nursery management. That is all. How to raise vegetable nursery within their, smaller areas in the backyard, and how to manage that nursery, and how to distribute, and how to establish kitchen gardens if they want. So those are the activities which actually, our training participation from women farmers increased so much, and out of that, then we got women entrepreneurs, who set up big nurseries, etc., etc. So we have to have this focus at what specific activity for each, category of our audience we should have. Similarly, for male farmers also, training doesn't mean bring them together for 1.5 hours and then try to transform their lives with all the information in one go. So yeah, those are my points for today's discussion. There is a lot to talk, but I would stop here and would like to listen more. Thank you very much. Dr. Bass wanted to say something. Radeep ji ne bade pertinent point mention ਕੀਤੇ. She is right ਕਿ ਤੁਸੀਂ ਕਹਿ ਰਹੇ ਸੀ ਨਾ ਸਮਿਤਾ ਜੀ ਕਿ ਪੰਜਾਬ 'ਚ ਕਿਉਂ ਨਹੀਂ ਇਹ ਕੈਚ ਔਨ ਕੀਤਾ। ਉਹਦਾ ਰੀਜ਼ਨ ਇਹ ਹੈ ਕਿ ਆਪਣਾ ਜਿਹੜਾ ਸਿਸਟਮ ਰਾਈਸ ਵੀਟ ਵਾਲਾ ਇੰਨਾ ਐਸਟੈਬਲਿਸ਼ ਹੋ ਗਿਆ ਨਾ, ਉਹਦੇ 'ਚ ਹਰੇਕ ਚੀਜ਼ ਜਿਹੜੀ ਇੰਨੀ ਈਜ਼ੀਲੀ ਸਾਰਾ ਕੁਝ ਅਵੇਲੇਬਲ ਹੋ ਗਿਆ। ਈਵਨ ਪਿੰਡਾਂ 'ਚ ਇਹ ਹੋ ਗਿਆ ਕਿ ਜਿਹੜਾ ਆਪਾਂ ਹੈਲਪਿੰਗ ਹੈਂਡ ਰੱਖਿਆ ਹੋਇਆ ਨਾ ਕੋਈ ਮਾਈਗ੍ਰੈਂਟ, ਉਹਨੂੰ ਸਾਰੇ ਆਪਰੇਸ਼ਨ ਪਤਾ ਹੈ ਉਹਦੇ, ਕਿੱਦਾਂ ਬੀਜਣੀ ਹੈ, ਮਸ਼ੀਨਰੀ ਅਵੇਲੇਬਲ ਹੈ, ਮਾਰਕੀਟ ਅਵੇਲੇਬਲ ਹੈ। ਇੱਕ ਹੋ ਗਿਆ ਕਿ ਚਲੋ ਜੀ ਠੀਕ ਹੈ ਰਾਈਸ ਵੀਟ ਜਾਓ ਮੰਡੀ ਸਿੱਟੋ, ਉਹ ਆਪਾਂ ਉਹਦੇ 'ਚੋਂ ਨਿਕਲ ਨਹੀਂ ਸਕੇ। ਗਵਰਨਮੈਂਟ ਦੀ ਸਪੋਰਟ ਦੀ ਵੀ ਕਮੀ ਰਹੀ ਹੈ, ਪਾਲਿਸੀਜ਼ ਰਿਪੋਰਟਸ ਬਣਦੀਆਂ ਰਹੀਆਂ, ਪਾਲਿਸੀਜ਼ ਬਣਦੀਆਂ ਰਹੀਆਂ, ਇੰਪਲੀਮੈਂਟ ਨਹੀਂ ਹੋਈਆਂ। ਉਹਦੇ ਲਈ ਨਾਓ ਦਿਸ ਇਜ਼ ਦ ਮੋਸਟ ਕ੍ਰੂਸ਼ੀਅਲ ਸਟੇਜ। ਹੁਣ ਤਾਂ ਇਹ ਪਾਣੀ ਸਿਰ ਤੋਂ ਲੰਘਣ ਵਾਲੀ ਗੱਲ ਹੈ, ਹੁਣ ਤਾਂ ਇਹ ਕਰਨਾ ਹੀ ਪੈਣਾ। ਔਰ ਆਪਾਂ ਲਾਸਟ ਟਾਈਮ ਵੀ ਪੈਨਲ ਡਿਸਕਸ਼ਨ 'ਚ ਜਿਹੜਾ ਕਿਸਾਨ ਹੈ ਨਾ, ਇਹਦਾ ਇੱਕ ਬੜਾ ਫਾਇਦਾ ਇਹ ਹੋਇਆ ਕਿ ਫਾਰਮਰ ਜਿਹੜੇ ਪਿੰਡਾਂ ਦੇ ਆਪਣੇ ਲੋਕ ਹੈ ਨਾ, ਉਹਨਾਂ ਨੂੰ ਕੋਹੈਸਿਵਨੈਸ ਦਾ ਪਤਾ ਲੱਗ ਗਿਆ ਕੀ ਫਰਕ ਹੁੰਦਾ ਹੈ, ਕੋਹੈਸਿਵਨੈਸ ਦਾ। ਸੋ ਇਟ ਹੈਜ਼ ਟੂ ਵੀ, ਜਿਸ ਤਰ੍ਹਾਂ ਰਵਦੀਪ ਜੀ ਨੇ ਕਿਹਾ, ਇਟ ਹੈਜ਼ ਟੂ ਬੀ ਕਲੈਕਟਿਵ ਐਫਰਟ। ਜਿਹੜੀਆਂ ਸਕਸੈਸ ਸਟੋਰੀਜ਼ ਹੈ ਨਾ, ਆਪਣੇ ਕੋਲ ਇੰਡੀਵਿਜੂਅਲ ਸਕਸੈਸ ਸਟੋਰੀਜ਼ ਹੈਗੀਆਂ ਕਾਫੀ ਆ ਪੰਜਾਬ 'ਚ ਵੀ, ਬਟ ਇਹਦੇ 'ਚ ਇੱਕ ਕਲੈਕਟਿਵ ਐਫਰਟ ਦੀ ਲੋੜ ਹੈ। ਜਿਸ ਤਰ੍ਹਾਂ ਫਾਰਮ ਪ੍ਰੋਡਿਊਸਰ ਆਰਗੇਨਾਈਜੇਸ਼ਨਸ ਹੋਣ, ਕੋਆਪਰੇਟਿਵ ਲੈਵਲ ਤੇ ਹੋਵੇ, ਐਂਡ ਮੋਸਟ ਇੰਪੋਰਟੈਂਟਲੀ ਜਿਹੜੀ ਪਾਲਿਸੀ ਬਣੇ ਨਾ, ਵੀ ਹੈਵ ਟੂ ਆਇਡੈਂਟੀਫਾਈ ਦ ਨਿਸ਼ ਏਰੀਆਜ਼। ਜਿਸ ਤਰ੍ਹਾਂ ਹੁਣ ਅੱਜ ਕੱਲ੍ਹ ਇੱਕ ਕੁਛ ਕੰਟਰੀਜ਼ ਚੱਲ ਰਿਹਾ, ਦੈਟ ਇਜ਼ ਕਾਲਡ ਪੈਰੀ ਅਰਬਨ ਐਗਰੀਕਲਚਰ। ਜਿਹੜੀ ਵੈਜੀਟੇਬਲ ਗਰੋਅਰਸ ਹੈ ਨਾ, ਉਹ ਜਿਹੜੇ ਸਿਟੀ ਦੇ ਪੈਰੀਫਰੀ ਜਿਹੜੇ ਹੈਗੇ ਪਿੰਡ ਦੇ, ਉਹ ਪੈਰੀ ਅਰਬਨ ਐਗਰੀਕਲਚਰ, ਉਹ ਦੇ ਮੋਸਟਲੀ ਗੋ ਫॉर ਵੈਜੀਟੇਬਲ, ਜਿਵੇਂ ਡਾਕਟਰ ਭੁਪਿੰਦਰ ਨੇ ਦੱਸਿਆ। ਸੋ ਨਿਸ਼ ਏਰੀਆਜ਼ ਆਇਡੈਂਟੀਫਾਈ ਕਰਕੇ ਸਟੇਟ ਦੇ ਵਿੱਚ ਕਿਹੜੇ ਏਰੀਏ ਦੇ ਵਿੱਚ ਵੈਜੀਟੇਬਲ ਪ੍ਰੋਡਕਸ਼ਨ, ਕਿਹੜੇ ਏਰੀਆ ਦੇ ਵਿੱਚ ਕਿਹੜੀ ਕ੍ਰੌਪ, ਕਿੰਨਾ ਏਰੀਆ ਲੱਗਣਾ, ਔਰ ਉਹ ਜਿਹੜਾ ਨਿਸ਼ ਏਰੀਆ ਨਾ, ਉਹਦੇ 'ਚ ਹਰੇਕ ਫੈਸਿਲਿਟੀ ਪ੍ਰੋਵਾਈਡ ਹੋਵੇ। ਉਹਦੇ ਕਲੈਕਟਿਵ ਕੋਆਪਰੇਟਿਵ ਬਣੇ ਜਾਂ FPO ਬਣੇ, ਫਰੋਮ ਸੋਇੰਗ ਅਪ ਟੂ ਦ ਮਾਰਕੀਟਿੰਗ, ਸਾਰੀ ਫੈਸਿਲਿਟੀ, ਮੰਡੀ, ਸਾਰਾ ਕੁਝ ਉਸ ਨਿਸ਼ ਏਰੀਏ ਦੇ ਵਿੱਚ ਅਵੇਲੇਬਲ ਹੋਵੇ। ਇਹ ਨਹੀਂ ਕਿ ਫਾਰਮਰ ਫਾਜ਼ਿਲਕਾ 'ਚ ਪੈਦਾ ਕਰ ਰਿਹਾ ਤੇ ਜਾ ਕੇ ਪੰਜਾਬ ਦੇ ਦੂਜੇ ਐਂਡ 'ਚ ਵੇਚਣ ਜਾ ਰਿਹਾ ਹੈ। ਨਿਸ਼ ਏਰੀਆਜ਼ ਆਇਡੈਂਟੀਫਾਈ ਕਰਕੇ ਉਹ ਨਿਸ਼ ਏਰੀਆਜ਼ ਦੇ ਵਿੱਚ ਉਹ ਕ੍ਰੌਪਸ, ਉਸ ਨਿਸ਼ ਏਰੀਆ ਲਈ ਸਾਰੀ ਫੈਸਿਲਿਟੀ ਪ੍ਰੋਵਾਈਡ ਹੋਵੇ, ਚਾਹੇ ਗਵਰਨਮੈਂਟ ਕਰੇ, ਤਾਂ ਕਲੈਕਟਿਵ ਐਫਰਟ ਕੋਆਪਰੇਟਿਵ ਲੈਵਲ ਤੇ ਹੋਵੇ।
ਫਾਰਮਰਸ ਇਕੱਠੇ ਹੋਣ, ਸਮਾਲ ਫਾਰਮਰ ਜਿਹੜਾ ਉਹ ਕਦੇ ਵੀ ਪੋਸੀਬਲ ਨਹੀਂ ਹੈਗਾ ਕਿ ਇਨੀਸ਼ੀਏਟਿਵ ਲਏਗਾ। ਜੇ ਉਹ ਕੁਝ ਉਗਾ ਲਏਗਾ ਤਾਂ ਉਹਨੂੰ ਟਰਾਂਸਪੋਰਟ ਕਾਸਟ ਹੀ ਇੰਨੀ ਪੈ ਜਾਣੀ ਹੈ ਜਾ ਕੇ ਜਿੱਥੇ ਵੇਚੇਗਾ, ਜਾਂ ਪਤਾ ਹੀ ਨਹੀਂ ਲੱਗਣਾ ਕਿੱਥੇ ਮੈਨੂੰ ਬੈਟਰ ਪ੍ਰਾਈਸ ਮਿਲ ਰਿਹਾ। ਸੋ ਆਪਾਂ ਲਾਸਟ ਟਾਈਮ ਵੀ ਇਹ ਗੱਲ ਕੀਤੀ ਸੀ, ਇਹ ਚਾਹੇ ਤਾਂ ਇਹ ਆਪਾਂ ਪ੍ਰੈਸ਼ਰ ਗਰੁੱਪਸ ਬਣ ਜਾਣ, ਥਿੰਕ ਟੈਂਕਸ ਕੋਈ ਬਣ ਜਾਣ, ਕੋਈ ਜਿਹੜੇ ਕਿ ਇਹ ਫਾਰਮਰਸ ਨੂੰ ਗਾਈਡ ਕਰ ਸਕਣ, ਜਾਂ ਸਰਪੰਚ ਲੈਵਲ ਤੇ। ਹੁਣ ਵੀ ਤੇ ਸਰਪੰਚ ਲੈਵਲ ਤੇ ਦੇਖੋ ਤੁਸੀਂ ਕਿੰਨਾ ਆਰਗੇਨਾਈਜ਼ਡ ਵੇ ਦੇ ਨਾਲ। ਬਿਲਕੁਲ ਜੀ, ਸਰਪੰਚ ਲੈਵਲ ਤੇ ਹੀ ਸ਼ੁਰੂ ਹੋ ਸਕਦਾ, ਜਿਵੇਂ ਆਰਗੇਨਾਈਜ਼ਡ ਵੇ ਚ। ਬਿਲਕੁਲ 10 ਬੰਦੇ ਜਾ ਰਹੇ ਆ, 10 ਆ ਰਹੇ ਆ, ਕਿੰਨਾ 1 ਸਾਲ ਹੋ ਚੱਲਿਆ, ਇਹ ਵੀ ਤਾਂ ਬਿਲਕੁਲ। ਹਾਂਜੀ, ਮੇਰਾ ਖਿਆਲ ਰਵਦੀਪ ਕੁਝ ਕਹਿਣਾ ਚਾਹੁੰਦੇ। ਹਾਂਜੀ, ਰਵਦੀਪ ਐਂਡ ਦੈਨ ਪਲਵਿੰਦਰ। ਮੈਨੂੰ ਲੱਗਦਾ ਪਲਵਿੰਦਰ ਵੀ ਇਸ ਦੇ ਨਾਲ ਕੁਝ ਕਰ ਰਹੇ ਨੇ। ਆਫਟਰ ਰਵਦੀਪ ਪਲਵਿੰਦਰ ਆਪਣਾ ਸਾਨੂੰ ਐਗਜ਼ਾਮਪਲ ਜਿਹੜਾ ਇੰਪਲੀਮੈਂਟਸ ਦਾ ਦਿੱਤਾ ਸੀਗਾ, ਪਲੀਜ਼ ਉਹ ਸ਼ੇਅਰ ਕਰਿਓ। ਬਟ Ravdeep, what were you saying? Hanji. So I was just going to add to Dr. Bance's point, as he rightly pointed out, that clusters, geographies have to be identified for collective farming. Dr. Saab, and for everyone's benefit, we've done this geography cluster based on crops is one thing. We also did this based on the farmer's profile. So we divided all our 10,000 farmers in Badmer in 5 categories. This division was based on the resources available to them and the interventions applicable to them. So in some farmers' cases, water harvesting was not required. Different type of intervention was required. In some cases, intervention across. Some farmers were large farmers, they had water, they were not into vegetable farming, so interventions around cumin and isabgol were planned. So we divided the whole set of farmers of the whole district into 5 categories, identified the interventions, and then calculated for each of that intervention that if farmer adopts 3 out of these 5 interventions, then what will be the incremental benefit? So that is the kind of intervention we had done. That's great. Palvinder, ਤੁਸੀਂ ਇਸ ਦੇ ਨਾਲ ਕੁਝ ਜੋੜਨਾ ਚਾਹੋਗੇ ਪਲੀਜ਼? ਹਾਂਜੀ ਹਾਂਜੀ, ਮੈਂ ਨਾ ਇੱਕ ਜਿਹੜੀ ਡਿਸਕਸ਼ਨ ਆ ਇਹਦੇ ਵਿੱਚ ਮੈਨੂੰ ਵੀ ਕੁਝ ਨਵੀਆਂ ਗੱਲਾਂ ਪਤਾ ਲੱਗੀਆਂ। ਜਿੱਦਾਂ ਗੁਰਪ੍ਰੀਤ ਜੀ ਨੇ ਦੱਸਿਆ ਵੀ ਉਹ ਕੋਈ ਕਣਕ ਦੀ ਵੈਰਾਈਟੀ ਜਿਹੜੀ ਪੁਰਾਤਨ ਵੈਰਾਈਟੀ ਆ ਉਹਨੂੰ ਬਿਜਾਈ ਕਰਦੇ ਨੇ। ਪਿਛਲੇ 2 ਸਾਲ ਤੋਂ ਮੈਂ ਬਲੈਕ ਵੀਟ ਮਤਲਬ ਕਾਲੀ ਕਣਕ ਦੀ ਬਿਜਾਈ ਕੀਤੀ ਸੀ। ਉਹਦੇ ਵਿੱਚ ਕੀ ਹੋਇਆ, ਮੈਨੂੰ ਉਹਨੂੰ ਵੇਚਣ ਦੇ ਵਿੱਚ ਬੜੀ ਦਿੱਕਤ ਆਈ ਕਿਉਂਕਿ ਕਿਸੇ ਨੂੰ ਉਹਦੇ ਬਾਰੇ ਜਾਣਕਾਰੀ ਨਹੀਂ ਸੀ। ਇੱਕ ਅਖਬਾਰ ਦੇ ਵਿੱਚ ਇੱਕ ਲੇਖ ਲੱਗਿਆ ਵੀ ਕਾਲੀ ਕਣਕ ਕੈਂਸਰ ਤੋਂ ਬਚਾ ਕਰ ਸਕਦੀ ਹੈ। ਉਹ ਮੈਂ ਉਹਨੂੰ WhatsApp ਦੇ ਉੱਤੇ ਜਿਹੜਾ ਸਟੇਟਸ ਲਾਤਾ, ਤੇ ਉਹ ਮੇਰੀ ਜਿਹੜੀ ਡਿਮਾਂਡ ਮੇਰੀ ਆਉਣੀ ਸ਼ੁਰੂ ਹੋ ਗਈ, ਤੇ ਉਹਦੇ ਨਾਲ ਮੇਰੇ ਤੋਂ ਕਾਫੀ ਬੰਦਿਆਂ ਨੇ ਜਿਹੜੀ ਉਹ ਮੇਰੀ ਕਣਕ ਲੈ ਲਈ। ਜਿੱਦਾਂ ਹੁਣ ਅਸੀਂ ਕੋਧਰਾ, ਕੰਗਣੀ ਤੇ ਰਾਂਗੀ ਇਹਦੀ ਬਜਾਈ ਅਸੀਂ ਕੀਤੀ, ਉਹਦੀ ਮਾਰਕੀਟ ਨਹੀਂ ਸੀ। ਉਹੀ ਚੀਜ਼ ਅਸੀਂ ਫਿਰ ਜਿਹੜਾ ਹੈਗਾ WhatsApp ਰਾਹੀਂ ਗਰੁੱਪ 'ਚ ਪਾਇਆ ਵੀ ਜਿਹੜੇ ਕੋਧਰਾ ਹੈ ਇਹਦੀ ਜਿਹੜਾ ਹੈਗਾ ਬਹੁਤ ਵਧੀਆ ਚੀਜ਼ ਹੈ। ਤੇ ਇਸ ਵੇਲੇ ਸਾਡੇ ਕੋਲ ਕੋਧਰਾ ਹੈ ਨਹੀਂ, ਕਿਉਂਕਿ ਉਹ ਜਿਹੜਾ ਸੀਗਾ ਜਿਨ੍ਹਾਂ ਨੇ ਵੀ ਮਤਲਬ ਜ਼ਰੂਰਤ ਸੀ ਉਹਨਾਂ ਨੇ ਲੈ ਲਿਆ ਵੀ ਜਿਹੜੀ ਹੈਗਾ ਕੋਧਰਾ ਬਹੁਤ ਵਧੀਆ ਜਿਹੜੀ ਹੈਗੀ ਆ ਵੀ ਉਹਦਾ ਰੋਟੀ ਵਧੀਆ ਬਣਦੀ ਆ ਤੇ ਉਹ ਹੈਲਥ ਲਈ ਬਹੁਤ ਵਧੀਆ। ਇੱਕ ਜਿਹੜਾ ਇਹ ਵੇ ਹੈਗਾ ਮੋਬਾਈਲ ਦਾ ਹੋ ਗਿਆ ਜਾਂ ਪ੍ਰਿੰਟ ਮੀਡੀਆ ਹੈਗਾ ਜਾਂ ਇੱਦਾਂ ਦੇ ਮਤਲਬ ਆਪਾਂ ਨੂੰ ਅਡੋਪਟ ਕਰਨੇ। ਇੱਕ ਥੋੜੀ ਪ੍ਰੋਬਲਮ ਆਈ, ਪਹਿਲਾਂ ਜਿਹੜੀ ਕਿਸਾਨ ਮੰਡੀ ਲੱਗਦੀ ਸੀ, ਕੋਵਿਡ ਕਰਕੇ ਕਿਸਾਨ ਮੰਡੀਆਂ ਬੰਦ ਹੋ ਗਈਆਂ। ਜਿਹੜੀ ਕਿਸਾਨ ਮੰਡੀ ਆ ਉਹਦੇ ਵਿੱਚ ਲੱਸੀ ਤੋਂ ਲੈ ਕੇ ਕੁਛ ਵੀ ਖੁੰਬਾਂ ਵੀ ਮੈਂ ਵੇਚੀਆਂ ਨੇ, ਤੇ ਉਹਦੇ ਵਿੱਚ ਜਿਹੜੀ ਡਾਇਰੈਕਟ ਮਾਰਕੀਟਿੰਗ ਹੁੰਦੀ ਉਹ ਮਾਰਕੀਟ ਬਹੁਤ ਵਧੀਆ ਸੈਟਅਪ ਸੀ, ਪਰ ਉਹ ਕੋਵਿਡ ਕਰਕੇ ਹੁਣ ਉਹਨੂੰ ਪ੍ਰੋਪਰ ਨਹੀਂ ਚਲਾ ਸਕਦੇ। ਉਹਦੇ ਕਰਕੇ ਜਿਹੜਾ ਕਿਸਾਨ ਆ ਉਹ ਜਿੱਦਾਂ ਹੁਣ ਝੋਨਾ ਕਣਕ ਨੂੰ ਛੱਡ ਕੇ ਹੋਰ ਪਾਸੇ ਉਹ ਤਾਂ ਨਹੀਂ ਜਾਣਾ ਚਾਹੁੰਦਾ ਵੀ ਜੇ ਕੋਈ ਪ੍ਰੋਬਲਮ ਆਉਂਦੀ ਆ ਮੈਂ ਇਹ ਜਿਹੜੀ ਮੇਰੀ ਕ੍ਰੌਪ ਆ ਇਹਨੂੰ ਮੈਂ ਕਿੱਥੇ ਵੇਚੂੰਗਾ। ਝੋਨਾ ਕਣਕ ਦੀ ਸਪੋਰਟ। ਦੂਜਾ ਇੱਕ ਹੋਰ ਇਹਦੇ 'ਚ ਬੜਾ ਵੱਡਾ ਫੈਕਟਰ ਆ, ਜਿੱਦਾਂ ਸ਼ੈਲਰ ਨੇ, ਸ਼ੈਲਰ ਉਹ ਕਦੋਂ ਚਾਹੁੰਦੇ ਨੇ ਵੀ ਜਿਹੜਾ ਹੈਗਾ ਲੋਕ ਝੋਨਾ ਲਾਉਣਾ ਬੰਦ ਕਰ ਦੇਣ, ਕਿਉਂਕਿ ਉਹਨਾਂ ਦੀ ਤਾਂ ਜਿਹੜੀ ਹੈਗੀ ਆ ਸਾਰਾ ਇਹਦੇ ਨਾਲ ਝੋਨੇ ਦੇ ਨਾਲ ਆ। ਸ਼ਰਾਬ ਦੀ ਫੈਕਟਰੀ ਦੇ ਵਿੱਚ ਝੋਨੇ ਦਾ ਜਿਹੜਾ ਚੌਲ ਆ ਉਹ ਉਹਦੇ 'ਚ ਕਾਫੀ ਜ਼ਿਆਦਾ ਲੱਗਦਾ। ਹੁਣ ਉਹ ਕਦੋਂ ਚਾਹੁੰਣਗੇ ਵੀ ਕਿਸਾਨ ਆ ਜਿਹੜਾ ਉਹ ਝੋਨਾ ਛੱਡੇ? ਐਕਚੁਅਲੀ ਜਿਹੜੇ ਲੋਕ ਨੇ ਉਹ ਵੀ ਨਹੀਂ ਚਾਹੁੰਦੇ ਵੀ ਜੇ ਕਿਸਾਨ ਬਦਨਾਮ ਜ਼ਰੂਰ ਕਿਸਾਨ ਦਾ ਵੀ ਉਹ ਝੋਨਾ ਨਹੀਂ ਛੱਡਦਾ, ਕਣਕ ਨਹੀਂ ਛੱਡਦਾ, ਉਹਨੂੰ ਮਤਲਬ ਇਹੋ ਜਿਹੀ ਦਿਖਾਇਆ ਵਾ ਵੀ ਉਹ ਬਦਨਾਮ ਉਹ ਹੋ ਜਾਂਦਾ ਤੇ ਫਾਇਦਾ ਦੂਜੇ ਲੈ ਰਹੇ ਨੇ। ਝੋਨੇ 'ਚ ਉਹਨੂੰ ਕੋਈ ਬੈਨੀਫਿਟ ਤਾਂ ਨਹੀਂ ਮਿਲ ਰਿਹਾ ਕਿਸਾਨ ਨੂੰ।
ਪਰ ਉਹ ਇੱਕ ਮਜਬੂਰੀ ਬਣ ਕੇ ਜਾਂ ਦੂਜਿਆਂ ਨੂੰ ਦੇਖਾ ਦੇਖੀ ਦੇ ਵਿੱਚ ਉਹ ਝੋਨਾ ਹੀ ਲਾਈ ਜਾਂਦਾ ਜਾਂ ਕਣਕ ਦਾ। ਹੁਣ ਮੇਰਾ ਏਰੀਆ ਜੀ, ਜਿਹੜਾ ਮੇਰਾ ਪਿੰਡ ਆ, ਉੱਥੇ ਅਸੀਂ LR ਆਲੂ ਲਾਉਂਦੇ ਜੀ, ਲਾਲ ਆਲੂ ਜਿਹੜਾ ਪੈਪਸੀ ਨੂੰ ਜਾਂਦਾ। ਉਹ ਹੁਣ ਇੱਕ ਕਲਸਟਰ ਬਣ ਗਏ ਸਾਡੇ ਪਿੰਡ ਦੇ ਵਿੱਚ। ਮੈਕਸੀਮਮ ਲੋਕ ਨੇ ਜਿਹੜੇ ਉਹ LR ਜਿਹੜੀ ਲਾਲ ਆਲੂ ਦੀ ਬਿਜਾਈ ਕਰਦੇ ਨੇ, ਜਿਹੜਾ ਪੈਪਸੀ ਨੂੰ ਮੈਕਸੀਮਮ ਪੈਪਸੀਕੋ ਨੂੰ ਹੀ ਜਾਂਦਾ ਲੇਜ਼ ਵਗੈਰਾ ਵਾਸਤੇ, ਕਿਉਂਕਿ ਸਾਡੇ ਚੰਨੋ ਨਾਲ ਫੈਕਟਰੀ ਆ, ਉਹ ਫੈਕਟਰੀ ਚਲਾ ਜਾਂਦਾ। ਉਹ ਜਿੱਦਾਂ ਨਾਲ ਖੋਖ ਪਿੰਡ ਆ, ਬਿੜਵਾਲ ਪਿੰਡ ਆ, ਉੱਥੇ ਮਿਰਚ ਦਾ, ਟਮਾਟਰ ਦੇ ਇੱਕ ਮੰਡੀ ਬਣ ਗਈ। ਏਦਾਂ ਮਤਲਬ ਪਿੰਡ ਲੈਵਲ ਤੇ ਜਿਹੜੇ ਅਵੇਅਰਨੈਸ ਹੋਵੇ, ਜੇ ਕਰੇ ਤਾਂ ਸਾਰਾ ਪਿੰਡ ਹੀ ਕਰੇ ਤੇ ਉਹਨੂੰ ਵੇਚਣਾ ਵੀ ਸੌਖਾ ਹੋਊਗਾ। ਜਦੋਂ ਅਸੀਂ ਇੱਕ ਪਿੰਡ ਦੇ ਵਿੱਚ ਇੱਕ ਬੰਦਾ ਕੋਈ ਥੋੜਾ ਬਹੁਤਾ ਚੀਜ਼ ਲਾ ਲੈਂਦਾ, ਫਿਰ ਉਹਨੂੰ ਮਾਰਕੀਟਿੰਗ ਦੀ ਪ੍ਰੋਬਲਮ ਆਉਂਦੀ ਹੈ। ਉਦਾਂ ਫਿਰ ਦਿੱਕਤ ਹੈ। ਪਲਵਿੰਦਰ ਸਿੰਘ ਜੀ, ਤੁਹਾਨੂੰ ਇੱਕ ਹੋਰ ਗੱਲ ਹੈ ਜਿਹੜੀ ਨਾ ਆਪਾਂ ਆਪਣੇ ਫਾਰਮਰਸ ਨੂੰ ਦੱਸੀਏ, ਤੇ ਮੈਡਮ ਪ੍ਰਭਜੋਤ ਨੇ ਦੱਸਿਆ ਸੀਗਾ ਕਿ ਤੁਸੀਂ ਕਿਸੇ ਕਿਸਮ ਦਾ WhatsApp ਗਰੁੱਪ ਬਣਾਇਆ ਜਿਹਦੇ 'ਚ ਤੁਸੀਂ ਆਪਣਾ ਕੀ ਕਹਿੰਦੇ ਹੋ ਫਾਰਮਿੰਗ ਇੰਪਲੀਮੈਂਟਸ ਵੀ ਸ਼ੇਅਰ ਕਰਦੇ ਹੋ, ਨੌਲੇਜ ਵੀ ਸ਼ੇਅਰ ਕਰਦੇ ਹੋ। ਉਹ ਕੀ ਚੀਜ਼ ਹੈਗੀ ਹੈ, ਜ਼ਰਾ ਸਾਡੇ ਦਰਸ਼ਕਾਂ ਨੂੰ ਦੱਸੋਗੇ? ਐਕਚੁਅਲੀ ਮੈਂ ਜਿਹੜੇ ਕਿਸਾਨੀ ਨਾਲ ਸੰਬੰਧਿਤ ਮੇਰੇ ਕੋਲ ਗਰੁੱਪ ਨੇ, ਜਿੱਦਾਂ ਜਿਹੜਾ ਹੈਗਾ ਅੰਦੋਲਨ ਚੱਲਦਾ, ਕਿਸਾਨ ਅੰਦੋਲਨ ਦੇ ਮੇਰੇ ਗਰੁੱਪ ਨੇ, ਕਿਸਾਨ ਫਾਰਮਿੰਗ ਦੇ ਮੇਰੇ ਗਰੁੱਪ ਨੇ, ਮੇਰੇ ਪਿੰਡ ਦਾ ਇੱਕ ਗਰੁੱਪ ਬਣਾਇਆ ਵਾ। ਤਕਰੀਬਨ ਕੋਈ 15 ਤੋਂ 20 ਗਰੁੱਪ ਨੇ ਜਿਹੜੇ ਮੇਰੇ ਕੋਲ ਚੱਲ ਰਹੇ ਨੇ। ਜੋ ਵੀ ਮੇਰੇ ਕੋਲ ਇਨਫੋਰਮੇਸ਼ਨ ਆਉਂਦੀ ਆ ਮੈਂ ਸਾਰੇ ਗਰੁੱਪਾਂ 'ਚ ਸ਼ੇਅਰ ਕਰ ਦਿੰਦਾ ਜਾਂ ਫੇਸਬੁੱਕ ਤੇ ਸ਼ੇਅਰ ਕਰ ਦਿੰਦਾ। ਉਹਦੇ ਨਾਲ ਈਵਨ ਮਤਲਬ ਇੰਨਾ ਬੈਨੀਫਿਟ ਮਿਲਦਾ। ਮੈਂ ਤੁਹਾਨੂੰ ਪਹਿਲਾਂ ਵੀ ਦੱਸ ਰਿਹਾ ਸੀਗਾ ਵੀ ਅੱਜ ਮੀਂਹ ਪੈਣਾ ਸੀਗਾ, ਤਕਰੀਬਨ ਮੈਨੂੰ ਕੱਲ ਦੇ ਕਾਫੀ ਕਿਸਾਨਾਂ ਦੇ ਫੋਨ ਆਏ ਗਏ ਵੀ ਪਲਵਿੰਦਰ ਮੀਂਹ ਦੀ ਕੀ ਜਾਣਕਾਰੀ ਆ, ਵੀ ਪਊਗਾ ਜਾਂ ਸਪਰੇਅ ਕਰੀਏ ਨਾ ਕਰੀਏ। ਉਹ ਮਤਲਬ ਇੰਨਾ ਬੈਨੀਫਿਟ ਹੋਣ ਲੱਗ ਗਿਆ ਵੀ ਦੇਖੋ ਝਾੜ ਤਾਂ ਹੁਣ ਜਿੰਨਾ ਲੈਣਾ ਸੀਗਾ ਯੂਨੀਵਰਸਿਟੀ ਵੀ ਕਹਿੰਦੀ ਅਸੀਂ ਲੈ ਚੁੱਕੇ। ਹੁਣ ਅਸੀਂ ਖਰਚੇ ਘਟਾ ਲਈਏ ਤਾਂ ਮਤਲਬ ਡੀਜ਼ਲ ਦਾ ਰੇਟ ਬਹੁਤ ਜ਼ਿਆਦਾ ਹਰ ਰੋਜ਼ ਵੱਧ ਰਿਹਾ। ਇਹ ਤਾਂ ਆਪਣੇ ਹੱਥ 'ਚ ਨਹੀਂ ਘਟਾ ਸਕਦੇ। ਹੁਣ ਜਿੱਦਾਂ ਮੂਹਰੇ ਕਣਕ ਦੀ ਬਿਜਾਈ ਆਉਣੀ ਹੈ ਜੀ, ਮੈਂ ਹੈਪੀ ਸੀਡ ਟੈਕਨੋਲੋਜੀ ਯੂਜ਼ ਕਰਦਾ। ਉਹਦੇ ਵਿੱਚ ਮੈਂ 1500 ਤੋਂ ਲੈ ਕੇ 2000 ਰੁਪਏ ਪਰ ਏਕੜ ਬਿਜਾਈ ਹੋ ਜਾਂਦੀ ਹੈ। ਹਾਰਵੈਸਟਿੰਗ ਤੋਂ ਬਾਅਦ ਕਣਕ ਦੀ ਬਿਜਾਈ ਤੱਕ ਸਿਰਫ 2000 ਰੁਪਇਆ ਪਰ ਏਕੜ ਖਰਚਾ ਆਉਂਦਾ। ਇਹ ਜਿਹੜੀ ਕਨਵੈਨਸ਼ਨਲ ਆ ਉਹਨੂੰ ਪਹਿਲਾਂ ਆਪਾਂ ਅੱਗ ਵੀ ਲਾਉਂਦੇ ਆ। ਅੱਗ ਮੈਂ ਤਾਂ ਵੈਸੇ ਨਹੀਂ ਲਾਉਂਦਾ, ਅੱਗ ਲਾਉਂਦੇ ਆ, ਫਿਰ ਉਹਨੂੰ ਮਤਲਬ ਵਾਹੀ ਕਰਦੇ ਆ। ਤਕਰੀਬਨ 5000 ਰੁਪਏ ਦਾ ਖਰਚਾ। ਮੈਂ ਇਹ ਸਮਝਦਾ ਵੀ 3000 ਰੁਪਇਆ ਸਿੱਧਾ ਹੀ ਕਿਸਾਨ ਦੇ ਜੇਬ 'ਚ ਉਸੇ ਦਿਨ ਪੈ ਜਾਂਦਾ। ਜੇ 10 ਏਕੜ ਦੀ ਖੇਤੀ ਕਰਦਾ ਤਾਂ ਉਹਨੂੰ 30000 ਰੁਪਇਆ ਬਿਜਾਈ ਦੇ ਟਾਈਮ ਹੀ ਬਚ ਗਿਆ। ਇੱਦਾਂ ਮਤਲਬ ਇਹੀ ਆਪਾਂ ਨੂੰ ਇਹ ਕਰਨਾ ਪੈਣਾ ਵੀ ਜਿਹੜਾ ਮੈਂ ਕਾਫੀ ਜ਼ਿਆਦਾ ਗਰੁੱਪਾਂ ਦੇ ਵਿੱਚ ਕਿਸਾਨਾਂ ਨੂੰ ਜਾਣਕਾਰੀ ਦਿੰਦਾ ਵੀ ਮੌਸਮ ਦਾ ਇਹ ਰਹੂਗਾ, ਜਾਂ ਹੁਣ ਤੁਸੀਂ ਪਾਣੀ ਲਾਉਣਾ ਜਾਂ ਨਹੀਂ ਲਾਉਣਾ, ਜਾਂ ਮੀਂਹ ਕਿੰਨਾ ਪਿਆ ਉਹਦੀ ਵੀ ਮੈਂ ਜਾਣਕਾਰੀ ਜਿਹੜੀ ਅਪ ਟੂ ਡੇਟ ਦਿੰਦਾ ਰਹਿੰਦਾ। ਜਿਵੇਂ ਅੱਜ ਕਿੰਨਾ ਮੀਂਹ ਪਿਆ, ਕੱਲ ਸਵੇਰੇ ਪਤਾ ਲੱਗ ਜੂਗਾ ਵੀ ਇਹ 2 mm ਪਿਆ, 10 mm ਪਿਆ, 20 mm ਪਿਆ, ਕਿੰਨਾ ਪਿਆ। ਉਦੋਂ ਫਿਰ ਮਤਲਬ ਕਾਫੀ ਆਈਡੀਆਜ਼ ਬਣ ਜਾਂਦੇ ਨੇ ਜੀ। ਮੈਂ ਪੁੱਛਣਾ ਸੀ ਕਿ ਜਿਹੜੀ ਹੁਣ ਤੁਸੀਂ ਇਨਫੋਰਮੇਸ਼ਨ ਦਿੱਤੀ ਹੈ, ਜੇ ਆਪਣੇ ਸਾਰੇ ਪਿੰਡ, ਜਿਵੇਂ ਹੁਣ ਆਪਣੇ ਉੱਥੇ ਫਾਰਮਰਸ ਪ੍ਰੋਟੈਸਟ ਤੇ ਸਾਰੇ ਪੰਜਾਬ ਤੋਂ, ਹਰਿਆਣਾ ਤੋਂ, ਕਿੰਨੀਆਂ ਥਾਵਾਂ ਤੋਂ ਆਏ ਹੋਏ ਨੇ ਫਾਰਮਰਸ, ਇਹ ਜਦੋਂ ਆਪਾਂ ਸਟੇਜ ਹੁੰਦੇ ਨੇ, ਮੈਂ ਅੱਗੇ ਵੀ ਇਹ ਗੱਲ ਕਹੀ ਹੈਗੀ ਹੈ, ਜਿਹੜੇ ਆਪਣੇ ਉੱਥੇ ਸਟੇਜ ਲੱਗਦੇ ਨੇ, ਮੇਨ ਸਟੇਜ, ਉੱਥੇ ਕਾਫੀ ਮੈਂ ਦੇਖਿਆ ਹੈਗਾ ਗੀਤ ਗਾਣਾ ਵਜਾਉਣਾ, ਹੁਣ ਉਹ ਵੀ ਚਾਹੀਦਾ, ਐਂਟਰਟੇਨਮੈਂਟ ਚਾਹੀਦੀ ਹੈ, ਫਿਰ ਆਪਣੀਆਂ ਸਪੀਚਸ ਨੇ, ਆਪਾਂ ਕਾਫੀ ਮੈਂ ਦੇਖ ਰਹੀ ਉਹਦੇ ਚ ਆਪਾਂ ਗਵਰਨਮੈਂਟ ਦੀ ਬੈਸ਼ਿੰਗ ਹੀ ਕਰੀ ਜਾਂਦੇ ਆ। ਉਹ ਸਾਨੂੰ ਪਤਾ ਹੈ ਗਵਰਨਮੈਂਟ ਕਿਵੇਂ ਦੀ ਹੈ, ਹਨਾ। ਆਪਾਂ ਜਿਵੇਂ ਹੁਣ ਤੁਸੀਂ ਹੋ, ਜੇ ਤੁਸੀਂ ਉੱਥੇ ਸਟੇਜ ਤੇ ਜਾ ਕੇ ਇਨਫੋਰਮੇਸ਼ਨ ਨੌਲੇਜ ਦਿਓ, ਆਪਣੀ ਇੱਕ ਰੈਡੀਮੇਡ ਆਡੀਅנס ਹੈਗੀ ਆ ਉੱਥੇ ਜਿਹੜੀ ਕਿ ਤੁਹਾਨੂੰ ਸੁਣ ਸਕਦੀ ਹੈ, ਤੁਹਾਡੇ ਨਾਲ ਕਨੈਕਟ ਕਰ ਸਕਦੀ ਹੈ। ਆਪਾਂ ਨੂੰ ਚਾਹੀਦਾ ਕਿਸਾਨ ਆਪਾਂ ਕਿਸ ਤਰ੍ਹਾਂ ਇਹ ਮੈਸੇਜ ਅਵੇਅਰਨੈਸ, ਜਿਵੇਂ ਪੈਗੰਬਰੀ ਵੀਟ ਹੈ, ਤੁਹਾਡੀ ਕਾਲੀ ਵੀਟ ਹੈ, ਬਲੈਕ ਵੀਟ, ਇਹਦੇ ਬਾਰੇ ਇਨਫੋਰਮੇਸ਼ਨ ਆਪਾਂ ਇਸ ਤਰ੍ਹਾਂ ਦੇ ਪਲੇਟਫਾਰਮਸ ਤੇ ਦੇਣੀ ਬਹੁਤ ਜ਼ਰੂਰੀ ਹੈ। ਇਹਦੇ ਲਈ ਆਪਾਂ ਕੀ ਕਰ ਸਕਦੇ ਹਾਂ? ਆਪਣੇ ਐਕਸਪਰਟਸ ਵੀ ਬੈਠੇ ਨੇ, ਸਾਡਾ ਤਾਂ ਕੋਈ ਕਨੈਕਸ਼ਨ ਹੈ ਹੀ ਨਹੀਂ ਲੀਡਰਸ ਦੇ ਨਾਲ। ਜੇ ਸਾਡੇ ਕੋਈ ਸੁਣ ਰਹੇ ਨੇ, ਕੋਈ ਇੰਪੋਰਟੈਂਟ ਪੋਲੀਟੀਸ਼ੀਅਨਸ, ਪਲੀਜ਼ ਮੇਕ ਅ ਨੋਟ, we want to send this information to people who are sitting on the ground, ਉਹਨਾਂ ਨੂੰ ਪਤਾ ਹੋਏ ਕਿ ਇਹ ਚੀਜ਼ਾਂ ਹੋ ਰਹੀਆਂ ਨੇ। ਡਾਕਟਰ ਭੁਪਿੰਦਰ ਸਿੰਘ ਨੇ ਕਿੰਨੀਆਂ ਅੱਛੇ ਐਗਜ਼ਾਮਪਲਸ ਦਿੱਤੇ ਨੇ, ਸਾਨੂੰ ਪਤਾ ਹੀ ਨਹੀਂ ਸੀ ਇਹਦੇ ਬਾਰੇ। ਸੋ ਆਪਾਂ ਇਹ ਕਿਸ ਤਰ੍ਹਾਂ ਅੱਗੇ ਲਿਆ ਸਕਦੇ ਹਾਂ? ਪਲੀਜ਼ ਐਨੀ ਆਈਡੀਆਜ਼, ਐਨੀ ਸੁਜੈਸਸ਼ਨ? ਮੈਂ ਕੁਛ ਐਡ ਕਰ ਸਕਦੀ ਹੈਗੀ ਆ। ਸਿਮਰਨ ਨੇ ਬਹੁਤ ਸੋਹਣੀ ਗੱਲ ਕਹੀ ਹੈਗੀ ਹੈ ਕਿ ਉੱਥੇ ਸਾਰੇ ਬੈਠੇ ਨੇ, ਤੇ ਸਾਡਾ ਗਰੁੱਪ ਹੈ, ਸਾਡਾ ਗਰੁੱਪ ਖਾਲੀ ਕੰਸਰਨਡ ਹੈ ਫਾਰਮਿੰਗ ਬਾਰੇ, farmers ਬਾਰੇ। we are concerned only about them। ਤੇ ਜੇ ਸਾਡੇ ਮੀਡੀਅਮ ਤੋਂ ਵਾਕਈ ਜੇ ਆਪਣੇ SKM ਵਾਲੇ ਵੀ ਜੇ ਸਾਰੇ ਜਣੇ ਇਸ ਗੱਲ ਨੂੰ ਸੁਣ ਰਹੇ ਹੈ, ਪਲਵਿੰਦਰ ਸਿੰਘ ਇਜ਼ ਦਾ ਬੈਸਟ ਐਗਜ਼ਾਮਪਲ। ਜਿਵੇਂ ਰਬਦੀਪ ਕਹਿ ਰਹੀ ਸੀ ਕਿ ਜਦੋਂ ਤੱਕ ਕੁਛ ਹੁੰਦਾ ਨਹੀਂ ਉਦੋਂ ਤੱਕ ਲੋਕਾਂ ਨੂੰ ਪਤਾ ਨਹੀਂ ਲੱਗਦਾ, ਹਰ ਕੋਈ ਘਬਰਾਉਂਦਾ ਹੈ
ਆਖਿਰਕਾਰ ਉਹਨਾਂ ਦੀ ਰੋਜ਼ੀ ਰੋਟੀ ਹੈ। ਉਹਨਾਂ ਦੇ ਕੋਲ ਤਾਂ ਛੋਟਾ ਜਿਹਾ ਇੱਕ ਚੀਜ਼ ਹੈ, ਜਿਹੜਾ ਅਮੀਰ ਬੰਦਾ ਹੈ ਉਹਦੇ ਕੋਲ ਇੱਕ ਲਗਜ਼ਰੀ ਹੈ ਐਕਸਪੈਰੀਮੈਂਟ ਕਰਨ ਦੀ, ਪਰ ਜਿਹੜਾ ਗਰੀਬ ਬੰਦਾ ਹੈ ਜਿਹਦੀ ਇੱਕ ਕਿਸਮ ਦੀ ਖੇਤੀਬਾੜੀ ਚੱਲ ਰਹੀ ਹੈ ਉਹ ਐਕਸਪੈਰੀਮੈਂਟ ਨਹੀਂ ਕਰ ਸਕਦਾ। ਪਰ ਜੇ ਆਪਾਂ ਐਗਜ਼ਾਮਪਲ ਰੱਖਾਂਗੇ ਉੱਥੇ ਕਿ ਕਿਸੇ ਦੀ ਸਕਸੈਸ ਹੋਈ ਹੈ, ਸਭ ਤੋਂ ਵਧੀਆ ਐਗਜ਼ਾਮਪਲ ਹੈਗਾ ਆਪਣੇ ਕੋਲੇ ਪਲਵਿੰਦਰ ਸਿੰਘ ਜੀ ਦਾ, ਜਿਹੜੇ ਇੱਕ ਮਾਰਜਨਲ ਫਾਰਮਰ ਹੈਗੇ ਆ ਪਰ ਉਹਨਾਂ ਨੇ ਆਪਣੀ ਪੜ੍ਹਾਈ ਸਾਇੰਸ ਤੇ ਟੈਕਨੋਲੋਜੀ ਨੂੰ ਨਾਲ ਯੂਜ਼ ਕੀਤਾ ਹੈਗਾ। ਸੋ ਇੱਕ ਇਹ ਮੈਸੇਜ ਆਪਾਂ ਰੈਪ ਕਰਦੇ ਹੋਏ ਸਾਰਿਆਂ ਨੂੰ ਇੱਕ sorry Simran, you had something to say? No, sorry, I haven't put my hand down. One second. Okay, so everybody's inputs on how we can help in innovation, कि collective ਤਾਂ ਅਸੀਂ ਆਪ ਹੀ ਬਣਾਉਣਾ ਹੈਗਾ। We are not going to look at anyone ਕਿ ਕੌਣ ਆਊਗਾ ਕੌਣ ਨਹੀਂ ਆਊਗਾ। ਆਪਾਂ ਹੈਗੇ ਆ ਇੱਥੇ, ਆਪਾਂ ਸਾਰੇ ਜੁੜੇ ਹੋਏ ਆ। ਸਾਡਾ ਤਾਂ ਇੱਕ ਬੜਾ ਵਧੀਆ ਪਲੇਟਫਾਰਮ ਹੈਗਾ, ਜੋ ਕੋਈ ਕਰਨਾ ਚਾਹੁੰਦਾ ਹੈਗਾ। ਅੱਗੇ ਵੀ ਮੈਂ ਕੋਸ਼ਿਸ਼ ਕੀਤੀ ਸੀਗੀ ਕਿ ਫਰਾਈਡੇ ਨੂੰ ਆਪਣੀ ਪ੍ਰੋਡਿਊਸ ਬਾਰੇ ਲਿਖੋ, ਆਪਣੇ ਫਾਰਮਰਸ ਇਸ ਗਰੁੱਪ ਦੇ ਉੱਤੇ ਪਾਓ, ਆਪਣੀ ਡਾਇਰੈਕਟ ਪ੍ਰੋਡਿਊਸ ਸੈਲ ਕਰਨ। ਸੋ ਇਹ ਇੱਕ ਬੜਾ ਵਧੀਆ ਫਾਇਦਾ ਹੋ ਸਕਦਾ ਹੈਗਾ। ਇਹ ਨਹੀਂ ਹੋ ਸਕਦਾ ਕਿ ਆਪਾਂ ਆਪਣੇ ਸਰਪੰਚਾਂ ਨੂੰ ਮੋਟੀਵੇਟ ਕਰੀਏ। ਗੁਰਦੁਆਰਿਆਂ ਦੇ ਵਿੱਚ ਸਭ ਤੋਂ ਜ਼ਿਆਦਾ ਗੁਰਦੁਆਰੇ 'ਚ ਹੁੰਦਾ, ਪਿੰਡ ਦੇ ਵੀ ਗੁਰਦੁਆਰੇ ਸਾਰੇ ਲੋਕ ਇਕੱਠੇ ਹੁੰਦੇ ਆ। ਉੱਥੋਂ ਇੱਕ ਡਿਸਕੋਰਸ ਕਰਨਾ ਚਾਹੀਦਾ ਹੈਗਾ ਕਿ ਆਪਾਂ ਇਹਦੇ ਵੱਲ ਵੀ ਤੁਰੀਏ ਜੀ, ਆਪਣੇ ਆਪ ਨੂੰ ਤਾਂ ਆਪਾਂ ਹੀ ਬਚਾਉਣਾ ਹੈਗਾ। ਹਾਂਜੀ, ਮੇਰਾ ਖਿਆਲ ਰਵਦੀਪ ਨੇ ਕੁਝ ਕਹਿਣਾ ਜੀ। Yeah, just adding to your point, Smita, I feel two organizations or institutions are critical to bring farmers together in a collective fashion, and I'm talking about the forward linkage. We spoke about Gram Panchayats already. Gram Panchayats do have land. Why not put, as Pulvinder ji said, mandiyan, farmer mandiyan band ho rahiyan ne because of lockdown. It has now started to open up back again. So Gram Panchayat has land. Why not to use some of that part? Let's say have a weekly market. Then the DC offices at the district level. Similarly, Gram Panchayat offices at the block level or agriculture offices at the block level have some land. We start putting out farmer markets back again. So this will have more visibility for innovative products like Gurpreet and Pulvinder both are talking about. I also wanted to add, ਇੱਕ ਆਪਣੇ ਚੰਡੀਗੜ੍ਹ ਦੇ ਵਿੱਚ ਵੀ ਇੱਕ ਫਾਰਮਰਸ ਮੰਡੀ ਹੁੰਦੀ ਹੈ, ਉਹਦੇ ਵਿੱਚ ਸਾਨੂੰ ਬੜੇ ਪ੍ਰਾਈਮ ਐਗਜ਼ਾਮਪਲਸ ਦਿੱਤੇ ਸੀਗੇ। ਸਾਡੇ ਇੱਕ ਵੀ ਸਪੋਰਟ ਫਾਰਮਰਸ ਦੇ ਨੇ, ਮਿਸਿਸ ਰਮਨ ਮਾਨ। ਉਹ ਈਵਨ ਜਿਵੇਂ ਪਲਵਿੰਦਰ ਤੁਸੀਂ ਦੱਸ ਰਹੇ ਸੀ ਨਾ, ਲੱਸੀ ਤੋਂ ਲੈ ਕੇ ਕਿਊਕੰਬਰ ਤੱਕ ਤੁਸੀਂ ਵੇਚਿਆ ਹੈਗਾ। ਉੱਥੇ ਫਾਰਮਰਸ ਸਾਗ ਤੇ ਮੱਕੀ ਦੀ ਰੋਟੀ, ਮੁਰੱਬੇ, ਜਿਹੜੇ ਆਪਣੇ ਪਿੰਡਾਂ ਦੇ ਵਿੱਚ ਬਿਸਕਿਟ ਬਣਦੇ ਹੁੰਦੇ ਸੀ, ਛੋਟੇ ਹੁੰਦੇ ਅਸੀਂ ਨਾਨਕੇ ਜਾਈਦਾ ਸੀ ਤੇ ਉਹ ਟਿਨ ਵਾਲੇ ਬਿਸਕਿਟ ਹੁੰਦੇ ਸੀਗੇ ਦੇਸੀ ਘਿਓ ਦੇ ਬਣੇ ਹੋਏ। ਆਪਣਾ ਹਰ ਇੱਕ ਜਿਹੜਾ ਪਿੰਡ ਹੈ ਜਾਂ ਆਪਣੇ 5-6 ਪਿੰਡ ਇਕੱਠੇ ਹੋ ਕੇ ਇਹੋ ਜਿਹੇ ਜੇ ਪ੍ਰੋਡਿਊਸ ਬਣਾਉਣ ਤੇ ਆਪਾਂ ਥੋੜਾ ਜਿਹਾ ਐਡ ਕਰ ਸਕਦੇ ਹਾਂ ਟੂ ਆਰ ਇਨਕਮ। ਕਿਉਂਕਿ ਜਿਹੜਾ ਮਾਰਜਨਲਾਈਜ਼ਡ ਫਾਰਮਰ ਹੈ ਉਹਦੀ ਸ਼ਾਇਦ ਉਹਨੂੰ ਕ੍ਰੌਪ ਵੱਲੋਂ ਇੰਨਾ ਪੈਸਾ ਨਹੀਂ ਆ ਰਿਹਾ ਹੈਗਾ, ਬਟ ਜਿਹੜੀਆਂ ਨਾਲ ਐਕਸਟਰਾ ਚੀਜ਼ਾਂ ਨੇ ਉਹਦੇ ਨਾਲ ਉਹਨਾਂ ਦੀ they can improve their economics in the house. ਬਿਲਕੁਲ ਠੀਕ। ਔਰ ਜਿਹੜੇ ਪਿੰਡ 4-5 ਰਲ ਕੇ, ਜਿਵੇਂ ਪਲਵਿੰਦਰ ਦੇ WhatsApp ਗਰੁੱਪ ਨੇ, ਆਪਾਂ 3-4 ਪਿੰਡਾਂ ਦਾ ਇੱਕ ਕਲਸਟਰ ਬਣੇ ਜਿੱਥੇ ਉਹ ਇੱਕ ਪਿੰਡ ਇਹ ਗਰੋ ਕਰ ਰਿਹਾ, ਦੂਜਾ ਪਿੰਡ ਇਹ ਗਰੋ ਕਰ ਰਿਹਾ, ਸੋ ਤਾਂ ਕਿ ਇੱਕ ਚੀਜ਼ ਦਾ ਗਲਟ ਵੀ ਨਾ ਆ ਜਾਏ। ਇਹ ਨਾ ਹੋਏ ਕਿ ਸਾਰੇ 5 ਪਿੰਡ ਆਲੂ ਬੀਜਣ ਲੱਗ ਜਾਣ ਤੇ ਆਲੂਆਂ ਦਾ ਗਲਟ ਆ ਜਾਏ। So they can divide ਕਿ ਕਿਹੜਾ ਪਿੰਡ ਕੀ produce ਕਰ ਸਕਦਾ ਹੈ। We need coordination. We've seen ਕਿ coordination ਹੈ। So I think it's feasible. I think if we just go around the group and ਇੱਕ ਕੋਈ message ਸਾਰੇ ਜਾਣੇ please ਦਿਓ ਡਾਕਟਰ ਬੈਂਸ ਕਿ ਆਪਾਂ ਇਹਨੂੰ ਕਿਸ ਤਰ੍ਹਾਂ forward ਲੈ ਕੇ ਜਾਈਏ। ਆਪਾਂ ਬਹੁਤ discussions ਕਰਦੇ ਹਾਂ and I think something good is achieved, but how do we take it to the next level? Exactly. So ਮੈਮ ਆਪਾਂ ਲਾਸਟ ਟਾਈਮ ਵੀ ਗੱਲ ਕਰ ਰਹੇ ਸੀਗੇ, ਆਪਣੇ ਕੋਲ ਐਗਜ਼ਾਮਪਲਸ ਹੈਗੀਆਂ ਐਂਡ ਯੂ ਸੀ ਦੇਖੋ ਪੰਜਾਬ ਦੀ ਇਨਵਾਇਰਨਮੈਂਟ ਇਸ ਤਰ੍ਹਾਂ ਦੀ ਹੈ ਕਿ ਅਸੀਂ ਮੇਰੇ ਖਿਆਲ ਵੀ ਕੈਨ ਗਰੋ ਵਾਈਡ ਰੇਂਜ ਆਫ ਕ੍ਰੌਪਸ। ਮਤਲਬ ਐਗਜ਼ਾਮਪਲਸ ਆਪਣੇ ਕੋਲ ਹੈਗੀਆਂ, ਬਟ ਦੇ ਨੀਡ ਟੂ ਬੀ ਰੈਪਲੀਕੇਟ ਹੋਣ ਦੀ ਲੋੜ ਹੈ ਐਂਡ ਗਰੁੱਪਸ ਬਣਨ ਦੀ ਲੋੜ ਹੈ, ਕਲਸਟਰਸ ਬਣਨ ਦੀ ਲੋੜ ਹੈ। ਇਸ ਤਰ੍ਹਾਂ ਰਵਦੀਪ ਜੀ ਨੇ ਦੱਸਿਆ ਕਿ ਜ਼ਰੂਰੀ ਨਹੀਂ ਕਿ ਇੱਕ ਏਰੀਆ ਦਾ ਇੱਕ ਕਲਸਟਰ ਬਣੇ,
ਸੋ ਇੱਕ ਟਾਈਪ ਦਾ ਜਿਹੜੇ ਕੰਮ ਕਰਦੇ ਉਹਨਾਂ ਦਾ ਕਲਸਟਰ ਬਣ ਕੇ ਅੱਜ ਕੱਲ੍ਹ ਟੈਕਨੋਲੋਜੀ ਹੈਗੀ, ਜਿਸ ਤਰ੍ਹਾਂ ਪਲਵਿੰਦਰ ਜੀ ਨੇ ਗਰੁੱਪਸ ਬਣਾਏ ਹੋਏ ਆ, ਇਸ ਤਰ੍ਹਾਂ ਗਰੁੱਪਸ ਦੀ ਹੈਲਪ ਲੈ ਸਕਦੇ ਆਪਾਂ, ਗਰੁੱਪ ਬਣ ਜਾਵੇ। ਬਟ ਪਿੰਡਾਂ ਚੋਂ ਲੀਡ ਲੈਣੀ ਪਏਗੀ, ਚਾਹੇ ਜਿਹੜੇ ਲੀਡਰਸ ਨਾ ਉਹ ਆਇਡੈਂਟੀਫਾਈ ਕਰਨੇ ਪੈਣਗੇ, ਉਹ ਲੀਡਰਸ ਆਇਡੈਂਟੀਫਾਈ ਕਰਕੇ ਲੀਡ ਲੈਣੀ ਪਏਗੀ ਕਿਸੇ ਨੂੰ। ਸੋ ਉਹ ਇਸ ਤਰ੍ਹਾਂ ਕਰਨਾ ਪਏਗਾ, ਟੈਕਨੋਲੋਜੀ ਦੀ ਹੈਲਪ ਲੈਣੀ ਪਏਗੀ, ਗਰੁੱਪ ਬਣਾਉਣੇ ਪੈਣਗੇ, ਤੇ ਜਿਹੜੇ ਆਲਰੇਡੀ ਇਹ ਰੈਪਲੀਕੇਟ ਕਰਨੇ ਪੈਣਗੇ ਮਾਡਲ ਆਪਣੇ ਕੋਲ ਐਗਜ਼ਾਮਪਲਸ ਹੈਗੀਆਂ, ਕਾਫੀ ਐਗਜ਼ਾਮਪਲਸ ਆ, ਬਟ ਉਹ ਦੇ ਆਰ ਵੈਰੀ ਫਿਊ ਪੀਪਲ, ਉਹ ਆਪਣੇ ਲੈਵਲ ਤੇ ਕੱਲੇ ਲੱਗੇ ਹੋਏ ਆ। ਸੋ ਬੜਾ ਰੇਂਜ ਆਫ ਕ੍ਰੌਪਸ, ਰੇਂਜ ਆਫ, ਜਿਵੇਂ ਇੱਕ ਐਗਰੋ ਬੇਸਡ ਇੰਡਸਟਰੀਜ਼ ਵੀ ਹੈਗੀਆਂ, ਛੋਟੇ ਪ੍ਰੋਸੈਸਿੰਗ ਪਲਾਂਟਸ ਵੀ ਹੈਗੇ, ਜਿਹੜੇ ਬੜਾ ਛੋਟਾ ਜਿਹਾ ਪਲਾਂਟ ਵਿਲੇਜ ਲੈਵਲ ਤੇ ਸੈਟਅਪ ਹੋ ਜਾਂਦਾ ਹੈ। ਸੋ ਇਸ ਤਰ੍ਹਾਂ, ਜਿਸ ਤਰ੍ਹਾਂ ਆਪਾਂ ਲਾਸਟ ਟਾਈਮ ਗੱਲ ਕਰ ਰਹੇ ਸੀ, ਜਿਸ ਤਰ੍ਹਾਂ ਹੁਣ ਅੱਜ ਗੱਲ ਕੀਤੀ ਲੇਡੀਜ਼ ਨੂੰ ਇਨਵੋਲਵ ਕਰਨ ਦੀ, ਲੇਡੀਜ਼ ਜਿਵੇਂ ਮੈਂ ਕੱਲ ਦੇਖ ਰਿਹਾ ਸੀਗਾ, ਇੱਕ ਟੀਵੀ ਚੈਨਲ ਤੇ ਆ ਰਿਹਾ ਸੀ, ਇੱਕ ਤਰਨ ਪੱਟੀ ਤੋਂ ਸੀ ਇੱਕ ਲੜਕੀ, ਉਹ ਫੁਲਕਾਰੀ ਮੇਕਿੰਗ 'ਚ ਹੈਗੀ ਹੈ। ਸੋ ਸ਼ੀ ਇਜ਼ ਮੇਕਿੰਗ ਅ ਗੁੱਡ ਫੋਰਚੂਨ। ਸੋ ਇਸ ਤਰ੍ਹਾਂ ਦੇ ਐਗਜ਼ਾਮਪਲਸ ਆਪਣੇ ਕੋਲ ਹੈਗੀਆਂ, ਬਟ ਆਰਗੇਨਾਈਜ਼ ਹੋ ਕੇ ਕਲਸਟਰਸ ਬਣਨ ਦੀ ਲੋੜ ਹੈ, ਤੇ ਉਹਨਾਂ ਦੇ ਗਰੁੱਪ ਬਣਨ ਦੀ ਲੋੜ ਹੈ, ਰੈਪਲੀਕੇਟ ਕਰਨ ਦੀ ਲੋੜ ਹੈ। ਥੈਂਕ ਯੂ। ਬਿਲਕੁਲ ਸਹੀ। ਜਦੋਂ ਆਪਾਂ ਇੱਕ ਬੰਦਾ ਪਿੰਡ ਦਾ ਤਰੱਕੀ ਕਰਦਾ, ਜੇ ਉਹ ਸਾਰਿਆਂ ਨੂੰ ਇਨਵੋਲਵ ਕਰੇਗਾ, ਸਾਰੇ ਪਿੰਡ ਦੀ ਤਰੱਕੀ ਹੋਏਗੀ, ਔਰ ਜਿਹਨੇ ਤਰੱਕੀ ਕੀਤੀ ਉਹਦੀ ਚੌਗਣੀ ਤਰੱਕੀ ਹੁੰਦੀ ਹੈ। ਔਰ ਉਹ ਲੜਕੀ, ਹਾਂਜੀ, ਲੜਕੀ ਦੱਸ ਰਹੀ ਸੀ ਫੁਲਕਾਰੀ ਵਾਲੀ, ਕਹਿੰਦੀ ਕਿ ਮੈਂ ਪਹਿਲਾਂ ਅਸੀਂ ਕੰਮ ਮੰਗਣ ਜਾਂਦੇ ਸੀ ਲੋਕਾਂ ਕੋਲ, ਹੁਣ ਲੋਕ ਸਾਡੇ ਘਰ ਆ ਕੇ ਕੰਮ ਮੰਗਦੇ ਆ। ਬਿਲਕੁਲ ਬੜੀ ਇੰਸਪੀਰੇਸ਼ਨ ਹੈ। ਉਹਦੀ, ਹਾਂਜੀ, ਉਹਦਾ BBC ਨਿਊਜ਼ ਤੇ ਵੀ ਉਹਦਾ ਕਵਰੇਜ ਹੈਗਾ, ਐਂਡ ਉਹਨੇ ਸ਼ੀ ਸਟਾਰਟਡ ਐਜ਼ ਇਟਸ ਅ ਸੋਸ਼ਲ ਐਂਟਰਪ੍ਰਾਈਜ਼, ਐਂਡ ਇਟਸ ਅਮੇਜ਼ਿੰਗ, ਕਿਉਂਕਿ ਜਿਹੜੀਆਂ ਪਿੰਡ ਦੀਆਂ ਲੇਡੀਜ਼ ਹੈ, ਦੇ ਆਲ ਗੈਟ ਇਕਨੋਮਿਕ ਇੰਡੀਪੈਂਡੈਂਸ ਮਿਲਦੀ ਹੈ, ਫਾਈਨੈਂਸ਼ੀਅਲੀ ਉਹਨਾਂ ਨੂੰ ਕਿੰਨਾ ਫਾਇਦਾ ਹੈ, ਔਰ ਉਹਦੇ ਨਾਲ ਘਰ ਦੀ ਤਰੱਕੀ ਹੈ, ਫਿਰ ਪਿੰਡ ਦੀ ਤਰੱਕੀ ਹੈ। ਬਿਲਕੁਲ ਰੈਪਲੀਕੇਟ ਕਰਨ ਦੀ ਲੋੜ ਹੈ, ਇਹਨਾਂ ਨੂੰ ਐਡਵਰਟਾਈਜ਼ ਕਰਨ ਦੀ ਲੋੜ ਹੈ। ਈਵਨ ਹੁਣ ਜਿਵੇਂ ਆਪਣੇ ਗਰੁੱਪ ਦੇ ਵਿੱਚ, ਸੌਰੀ ਡਾਕਟਰ ਸਾਹਿਬ, ਜਿਵੇਂ ਆਪਾਂ ਮੈਂ ਇੱਕੋ ਗਰੁੱਪ ਸ਼ੁਰੂ ਕੀਤਾ ਹੈਗਾ ਜਿਹੜਾ ਪੰਜਾਬ ਦਾ, ਤੇ ਉਹਦੇ ਵਿੱਚ ਹਾਂ ਮੈਂ ਕੁਲਦੀਪ ਜਿਹੜੇ ਸ਼ਾਲ ਬਣਾਉਂਦੇ ਆ, ਐਗਜ਼ਾਮਪਲ ਦੱਸਦੀ ਹਾਂ। ਕੱਲ ਮੈਨੂੰ ਉਹਦਾ ਫੋਨ ਆਇਆ ਤੇ ਕਹਿੰਦਾ ਕਿ ਜੀ ਪਤਾ ਨਹੀਂ ਤੁਸੀਂ ਇੰਸਪੀਰੇਸ਼ਨ ਦਿੱਤੀ ਜਾਂ ਕੀ ਕਿਹਾ। ਮੈਨੂੰ ਉਹਦੇ ਨਾਲ ਗੱਲ ਕਰਦੇ ਮੈਨੂੰ ਮੇਰਾ ਖਿਆਲ 2 ਮਹੀਨੇ ਹੋ ਗਏ ਕਿ ਉਹਨੂੰ ਐਜੂਕੇਟ ਕਰਾਂ, ਤੂੰ ਗਰੁੱਪ ਤੇ ਪਾ, ਤੂੰ ਆ ਕਰ। ਉਹਨੂੰ ਮੈਂ ਥੋੜੇ ਜਿਹੇ ਐਗਜ਼ਾਮਪਲਸ ਦਿੱਤੇ ਕਿ ਤੇਰਾ ਵੂਲ ਬਹੁਤ ਅੱਛਾ ਹੈਗਾ, ਤੂੰ ਥਰੋਜ਼ ਬਣਾ ਸਕਦਾ, ਕੁਸ਼ਨਸ ਬਣਾ ਸਕਦਾ, ਤੇ ਲੈਟਸ ਸੈਲ ਇਟ। ਇਹਨੇ ਕਿਤੇ ਇਹ ਗੱਲ ਉਹਦੇ ਦਿਮਾਗ 'ਚ ਰਹਿ ਗਈ, ਤੇ ਉਹਨੇ ਪਾਣੀਪਤ ਕਿਸੇ ਨੂੰ ਦਿਖਾਇਆ, ਉਹਨੂੰ ਆਰਡਰ ਆ ਗਏ, ਤੇ ਮੈਨੂੰ ਕੱਲ ਕਹਿੰਦਾ ਜੀ ਵਧਾਈਆਂ ਤੁਹਾਨੂੰ ਕਿ ਅਸੀਂ ਆਹ ਕਰ ਰਹੇ ਹੈਗੇ ਆ। ਮੈਂ ਕਿਹਾ ਬਹੁਤ ਅੱਛੀ ਗੱਲ ਹੈਗੀ ਹੈ, ਹੋਰ ਵਧੋ। ਕਹਿੰਦੇ ਜਦੋਂ ਤੁਸੀਂ ਆਏ ਸੀਗੇ ਮੇਰੇ ਕੋਲ ਇੱਕ ਕਾਰੀਗਰ ਨਹੀਂ ਬੈਠਾ ਸੀ, ਕਿਉਂਕਿ ਲੋਕਡਾਊਨ ਦੇ ਟਾਈਮ ਸਾਰੇ ਜਣੇ ਇੱਥੋਂ ਚਲੇ ਗਏ ਸੀਗੇ, ਉਹ ਮਜ਼ਦੂਰੀ ਕਰ ਰਹੇ ਸੀ, ਤੇ ਕਹਿੰਦੇ ਤੁਸੀਂ ਆਓ। ਮੈਂ ਕਿਹਾ ਮੈਂ ਜ਼ਰੂਰ ਆਉਂਗੀ, ਤੇ ਮੈਂ ਦੇਖਾਂਗੀ, ਕਿਉਂਕਿ ਮੈਨੂੰ ਬੜੀ ਖੁਸ਼ੀ ਹੋਈ ਹੈਗੀ ਹੈ ਕਿ ਇੱਕ ਬੰਦੇ ਨੂੰ ਕੁਛ ਚੰਗਾ ਮਿਲ ਗਿਆ। ਐਗਜ਼ਾਮਪਲਸ ਹੈਗੇ ਆ ਡਾਕਟਰ ਸਾਹਿਬ, ਬਹੁਤ ਹੈਗੇ ਨੇ, ਬਸ ਆਪਾਂ ਹੀ ਮੋਟੀਵੇਟ ਕਰਨਾ, ਆਪਾਂ ਹੀ ਇਨਸਾਨ ਦੇ ਕੰਮ ਆਉਣ ਵਾਲੇ ਬਣੀਏ। ਡਾਕਟਰ ਭੁਪਿੰਦਰ, ਹਾਂਜੀ, ਬੜੀ ਅੱਛਾ ਇਨੀਸ਼ੀਏਟਿਵ ਹੈਗਾ। ਹੋਪ ਆਪਾਂ, ਤੁਸੀਂ ਮੈਂ ਦੇਖਿਆ ਉਹ ਗਰੁੱਪ ਦੇ ਵਿੱਚ ਕਾਫੀ ਉਹਦੇ 'ਚ ਤੁਸੀਂ ਕਰਦੇ ਰਹਿੰਦੇ ਆ ਕਿ ਐਡਵਰਟਾਈਜ਼ ਕਰੋ, ਆਪਣਾ ਦੱਸੋ, ਕੋਈ ਚੀਜ਼ ਵੇਚਣੀ ਹੈ, ਤੇ ਛੋਟੀਆਂ ਮਾਰਕੀਟਸ ਵੀ ਲੱਗਦੀਆਂ। ਈਵਨ ਆਪਾਂ ਗੱਲ ਕਰ ਰਹੇ ਸਾਡੇ ਚੀਫ ਐਗਰੀਕਲਚਰ ਆਫਿਸਰ ਦੇ ਆਫਿਸ ਦੇ ਵਿੱਚ, ਇੱਕ ਸਾਡੇ ਚੀਫ ਐਗਰੀਕਲਚਰ ਆਫਿਸਰ ਸੀਗੇ, ਬੜੇ ਐਂਟਰਪ੍ਰਾਈਜ਼ਿੰਗ ਸੀ, ਉਹ ਹਰ ਸੰਡੇ ਨੂੰ ਇੱਥੇ ਇੱਕ ਫਾਰਮਰ ਹਾਟ ਲਗਵਾਉਂਦੇ ਸੀ। ਉਹਦੇ 'ਚ ਸਿਟੀ ਦੇ ਲੋਕ 'ਚ ਕਾਫੀ ਪਪੂਲਰ ਸੀਗਾ ਉਹ, ਜਿਸ ਤਰ੍ਹਾਂ ਚੰਡੀਗੜ੍ਹ 'ਚ ਵੀ ਤੁਸੀਂ ਆਪਾਂ ਉਦੋਂ ਦੱਸ ਰਹੇ ਸੀ। ਸੋ ਇਦਾਂ ਦੇ ਛੋਟੇ ਸਪਰੈਡਿਕ ਐਗਜ਼ਾਮਪਲਸ ਆਪਣੇ। ਡਾਕਟਰ ਭੁਪਿੰਦਰ ਸਿੰਘ ਜੀ, what are your final thoughts? ਆਪਾਂ ਵੈਸੇ ਡਿਸਕਸ਼ਨ 1-2 ਹਫ਼ਤਿਆਂ ਜਾਂ ਅਗਲੇ ਮਹੀਨੇ ਫਿਰ ਵੀ ਕਰ ਸਕਦੇ ਹਾਂ, ਟੂ ਸੀ ਕਿ ਇਹਦਾ ਰਿਜ਼ਲਟ ਕੀ ਨਿਕਲਿਆ ਹੈ। ਬਟ ਫॉर ਟੁਡੇ what would you like to say to our viewers? Thank you. ਮੈਂ ਆਵਾਜ਼ ਆ ਰਹੀ ਹੈ? ਹਾਂਜੀ। ਮੈਂ ਸਭ ਤੋਂ ਪਹਿਲਾਂ ਤਾਂ ਜਿੱਦਾਂ ਪਲਵਿੰਦਰ ਜੀ ਐਗਜ਼ਾਮਪਲਸ ਦੇ ਰਹੇ ਸੀ, ਕਿ ਮੈਂ 2 ਛੋਟੀਆਂ ਐਗਜ਼ਾਮਪਲਸ ਐਡ ਅਪ ਕਰਨੀਆਂ ਚਾਹੂੰਗਾ। ਇੱਕ ਤਾਂ ਜਿੱਦਾਂ ਕਿਸਾਨ ਮੰਡੀ ਜਿਹੜੇ ਸਾਡੇ ਗੁਰਦਾਸਪੁਰ ਵਿੱਚ ਹੁਣ ਲੱਗਣੀਆਂ ਸ਼ੁਰੂ ਹੋ ਗਈਆਂ ਨੇ, ਰਿਵਾਈਵ ਹੋ ਗਈਆਂ ਨੇ, ਔਰ ਉਸ ਕਿਸਾਨ ਮੰਡੀਆਂ ਵਿੱਚ ਜਿਹੜੇ ਪ੍ਰੋਡਕਟਸ ਪਲਵਿੰਦਰ ਜੀ ਕਹਿ ਰਹੇ ਸੀ, ਉਸ ਇਲਾਵਾ ਸਾਡੇ ਗੁਰਦਾਸਪੁਰ ਵਿੰਟਰ ਦੇ ਵਿੱਚ ਪਾਰਟੀਕੂਲਰਲੀ ਫਰੈਸ਼ ਸਾਗ ਲੋਕੀ ਬਣਾ ਕੇ ਲਿਆ ਕੇ ਉਹ ਲਿਆਂਦੇ ਦਿੰਦੇ ਨੇ। ਸਾਗ ਤੋਂ ਇਲਾਵਾ ਰੋਹ ਦੀ ਖੀਰ ਬਣਾ ਕੇ ਉਹ
ਕਿਲੋ ਦੇ 2-2 ਕਿਲੋ ਦੇ ਉਹ ਪੈਕਟ ਬਣਾ ਕੇ ਲੈ ਕੇ ਆਉਂਦੇ, ਔਰ ਜਦੋਂ ਆਉਂਦੇ ਤਾਂ ਹੱਥੋਂ ਹੱਥੀ ਉਹ ਵਿਕ ਜਾਂਦੇ ਆ ਉਹਨਾਂ ਦੇ। ਇੱਕ ਜਿਹੜੇ ਸਾਡੇ ਏਰੀਏ 'ਚ ਨੰਬਰ 2 ਤੇ ਅਲਸੀ ਦੀਆਂ ਪਿੰਨੀਆਂ, ਉਹ ਵੀ ਸਾਡੀ ਫਾਰਮਰ ਮਾਰਕੀਟ ਦੇ ਵਿੱਚ ਵਿਕ ਰਹੀਆਂ ਨੇ ਵਿੰਟਰ ਦੇ ਵਿੱਚ ਪਾਰਟੀਕੂਲਰਲੀ। ਔਰ ਇੱਕ ਐਗਜ਼ਾਮਪਲ, ਜਿੱਦਾਂ ਕਿਸੇ ਨੂੰ ਆਈਡੀਆ ਕਲਿੱਕ ਕਰਨ ਦੀ ਗੱਲ ਹੁੰਦੀ ਹੈ, ਸਾਡੇ ਐਗਜ਼ਾਮਪਲ ਜਿਹੜੀ ਫਾਰਮਰ ਦੀ ਹੈ ਜਿਹੜੀ ਮੈਂ ਬਹੁਤ ਇੰਪ੍ਰੈਸ ਹੋਇਆ, ਉਸ ਫਾਰਮਰ ਨੇ ਸਪੈਸ਼ਲਾਈਜ਼ ਕੀਤਾ ਸਿਰਫ ਪਨੀਰੀ ਪਲਾਂਟੇਸ਼ਨ ਦੇ ਵਿੱਚ ਜਾਂ ਫੋਡਰ ਪਲਾਂਟੇਸ਼ਨ ਦੇ ਵਿੱਚ। ਉਹ ਜਿਹੜਾ ਫਾਰਮਰ ਹੈ ਉਹਨੇ ਜਦੋਂ ਸੋਨੇ ਦਾ ਸੀਜ਼ਨ ਸ਼ੁਰੂ ਹੋਣਾ ਤਾਂ ਉਹਦੀ, ਕਿਉਂਕਿ ਪਿਛਲੇ 3-4 ਸਾਲ ਤੋਂ ਉਹਨੇ ਪਨੀਰੀ ਜਿਹੜੀ ਹੈ ਬਾਸਮਤੀ ਦੀ ਜਾਂ ਡਿਫਰੈਂਟ ਵੈਰਾਈਟੀਜ਼ ਜਿਹੜੀਆਂ ਨੇ ਪਰਮਲ ਦੀਆਂ, ਉਹਨੇ ਪਨੀਰੀ ਸਿਰਫ ਤਿਆਰ ਕਰਨੀ ਹੈ। 2 ਮਹੀਨੇ ਉਹ ਪਨੀਰੀ ਤਿਆਰ ਕਰਕੇ ਉਹ ਉਹਦੇ ਕੋਲ ਖੁਦ ਲੋਕ ਲੈਣ ਆਉਂਦੇ ਆ, ਛੋਟੇ ਕਿਸਾਨ ਤੋਂ ਲੈ ਕੇ ਵੱਡੇ ਕਿਸਾਨ ਤੱਕ ਪਨੀਰੀ ਜਿਹੜੀ ਉਹਦੇ ਕੋਲ ਲੈ ਕੇ ਜਾਂਦੇ ਆ। ਔਰ ਉਸ ਤੋਂ ਬਾਅਦ ਵਿੰਟਰ ਪਰ ਜਿਹੜੀਆਂ ਵੈਜੀਟੇਬਲਸ ਨੇ, ਜਿਹੜੇ ਘਰ ਲੋਕ ਕਿਚਨ ਗਾਰਡਨਿੰਗ ਕਰਦੇ ਨੇ, ਜਾਂ ਈਵਨ ਸ਼ਾਪਸ ਜਿਹੜੇ ਸੀਡ ਸ਼ਾਪਸ ਨੇ ਜਿਹੜੇ ਪਨੀਰੀ ਵੇਚਦੇ ਨੇ ਕਿਚਨ ਗਾਰਡਨਿੰਗ ਵਾਸਤੇ, ਉਹ ਸਿਰਫ ਉਹ ਪਨੀਰੀ ਵੈਜੀਟੇਬਲਸ ਦੀ ਕਿਚਨ ਗਾਰਡਨਿੰਗ ਵਾਸਤੇ ਤਿਆਰ ਕਰਕੇ ਗੁੱਛੀਆਂ ਬਣਾ ਕੇ 10-10 ਰੁਪਏ ਦੀ 20-20 ਰੁਪਏ ਦੀ ਗੁੱਛੀ ਉਹ ਕੋਲ ਲੋਕ ਘਰੋਂ ਵੀ ਲੈ ਜਾਂਦੇ ਆ, ਔਰ ਉਹ ਦੁਕਾਨਾਂ ਤੇ ਖੁਦ ਸਪਲਾਈ ਵੀ ਕਰਦਾ। ਇਸ ਤੋਂ ਇਲਾਵਾ ਜਿਹੜੇ ਛੋਟੇ ਫਾਰਮਰਸ ਨੇ, ਜਿਹੜੇ ਜਿਨ੍ਹਾਂ ਕੋਲ 3-4 ਐਨੀਮਲਸ ਹੈਗੇ ਨੇ, ਦੁਧਾਰੂ ਪਸ਼ੂ ਹੈਗੇ ਨੇ, ਬਟ ਉਹਨਾਂ ਕੋਲ ਲੈਂਡ ਨਹੀਂ ਹੈਗੀ ਆਪਣੇ ਪੱਠੇ ਤਿਆਰ ਕਰਨ ਵਾਸਤੇ, ਉਹ ਪੱਠੇ ਜਿਹੜੇ ਵਿੰਟਰ ਪਾਊਡਰ ਜਾਂ ਜਿਹੜਾ ਸਮਰ ਪਾਊਡਰ ਆ, ਉਹ ਸਿਰਫ ਇਹੀ ਕੰਮ ਕਰਦਾ, ਜਾਂ ਪਨੀਰੀ ਬਾਸਮਤੀ ਜਾਂ ਉਹਦੀ ਪੈਡੀ ਦੀ ਜਾਂ ਕਿਚਨ ਗਾਰਡਨਿੰਗ ਵਾਸਤੇ, ਔਰ ਨੰਬਰ 3 ਤੇ ਜਿਹੜੇ ਵਿੰਟਰ ਦੇ ਤੇ ਸਮਰ ਦੇ ਜਿਹੜੇ ਪਾਊਡਰਸ ਨੇ ਉਹ ਤਿਆਰ ਕਰਦਾ। ਔਰ ਹੀ ਇਜ਼ ਅਰਨਿੰਗ ਅ ਲੋਟ। ਉਹਦੇ ਕੋਲ 3.5-4 ਏਕੜ ਜ਼ਮੀਨ ਹੈ, ਬਟ ਉਹਨੂੰ ਕਦੇ ਵੀ ਕੋਈ ਦਿੱਕਤ ਨਹੀਂ ਆਈ ਇਨਕਮ ਪੱਖੋਂ। ਸੋ ਇਹ ਐਗਜ਼ਾਮਪਲ ਜਿਹੜੀ ਹੈ ਨਾ, ਮੈਨੂੰ ਮੈਂ ਉਹਦੇ ਤੋਂ ਬਹੁਤ ਇੰਪ੍ਰੈਸ ਹੋਇਆ, ਕਿਉਂਕਿ ਉਹ ਖੁਦ ਵੀ ਜਾ ਕੇ ਫਾਰਮਰਸ ਦੇ ਵਿੱਚ ਉਹ ਆਪਣੀ ਜਿਹੜੀ ਡਿਮਾਂਡ ਕ੍ਰੀਏਟ ਕਰਕੇ ਸਿਰਫ ਨੀਡ ਬੇਸਡ ਜਿਹੜੀ ਹੈ ਉਹ ਤਿਆਰ ਕਰਦਾ ਪਨੀਰੀ, ਚਾਹੇ ਉਹ ਪੈਡੀ ਬਾਸਮਤੀ ਦੀ ਹੈ, ਚਾਹੇ ਉਹ ਕਿਚਨ ਗਾਰਡਨਿੰਗ ਵਾਸਤੇ ਵਿੰਟਰ ਜਾਂ ਸਮਰ ਵੈਜੀਟੇਬਲਸ। very innovative. Dr. Prabjot, we are coming to you now. Any last thoughts for the before we end the discussion? ਮੈਡਮ, ਅੱਜ ਦੀ ਡਿਸਕਸ਼ਨ 'ਚ ਅਸੀਂ ਇਹ ਦੇਖਿਆ ਹੈ ਕਿ ਪੰਜਾਬ ਦੇ ਵਿੱਚ ਐਗਜ਼ਾਮਪਲਸ ਦੀ ਕੋਈ ਕਮੀ ਨਹੀਂ ਹੈ ਕਿ ਕਿਵੇਂ ਇੰਡੀਵਿਜੂਅਲਸ ਨੇ ਆਪਣੇ ਲੈਵਲ ਤੇ ਜਾ ਕੇ, ਇੰਡੀਵਿਜੂਅਲ ਲੈਵਲ ਤੇ ਜਾ ਕੇ ਕੋਈ ਨਾ ਕੋਈ ਇਨੋਵੇਟਿਵ ਵੇ ਨਾਲ ਆਪਣਾ ਖੇਤੀ ਦੇ ਕੰਮ ਦੇ ਇਲਾਵਾ ਹੋਰ ਆਪਣੀ ਆਮਦਨ ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਜਿਹੜੀ ਤੁਹਾਡੀ ਪੇਜ ਹੈ ਮੈਡਮ, ਇਹਦੇ ਤੇ ਜਿਹੜੇ ਇਹੋ ਜਿਹੇ ਇਨੋਵੇਟਿਵ very small marginal scale farmers ਜਾਂ women ਜਿਹੜੀਆਂ ਨੇ, ਉਹਨਾਂ ਨੇ ਜਿਹੜੇ ਕੰਮ ਕੀਤੇ, ਜੇ ਤੁਸੀਂ ਉਹਨਾਂ ਨੂੰ ਜ਼ਿਆਦਾ ਪਬਲਿਸਾਈਜ਼ ਕਰੋਗੇ ਤਾਂ ਲੋਕਾਂ ਵਾਸਤੇ this would be an inspiration that how they can boost up their income. And ਜ਼ਰੂਰੀ ਨਹੀਂ ਹੈ ਕਿ ਕੋਈ ਸਾਡੇ ਕੋਲ ਬਹੁਤ ਏਕੜਸ ਦੀ ਲੈਂਡ ਹੋਵੇ ਜਾਂ ਅਸੀਂ ਬਹੁਤ ਲਾਰਜ ਸਕੇਲ ਫਾਰਮਿੰਗ ਕਰਦੇ ਹੋਈਏ ਤਾਂ ਹੀ ਅਸੀਂ ਆਪਣੀ ਇਨਕਮ ਜਨਰੇਟ ਕਰ ਸਕਦੇ ਹਾਂ। ਈਵਨ ਸਾਡੇ ਕੋਲ ਇੱਕ ਨਿਕਰਾ, that is National Initiative on Climate Resilient Agriculture, ਉਹ ਪ੍ਰੋਜੈਕਟ ਹੈਗਾ ਹੈ। ਉਹਦੇ ਵਿੱਚ ਸਾਡੇ ਕੋਲ ਸੈਂਟਰ ਗਵਰਨਮੈਂਟ ਤੋਂ ਮੇਰੇ ਕੋਲ ਫੰਡਸ ਆਉਂਦੇ ਹੁੰਦੇ ਸੀ, ਤੇ ਅੱਗੇ ਅਸੀਂ ਫਾਰਮਰਸ ਨੂੰ, ਮੈਂ ਉਹਦੇ ਚੋਂ ਕਿਤੇ ਇੱਕ ਲੀਫ ਕਲਰ ਚਾਰਟ ਆਉਂਦਾ ਹੈ ਜਿਹਦੇ ਨਾਲ ਤੁਸੀਂ ਜੇ ਤੁਹਾਡੀ ਫਸਲ ਨੂੰ ਲੋੜ ਹੋਵੇ ਤਾਂ ਹੀ ਯੂਰੀਆ ਦੀ ਖਾਦ ਵਰਤੋ, ਤਾਂ ਜੋ ਥੋੜਾ ਅਸੀਂ ਜਿਹੜੀ ਗ੍ਰੀਨ ਹਾਊਸ ਗੈਸ ਐਮਿਸ਼ਨ ਹੈ ਉਹਨੂੰ ਵੀ ਘਟਾ ਸਕੀਏ, ਨਾਲ ਦੇ ਨਾਲ ਜਿਹੜੀ ਅਸੀਂ ਐਕਸੈਸਿਵ ਯੂਜ਼ ਕਰਦੇ ਪਏ ਹਾਂ ਫਰਟੀਲਾਈਜ਼ਰ ਦੀ ਉਹ ਘਟਾ ਸਕੀਏ। ਕਦੀ ਅਸੀਂ ਉਹ ਦੇ ਦਿੰਦੇ ਸੀ, ਟੈਂਸ਼ੀਓਮੀਟਰਸ ਦਿੰਦੇ ਸੀ ਜਾਂ ਹੋਰ ਇਸ ਤਰ੍ਹਾਂ ਦੇ ਅਸੀਂ ਦਿੰਦੇ ਹੁੰਦੇ ਸੀ। ਹੁਣ ਅਸੀਂ ਕਿਉਂਕਿ ਸਾਡੇ ਕੋਲ ਜਿਹੜੇ ਸਾਡੇ SC ਫਾਰਮਰਸ ਨੇ, ਉਹਨਾਂ ਦੀ ਕੈਟੇਗਰੀ ਦੇ ਉਹਦੇ ਫੰਡਸ ਆਉਂਦੇ ਆ, ਤੇ ਅਸੀਂ ਉਹਨਾਂ ਨੂੰ ਥੋੜੀ ਮਦਦ ਦਿੰਦੇ ਆ। ਜਿਸ ਤਰ੍ਹਾਂ ਅਸੀਂ ਕੁਝ ਫਾਰਮਰਸ ਨੂੰ ਪੇਅਰ ਆਫ ਗੋਟਸ ਦੇ ਦਿੰਦੇ ਆ, ਮਤਲਬ ਇੱਕ ਮੇਲ ਐਂਡ ਇੱਕ ਫੀਮੇਲ ਗੋਟ ਦੇ ਦਿੰਦੇ ਆ। ਐਂਡ ਉਹਨਾਂ ਨੂੰ, ਕਿਉਂਕਿ ਜਿਹੜਾ ਇੱਕ ਗਰੀਬ ਫਾਰਮਰ ਹੈ, ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਦਿਹਾੜੀਦਾਰ ਫਾਰਮਰ ਹੈ, ਉਹਦੇ ਵਾਸਤੇ ਅਸੀਂ ਉਹਨੂੰ ਇਨਕਰੇਜ ਕਰਦੇ ਹਾਂ ਵੀ ਤੁਸੀਂ ਇਸ ਤਰ੍ਹਾਂ ਦਾ ਲੈ ਕੇ ਅਸੀਂ ਤੁਹਾਨੂੰ ਐਜ਼ ਅ ਸਟਾਰਟਅਪ ਦੇ ਰਹੇ ਹਾਂ ਤੇ ਤੁਸੀਂ ਇਹਨੂੰ ਕੰਮ ਨੂੰ ਵਧਾਓ। ਕਿਸੇ ਨੂੰ ਅਸੀਂ ਜਿਹੜਾ ਪੋਲਟਰੀ ਦੀ ਸਪਲੀਮੈਂਟਸ ਦਿੰਦੇ ਹੈਗੇ ਆ, ਜਾਂ ਪੋਲਟਰੀ ਦੇ ਚਿਕਸ ਜਿਹੜੇ ਇੱਥੋਂ ਯੂਨੀਵਰਸਿਟੀ ਤੋਂ
ਸਾਡੀ ਜਿਹੜੀ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਉਹਨਾਂ ਤੋਂ ਪਰਚੇਸ ਕਰਕੇ ਅਸੀਂ ਉਹਨਾਂ ਨੂੰ ਫ੍ਰੀ ਆਫ ਕਾਸਟ ਡਿਸਟ੍ਰੀਬਿਊਟ ਕਰਦੇ ਹਾਂ। ਐਂਡ ਉਹ ਜਿਹੜਾ, ਕਿਉਂਕਿ ਇਹ ਕੰਮ ਅਸੀਂ ਸਾਡੇ ਜਿਹੜੇ ਕ੍ਰਿਸ਼ੀ ਵਿਗਿਆਨ ਕੇਂਦਰ ਨੇ PAU ਦੇ, ਉਹਨਾਂ ਦੀ ਕੋਲੈਬੋਰੇਸ਼ਨ ਚ ਕਰਦੇ ਹਾਂ। ਸੋ ਉਹਨਾਂ ਦੇ ਜਿਹੜੇ ਉਹੋ ਜਿਹੇ ਕੁਝ ਇੱਕ ਪ੍ਰੋਗਰੈਸਿਵ ਇੰਡੀਵਿਜੂਅਲਸ ਹੁੰਦੇ ਨੇ, ਉਹਨਾਂ ਨੂੰ ਸਿਲੈਕਟ ਕਰਦੇ ਆ ਐਂਡ ਅਸੀਂ ਉਹਨਾਂ ਨੂੰ ਦਿੰਦੇ ਆ, ਤਾਂ ਜੋ ਕਿਤੇ ਨਾ ਕਿਤੇ ਉਹਨਾਂ ਦੀ ਹੈਲਪ ਹੋ ਸਕੇ। ਐਂਡ ਇਸ ਤਰ੍ਹਾਂ ਦੇ ਕਾਫੀ देयर आर सो मेनी एग्जांपल्स ਅਵੇਲੇਬਲ, ਤੇ ਆਪਾਂ ਸਾਰਿਆਂ ਨੂੰ ਥੋੜਾ ਜਿਹਾ ਇੱਕ ਦੂਜੇ ਨੂੰ ਮੋਟੀਵੇਟ ਕਰਨਾ। ਐਂਡ ਜਿਵੇਂ ਮੈਡਮ ਸਮਿਤਾ ਨੇ ਕਿਹਾ ਸੀ ਕਿ ਜਿਹੜਾ ਸਾਡਾ ਉੱਥੇ ਮੋਰਚੇ ਤੇ, ਕਿਉਂਕਿ ਪੂਰੇ ਪ੍ਰਦੇਸ਼ ਦੇ ਹੀ ਫਾਰਮਰਸ ਉੱਥੇ ਇਕੱਠੇ ਹੋਏ ਹੁੰਦੇ ਆ, ਤਾਂ ਉੱਥੇ ਵੀ ਇਹੋ ਜਿਹੀਆਂ ਜਿਹੜੀਆਂ ਐਗਜ਼ਾਮਪਲਸ ਨੇ ਉਹਨਾਂ ਨੂੰ ਵੀ ਡੈਮੋਨਸਟ੍ਰੇਟ ਕਰਨਾ ਚਾਹੀਦਾ, ਬਿਕੋਜ਼ ਇੱਕੋ ਸਾਨੂੰ ਪਲੇਟਫਾਰਮ ਮਿਲਿਆ ਹੈ ਜਿੱਥੇ ਅਸੀਂ ਇਹ ਚੀਜ਼ਾਂ ਡਿਸਕਸ ਕਰ ਸਕਦੇ ਹਾਂ। ਸੋ that would be a very good idea. Thank you madam. Thank you, very very informative. And I think ਆਪਾਂ ਨੂੰ ਰਵਦੀਪ ਨੇ ਇੱਕ ਪਾਇਆ ਹੈਗਾ ਮੈਸੇਜ ਸਮਿਤਾ ਕਿ ਆਪਾਂ ਇਹ ਸਕਸੈਸ ਸਟੋਰੀਜ਼ ਪਬਲਿਸ਼ ਕਰੀਏ, maybe to trolley times, ਹਨਾ, ਜਿਹੜੇ ਥੋੜੇ widely read, especially ਜਿੱਥੇ farmers protests ਹੋ ਰਹੇ ਨੇ, so that the everybody else gets to know about them as well. Definitely we'll work on this. I mean this is needed, this is much needed. That's the only way encourage karange te baki koshish karange. haan ji, sorry I've just tried to no it's okay, together from all the speakers, so I'm just writing in our chat box so that no it's very good. I'll no publish it's that. okay. We need to we need all those pointers. That's the only way one can improve. Point, you know, for all of us, I think shared resources, community level efforts, yes, interventions, and innovative value chains is something that is the way forward for agriculture, specifically in states, progressive states like Punjab and Haryana. Palvinder, ਤੁਸੀਂ ਆਪਣੇ final thoughts ਕੋਈ ਦੱਸੋ, ਕਿਸ ਤਰ੍ਹਾਂ ਆਪਾਂ ਅੱਗੇ ਨੂੰ ਫਾਰਵਰਡ ਲੈ ਕੇ ਜਾ ਸਕਦੇ ਹਾਂ? ਤੁਹਾਡੀ ਸਕਸੈਸ ਸਟੋਰੀ ਹੈ, ਉਸ ਤੋਂ ਅੱਗੇ ਕਿਵੇਂ ਜਾ ਸਕਦੇ ਹਾਂ? ਮੈਮ ਜਿਹੜਾ ਸਭ ਤੋਂ ਵੱਡਾ ਜਿਹੜਾ ਮੈਂ ਪਲੇਟਫਾਰਮ ਮੰਨਦਾ ਉਹ ਹੈਗਾ ਕਮਿਊਨੀਕੇਸ਼ਨ ਵਾਸਤੇ ਮੋਬਾਈਲ ਹਰੇਕ, ਆਪਾਂ ਪਹਿਲੇ ਵੀ ਇੱਥੇ ਡਿਸਕਸ ਕਰ ਚੁੱਕੇ, ਮੋਬਾਈਲ ਹਰੇਕ ਦੇ ਹੱਥ 'ਚ। ਜਿੱਦਾਂ ਮੰਨ ਲਓ ਆਪਾਂ ਸਟੇਟਸ ਲਾਉਂਦੇ ਆ, ਉਹ ਸਟੇਟਸ ਦੇ ਵਿੱਚ ਅਸੀਂ ਆਪਣਾ ਜੋ ਵੀ ਕਰਦੇ ਆ ਉਹਨੂੰ ਵੀ ਅਸੀਂ ਦਿਖਾ ਸਕਦੇ ਆ, ਕਿਉਂਕਿ ਹਰੇਕ ਬੰਦੇ ਦਾ ਲਗਭਗ 100-150 ਬੰਦਾ ਤਾਂ ਲਗਭਗ ਉਹਦਾ ਸਟੇਟਸ ਚੈੱਕ ਕਰਦਾ ਹੀ ਆ। ਇਹ ਤੋਂ ਬਿਨਾਂ ਜਿੱਦਾਂ ਅਸੀਂ ਜਿਹੜਾ ਮੇਰਾ ਸ਼ਹਿਰ ਆ ਫਤਿਹਗੜ੍ਹ ਸਾਹਿਬ 'ਚ ਅਮਲੋਹ ਸ਼ਹਿਰ ਆ, ਅਸੀਂ ਇੱਥੇ ਇੱਕ ਪੱਕਾ ਧਰਨਾ ਵੀ ਲਾਇਆ ਹੋਇਆ। ਤਕਰੀਬਨ ਅਸੀਂ ਸਾਰੇ ਪਿੰਡਾਂ ਦੇ ਵਿੱਚ ਜਾਂਦੇ ਆ। 96 ਪਿੰਡ ਨੇ, 96 ਜਿਹੜੇ ਪਿੰਡ ਨੇ, ਜਿਨ੍ਹਾਂ ਦੇ ਵਿੱਚ ਅਸੀਂ ਲੋਕਾਂ ਨੂੰ ਜੋ ਦਿੱਲੀ ਤੋਂ ਮੈਸੇਜ ਆਉਂਦਾ ਉਹਨੂੰ ਅੱਗੇ ਕਨਵੇ ਕਰਨ ਜਾਂਦੇ ਆ, ਡੋਰ ਟੂ ਡੋਰ। ਮਤਲਬ ਹਰੇਕ ਪਿੰਡ 'ਚ ਸਰਪੰਚ ਜਾਂ ਜਿੱਦਾਂ ਵੀ ਜਿਹੜੇ ਯੂਨੀਅਨ ਨਾਲ ਜੁੜੇ ਹੋਏ ਨੇ, ਉਹਦੇ ਵਿੱਚ ਜਿੱਦਾਂ ਸਾਡੇ ਲਵੇ ਦੇਸ਼ ਭਗਤ ਯੂਨੀਵਰਸਿਟੀ ਆ, ਉਹ ਕਹਿੰਦੇ ਅਸੀਂ ਬੂਟੇ ਲਗਵਾਉਣੇ ਨੇ। ਉਹਨਾਂ ਨੇ ਜਿੱਦਾਂ ਸਵਾਂਜਣਾ ਦਾ ਬੂਟਾ, ਨਿੰਮ ਦਾ ਬੂਟਾ ਤੇ ਜਿਹੜੇ ਹੈਗੇ ਇਦਾਂ ਦੇ ਬੂਟੇ ਸੀਗੇ, ਉਹ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਦੱਸਿਆ ਵੀ ਜਿਹੜਾ ਸਵਾਂਜਣਾ ਦਾ ਬੂਟਾ ਇਹ ਬਹੁਤ ਜ਼ਿਆਦਾ ਵਧੀਆ ਮੈਡੀਸਨਲ ਪਲਾਂਟ ਆ, ਇਹਦੇ ਪੱਤਿਆਂ ਦਾ ਸਾਗ ਬਣਾਇਆ ਜਾ ਸਕਦਾ, ਚਟਨੀ ਬਣਾਈ ਜਾ ਸਕਦੀ ਹੈ। ਤਕਰੀਬਨ ਮੈਂ ਦੇਖਿਆ ਵੀ ਐਮਾਜ਼ੋਨ ਦੇ ਉੱਤੇ ਜੇ ਤੁਸੀਂ ਉਹਦੇ ਕੈਪਸੂਲ ਲੈਣੇ ਨੇ ਸਵਾਂਜਣਾ ਦੇ, ਤਾਂ ਤਕਰੀਬਨ 800 ਰੁਪਏ ਦੇ 10 ਕੈਪਸੂਲ ਨੇ। ਜੇ ਉਹਨਾਂ ਨੂੰ ਗਰੀਬ ਬੰਦਿਆਂ ਨੂੰ ਵੀ ਤੁਸੀਂ ਦੇਖੋ ਵੀ ਉਹਨਾਂ ਨੂੰ ਜੇ ਉਹ ਸੁਹੰਜਣਾ ਦੇ ਪੱਤਿਆਂ ਨੂੰ ਯੂਜ਼ ਕਰ ਲੈਣ, ਉਹਦੀਆਂ ਫਲੀਆਂ ਨੂੰ ਯੂਜ਼ ਕਰ ਲੈਣ, ਤੇ ਉਹ ਇੱਕ ਉਹਨਾਂ ਨੂੰ ਜਿਹੜੀ ਹੈ ਹੈਲਥ ਕੌਨਸ਼ੀਅਸ ਵੀ ਉਹ ਬਹੁਤ ਵਧੀਆ ਹੋ ਜਾਊਗਾ। ਇਹਦੇ ਤੇ ਇੱਕ ਅਸੀਂ ਨੇ ਪਰਚੇ ਜੇ ਵੀ ਛਪਵਾ ਕੇ ਲੋਕਾਂ ਨੂੰ ਵੰਡੇ ਸੀਗੇ, ਤੇ ਆਪ ਬੂਟੇ ਵੀ ਲਗਵਾ ਕੇ ਆਏ ਸੀ ਲੋਕਾਂ ਦੇ ਘਰਾਂ 'ਚ, ਕਿਉਂਕਿ ਬੂਟੇ ਆਪਾਂ ਦੇ ਦਿੰਦੇ ਆ, ਉਹ ਫਿਰ ਲਾਉਂਦੇ ਨਹੀਂ ਹੈਗੇ। ਫਿਰ ਅਸੀਂ ਆਪ ਮਤਲਬ ਚਾਹੇ ਉਹ ਕਿਸੇ ਪਿੰਡ ਦੇ ਵਿੱਚ 20 ਬੂਟੇ ਲਾਏ, 50 ਲਾਏ, ਆਪ ਜਾ ਕੇ ਲਾਏ। ਉਹਦੇ ਏਦਾਂ ਦਾ ਮਤਲਬ ਜਿਵੇਂ ਹੁਣ ਸਾਡਾ ਉਹ ਜਿਹੜਾ ਹੈਗਾ 96 ਪਿੰਡਾਂ 'ਚ ਅਸੀਂ ਜਾਂਦੇ ਹਾਂ, ਨਾਲ ਦੀ ਨਾਲ ਅਸੀਂ ਏਦਾਂ ਦਾ ਵੀ ਮਤਲਬ ਲੋਕਾਂ ਨੂੰ ਕਨਵਿੰਸ ਕਰ ਸਕਦੇ ਹਾਂ ਵੀ ਤੁਸੀਂ ਥੋੜਾ ਜਿਹਾ ਜਿਹੜਾ ਰਵਾਇਤੀ ਸਿਸਟਮ ਤੋਂ ਥੋੜਾ ਚੇਂਜ ਹੋ ਕੇ ਇੱਧਰ ਨੂੰ ਆ ਜਾਈਏ। ਉਹ ਮੈਨੂੰ ਲੱਗਦਾ ਉਹ ਵੀ ਇੱਕ ਵਧੀਆ, ਕਿਉਂਕਿ ਕਿਸਾਨ ਚਾਹੇ ਕੋਈ ਵੀ ਹੈ, ਜਿਹੜਾ ਦੂਜਾ ਬੰਦਾ ਅੱਖੀ ਦੇਖੀ ਚੀਜ਼ ਨੂੰ ਜਲਦੀ ਅਡੋਪਟ ਕਰਦਾ ਕਹਿਣ ਨਾਲੋਂ, ਉਹ ਚੀਜ਼ ਜਦੋਂ ਦੇਖ ਲੈਂਦਾ ਫਿਰ ਉਹਨੂੰ ਜਲਦੀ ਅਡੋਪਟ ਕਰ ਲੈਂਦਾ। ਏਦਾਂ ਦੇ ਵਿਜ਼ਿਟ ਵੀ ਕਰਦੇ ਕਿਸਾਨ, ਇੱਕ ਦੂਜੇ ਕਿਸਾਨਾਂ ਦੇ ਵਿਜ਼ਿਟ ਕਰਨ ਵੀ ਹਾਂ ਜੇ ਇਹਨੇ ਕੀਤਾ ਤਾਂ ਮੈਂ ਵੀ ਕਰ ਸਕਦਾ। ਮੈਨੂੰ ਲੱਗਦਾ ਵੀ ਇਹ ਵੀ ਇੱਕ ਬਹੁਤ ਵਧੀਆ ਪਲੇਟਫਾਰਮ ਹੋਊਗਾ। Gurpreet, you want to add your final bit? Yes, from my side, like it's about like taking the perspective, right? Appa ek solution de wal ja rahe hain and we need like different perspectives to it.
ਇੱਕ ਸੋਲੂਸ਼ਨ ਦਾ ਜਦੋਂ ਆਪਾਂ ਹੱਲ ਕੱਢਣਾ ਹੁੰਦਾ ਆਪਾਂ ਉਹਨੂੰ ਇੱਕੇ ਐਂਗਲ ਤੋਂ ਨਹੀਂ ਸੋਚ ਸਕਦੇ, ਆਪਾਂ ਨੂੰ different angles ਤੋਂ ਅਪਰੋਚ ਕਰੀਏ ਤਾਂ ਸੋਲੂਸ਼ਨ ਛੇਤੀ ਨਿਕਲ ਜਾਂਦਾ। So like from everybody like Pravinder is doing and everybody they are like expert in their field, and like I am a computer science guy, so my perspective is like to take everything in terms of technology. How can I use technology and how I see US government is using technology in their agriculture zone. So this is my approach. Like another perspective is we can take the same from like health perspective. I believe in food is medicine. So if we take like food as a medicine and tell people like how it is beneficial to them, so then that market can be created. ਜਿਵੇਂ ਪ੍ਰਵਿੰਦਰ ਭਾਈ ਨੇ ਦੱਸਿਆ ਕਿ ਇਹਨਾਂ ਨੇ ਇੱਕ ਸ਼ੇਅਰ ਕੀਤਾ ਗਰੁੱਪ ਦੇ ਵਿੱਚ ਕੈਂਸਰ ਕੇ ਬਲੈਕ ਮੀਟ ਕਿਵੇਂ ਹੈਲਪਫੁਲ ਹੈ, ਤਾਂ ਸਿਰਫ ਇੱਕ ਪੋਸਟ ਨਾਲ ਕਿੰਨਾ ਜ਼ਿਆਦਾ ਚੇਂਜ ਹੋਇਆ, ਕਿੰਨੇ ਜ਼ਿਆਦਾ ਇਹਨਾਂ ਕੋਲ ਕੁਐਰੀਜ਼ ਆਈਆਂ। ਸੋ ਤੁਸੀਂ ਇਹ ਚੀਜ਼ ਦੇਖੋ ਕਿ ਇਹਦਾ ਪੂਰਾ ਇੱਕ ਡੋਮੇਨ ਹੋਵੇ, ਵੈਬਸਾਈਟਸ ਦੇ ਉੱਤੇ, ਫੇਸਬੁੱਕ ਦੇ ਉੱਤੇ ਅਵੇਅਰਨੈਸ ਹੋਵੇ ਲੋਕਾਂ ਦੇ ਵਿੱਚ, ਤਾਂ ਇਹਦਾ ਇਫੈਕਟ ਕਿੰਨਾ ਜ਼ਿਆਦਾ ਹੋਊਗਾ। ਕਿਉਂਕਿ ਵੈਨ ਵੀ ਸਟਾਰਟ ਟੇਕਿੰਗ ਫੂਡ ਐਜ਼ ਅ ਮੈਡੀਸਨ ਤਾਂ ਪਰਸਪੈਕਟਿਵ ਹੀ ਚੇਂਜ ਹੋ ਜਾਂਦਾ। ਹਾਊ ਪੀਪਲ ਬਾਏ ਇਟ, ਉਹਦੀ ਪ੍ਰਾਈਸ ਵੈਲਿਊ ਕਿੰਨੀ ਹੈ, ਮੈਡੀਸਨ ਦੀ ਪ੍ਰਾਈਸ ਵੈਲਿਊ ਤੇ ਫੂਡ ਦੀ ਪ੍ਰਾਈਸ ਵੈਲਿਊ ਦੇ ਵਿੱਚ ਡਿਫਰੈਂਸ ਦੇਖੋ। ਐਂਡ ਵੈਨ ਵੀ ਸਟਾਰਟ ਟੇਕਿੰਗ ਫੂਡ ਐਜ਼ ਅ ਮੈਡੀਸਨ ਤਾਂ ਉਹਦੀ ਵੈਲਿਊ ਕੁਛ ਵੀ ਹੋ ਸਕਦੀ ਹੈ। ਇਟਸ ਅ ਮੈਡੀਸਨ। ਸ਼ੂਗਰ ਦੀ ਗੋਲੀ ਖਾਣ ਨਾਲੋਂ ਤੁਸੀਂ 2 ਫੁਲਕੇ ਖਾ ਲਏ ਵਧੀਆ ਵੀਟ ਦੇ ਤਾਂ ਇਟਸ ਅ ਸੇਮ ਕਾਈਂਡ ਆਫ ਥਿੰਗ। So my perspective is that, so I am taking entire venture ਮੇਰਾ ਸਾਰਾ ਜਿਹੜਾ ਪ੍ਰੋਜੈਕਟ ਚੱਲ ਰਿਹਾ 6-7 ਲੋਕਾਂ ਨਾਲ ਜਿੰਨਾ ਅਸੀਂ ਬੀਜ ਰਹੇ ਹਾਂ, so ਉਹਦਾ perspective ਇਹੀ ਹੈ ਕਿ I am just like medicine। ਮੈਂ ਆਪਣੀ ਫੈਮਿਲੀ ਨੂੰ, ਫਰੈਂਡਸ ਨੂੰ, ਸਾਰਿਆਂ ਨੂੰ ਪੈਗੰਬਰੀ ਵੀਟ ਖਵਾਉਣਾ ਚਾਹੁੰਦਾ ਕਿ you just have it, so you keep growing it, when they see the benefit and then the demand will be there. It's not a like one day job, it's like slow. I am not in a hurry कि मैं छेती कुछ करना है, so it's like slow and steady wins the race, that kind of thing. So yeah, that's it from my side. Thank you so much everyone to for joining, and let me know like if we can be of any help from like IT perspective, from computer science perspective. Thank you so much. I'll get in touch with you, Gurpreet, regarding Pegamri, because I'll like to tell my father about this, and I think he'll be very happy about it. I थोड़ा सी experiment करिए थोड़ा बहुत। बिल्कुल। और I think I just wanted to wrap up by saying that Samita and I are so grateful कि अपनी actually ये वाली discussion इतनी fruitful रही है। I'm feeling really happy and inspired। ते I think we should carry it forward। ਜਿਵੇਂ ਸਾਰਿਆਂ ਨੇ ਕਿਹਾ ਅਸੀਂ ਆਪਣੀ ਗਰੁੱਪ ਪੇਜ ਤੇ ਟਵਿੱਟਰ ਤੇ ਸੋਸ਼ਲ ਅਵੇਅਰਨੈਸ ਕ੍ਰੀਏਟ ਕਰ ਸਕਦੇ ਹਾਂ, but also I think we need to take it forward to the people who are going to be making strategies and making policies to support this. Yes, we can do it on our own, but if it's done through the higher authorities, ਉਹ ਥੋੜਾ ਕੰਮ ਵੀ ਸੌਖਾ ਹੋ ਜਾਂਦਾ ਹੈ, ਰੀਚ ਵੀ ਉਹਨਾਂ ਦੀ ਜ਼ਿਆਦਾ ਹੈ, ਫੰਡਿੰਗ ਵੀ ਹੋ ਸਕਦੀ ਹੈ। So Samita, anything you want to add, please? I would just like to add that first of all, like Dr. Ben started off with, agriculture is a science itself. Science, we can call it science, we can call it एक किस्म दी spirituality है। ये सानू perseverance, patience इन्ना कुछ सिखांदी है कि agriculturist ही experiment कर सकते हैगे, उन्हां दे अंदर है। ये सानू आपां सारी फार्मिंग कम्यूनिटी तो हैगे, मेरा ख्याल अज जिहड़े पैनलिस्ट हैं ते सारे ही हैगे हैं, ते ये वाकई आपां देखिया हैगा। सो लेट्स टेक इट फॉरवर्ड। दोबारा फिर अगे आपां इस बारे गल करांगे, इस तो अगे की होना हैगा। आपां बड़ी देर दे यही गल सिमरन ते मैं ते जुगनू we've all been just talking about it कि ਅਸੀਂ ਕਿਵੇਂ ਅੱਗੇ ਫॉरवर्ड ਲੈके ਜਾਈਏ। ਸੋ ਅੱਜ ਮੇਰਾ ਮਨ ਬੜਾ ਹੀ ਖੁਸ਼ ਹੋਇਆ ਹੈਗਾ, and thanks to all the panelists, ਸਭ ਜਣੇ ਬੜੇ ਹੀ ਵਧੀਆ। ਹਾਂ, and also ਕਿ ਸਾਨੂੰ ਇੰਨੀਆਂ success stories ਮਿਲੀਆਂ। now our next job within the group is to take the success stories forward and inspire more people। so ਜਿਹੜੇ ਲੋਕ ਦੇ ਦੇਖ ਰਹੇ ਨੇ, ਜੇ ਸਾਨੂੰ ਪੈਗੰਬਰੀ ਵੀਟ ਤੇ ਕਾਲੀ ਵੀਟ ਤੇ ਰਵਦੀਪ ਦੇ ਨਾਲ ਕਿਸੇ ਨੇ ਕੰਟੈਕਟ ਕਰਨਾ ਹੈ, ਡਾਕਟਰ ਪ੍ਰਭਜੋਤ, ਡਾਕਟਰ ਭੁਪਿੰਦਰ ਸਿੰਘ, ਡਾਕਟਰ ਬੈਂਸ, ਪਲੀਜ਼ DM us,
we will put you in touch with everyone, and please sanu time nahi milya to look at your questions. I don't even know ke questions aaye hain ki nahi. If we have them, we will definitely answer them, and please stay tuned and keep following us. At the end of the day, we just want ke sade farmers ਨੇ ਜਿਹੜੀ ਇੰਨੀ ਸਬਰ ਸੰਤੋਖ ਔਰ ਇੰਨੀ ਡਿਗਨਿਟੀ ਦੇ ਨਾਲ ਬੈਠੇ ਨੇ 10 ਮਹੀਨੇ ਹੋਲਡ ਚੱਲੇ ਨੇ, ਉਹਨਾਂ ਦਾ ਕੋਈ ਨਤੀਜਾ ਚੰਗਾ ਨਿਕਲੇ ਤਾਂ ਕਿ ਉਹ with grace and dignity ਉਹ ਆਪਣੇ ਪਿੰਡਾਂ ਤੇ ਘਰਾਂ ਨੂੰ ਵਾਪਸ ਜਾਣ ਤੇ ਖੁਸ਼ਹਾਲੀ ਦੀ ਜ਼ਿੰਦਗੀ ਬਤੀਤ ਕਰਨ. So on that positive note, I would like to say thank you everyone. Sat Shri Akal and Chardi Kala everyone. Fantastic. Sat Shri Akal. Thank you. Thank you everyone. Bye bye.